आ गया जी आ गया, छा गया जी छा गया, आ गया जी आ गया, छा गया जी छा गया। सब कुछ नवा नवा है, नवी सोच ते नवा समा है। सब कुछ नवा नवा है, नवी सोच ते नवा समा है। थोड़े संग FM ए रंग FM, ਤੁਸੀਂ ਸੁਣ ਰਹੇ ਹੋ ਰੰਗ FM। ਅਜੀਜ਼ ਦੋਸਤੋ, रूबरू हाँ ਤੁਹਾਡਾ ਆਪਣਾ ਪਸੰਦੀਦਾ ਪ੍ਰੋਗਰਾਮ ਅਦਬੀ ਰਿਸ਼ਮਾ ਲੈ ਕੇ ਮੈਂ ਡਾਕਟਰ ਬਲਜੀਤ ਰਿਆੜ ਆਪ ਸਭ ਦਾ ਦਿਲੀ ਸਵਾਗਤ ਹੈ। ਜੋ ਹਮੇਸ਼ਾ ਹੀ ਸਾਨੂੰ ਮਾਣ ਸਤਿਕਾਰ ਦਿੰਦੇ ਰਹਿੰਦੇ ਹੋ, ਉਹ ਸਾਡੇ ਦੋਸਤ ਜੋ ਫੇਸਬੁੱਕ ਤੇ ਸਾਡੇ ਨਾਲ ਲਾਈਵ ਜੁੜੇ ਹੁੰਦੇ ਨੇ, ਸਾਨੂੰ ਬਹੁਤ ਹੀ ਪਿਆਰ ਦਿੰਦੇ ਨੇ, ਹਮੇਸ਼ਾ ਹੀ ਮੁੱਲਵਾਨ ਸਲਾਹਾਂ ਦਿੰਦੇ ਨੇ, ਬਹੁਤ ਸੋਹਣੇ ਸੁਝਾਅ ਦਿੰਦੇ ਨੇ ਤੇ ਜਿਸ ਦੇ ਨਾਲ ਅਸੀਂ ਹੋਰ ਉਤਸ਼ਾਹਿਤ ਹੁੰਨੇ ਹਾਂ। ਔਰ ਉਹੀ ਉਤਸ਼ਾਹ, ਉਹੀ ਉਹਨਾਂ ਦੇ ਸ਼ਲਾਘਾਯੋਗ ਕਦਮ ਸਾਡੇ ਲਈ ਪ੍ਰੇਰਨਾ ਬਣਦੇ ਹਨ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜਿਸ ਵਿਲੱਖਣ ਸ਼ਖਸੀਅਤ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ, ਉਹ ਕਿਸੇ ਵੀ ਜਾਣ ਪਹਿਚਾਣ ਦੇ ਮੁਹਤਾਜ ਨਹੀਂ। ਅੱਜ ਦਾ ਇਹ ਸਾਡਾ ਪ੍ਰੋਗਰਾਮ ਖਾਸ ਤੌਰ ਤੇ ਵਿਲੱਖਣ ਇਸ ਕਰਕੇ ਵੀ ਹੈ ਕਿ ਅਸੀਂ ਪਹਿਲਾਂ ਅਦਬ ਦੇ ਨਾਲ, ਸਾਹਿਤ ਦੇ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ, ਉਹਨਾਂ ਦੀ ਸਿਰਜਣ ਪ੍ਰਕਿਰਿਆ ਬਾਰੇ ਤੁਹਾਡੇ ਨਾਲ ਗੱਲਾਂ ਕਰਦੇ ਸੀਗੇ। ਪਰੰਤੂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਮਾਜ ਸੇਵਾ ਨੂੰ ਪਰਨਾਈ ਹੋਈ ਉਹ ਸ਼ਖਸੀਅਤ ਤੁਹਾਡੇ ਸਨਮੁਖ ਹੋਣ ਜਾ ਰਹੀ ਹੈ, ਜਿਸ ਨੇ ਆਪਣੀ ਪੂਰੀ ਜ਼ਿੰਦਗੀ ਸਮਾਜ ਸੇਵਾ ਦੇ ਲਈ ਖਿਲਾਈ ਹੈ, ਜਿਨ੍ਹਾਂ ਨੇ ਲੋਕਾਂ ਨੂੰ ਉਸ ਆਦਰਸ਼ ਦੀ ਜਾਂਚ ਸਿਖਾਈ ਹੈ ਜਿਸ ਵਿੱਚ ਤਨ, ਮਨ ਤੇ ਧਨ ਨਾਲ ਕਿਵੇਂ ਲੋਕਾਂ ਦੇ ਕੰਮ ਆਇਆ ਜਾ ਸਕਦਾ ਹੈ ਔਰ ਪੂਰੀ ਜ਼ਿੰਦਗੀ ਤੁਸੀਂ ਕਿਵੇਂ ਲੋਕਾਂ ਲਈ ਸਮਰਪਿਤ ਕਰ ਸਕਦੇ ਹੋ। ਸੋ ਇਸ ਤੋਂ ਪਹਿਲਾਂ ਕਿ ਅਸੀਂ ਉਹਨਾਂ ਦੇ ਨਾਲ ਤੁਹਾਡੀ ਜਾਣ ਪਹਿਚਾਣ ਕਰਾਈਏ, ਆਓ ਮਾਰਦੇ ਹਾਂ ਉਹਨਾਂ ਦੇ ਜੀਵਨ ਦੀਆਂ ਵਿਸ਼ੇਸ਼ ਝਲਕੀਆਂ ਤੇ ਇੱਕ ਨਜ਼ਰ।
ਸੇਵਾ ਦੇਸ਼ ਦੀ ਜ਼ਿੰਦੜੀ ਏ ਬੜੀ ਔਖੀ ਤੇ ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ। ਜਿਨ੍ਹਾਂ ਦੇਸ਼ ਦੀ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਸੇਵਾ ਦੇਸ਼ ਦੀ ਹੋਵੇ, ਕੌਮ ਦੀ ਹੋਵੇ ਜਾਂ ਲੋਕਾਂ ਦੀ ਹੋਵੇ, ਸਭ ਤੋਂ ਔਖਾ ਤੇ ਨਿਰਾਲਾ ਕੰਮ ਹੈ। ਤੇ ਜੋ ਲੋਕ ਇਸ ਕੌਮ ਦੀ, ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਂਦੇ ਨੇ, ਤਤਪਰ ਹੋ ਜਾਂਦੇ ਨੇ, ਉਹ ਫਿਰ ਆਪਣਾ ਸਭ ਕੁਝ ਤਿਆਗ ਦਿੰਦੇ ਨੇ ਤੇ ਆਪਣੀ ਜ਼ਿੰਦਗੀ ਨੂੰ ਸਮਰਪਿਤ ਕਰਦੇ। ਸੋ ਅੱਜ ਦਾ ਇਹ ਪ੍ਰੋਗਰਾਮ ਸਾਡਾ ਬਹੁਤ ਹੀ ਖਾਸ ਤੇ ਵਿਸ਼ੇਸ਼ ਪ੍ਰੋਗਰਾਮ ਹੈ, ਕਿਉਂਕਿ ਅੱਜ ਅਸੀਂ ਇਸ ਪ੍ਰੋਗਰਾਮ ਨੂੰ ਸਮਰਪਿਤ ਕਰਨ ਜਾ ਰਹੇ ਹਾਂ ਪੰਜਾਬ ਦੀ ਉਹ ਧਰਤੀ, ਗੁਰੂ ਰਾਮਦਾਸ ਜੀ ਦੁਆਰਾ ਵਰਸੋਈ ਧਰਤੀ, ਅੰਮ੍ਰਿਤਸਰ ਸ਼ਹਿਰ ਵਿੱਚ ਸੰਸਥਾ ਜੋ ਦਰਦਮੰਦਾਂ ਦੀਆਂ ਆਹਾਂ ਨੂੰ ਖਤਮ ਕਰਨ ਵਾਲੀ, ਦੁਖੀਆਂ ਦਾ ਦਰਦ ਦੂਰ ਕਰਨ ਵਾਲੀ ਉਹ ਸੰਸਥਾ ਜਿਸ ਨੂੰ ਅਸੀਂ ਪਿੰਗਲਵਾੜਾ ਦੇ ਨਾਮ ਨਾਲ ਜਾਣਦੇ ਹਾਂ, ਜਿਸ ਨੂੰ ਅਸੀਂ ਭਗਤ ਪੂਰਨ ਸਿੰਘ ਦੇ ਨਾਮ ਨਾਲ ਜਾਣਦੇ ਹਾਂ। ਭਗਤ ਪੂਰਨ ਸਿੰਘ ਜੀ ਔਰ ਉਸ ਸੰਸਥਾ ਨਾਲ ਸੰਬੰਧਿਤ ਨਾਮਵਰ ਉਹ ਸ਼ਖਸੀਅਤਾਂ ਜੋ ਜੁੜੀਆਂ ਹੋਈਆਂ ਨੇ, ਸਾਡਾ ਸਿਜਦਾ ਹੈ ਭਗਤ ਜੀ ਨੂੰ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਲੋਕਾਂ ਦੀ ਬਾਂਹ ਫੜੀ ਜਿਨ੍ਹਾਂ ਨੂੰ ਘਰ ਦੇ ਵੀ ਸਾਥ ਨਹੀਂ ਦਿੰਦੇ ਤੇ ਘਰ ਤੋਂ ਵੀ ਬਾਹਰ ਕੱਢ ਦਿੰਦੇ ਨੇ। ਸਭ ਤੋਂ ਔਖਾ ਕੰਮ ਹੁੰਦਾ ਹੈ ਉਹਨਾਂ ਲੋਕਾਂ ਨੂੰ ਆਸਰਾ ਦੇਣਾ। ਸੋ ਅੱਜ ਸਾਡੇ ਨਾਲ ਜੋ ਸ਼ਖਸੀਅਤ ਹਨ, ਉਹ ਉਹਨਾਂ ਨੇ ਆਪਣੀ ਜ਼ਿੰਦਗੀ ਕਿਵੇਂ ਦੇਸ਼, ਕੌਮ, ਸਮਾਜ ਦੇ ਲੇਖੇ ਲਾਈ। ਮੇਰੀ ਮੁਰਾਦ ਹੈ ਜੀ, ਅੱਜ ਸਾਡੇ ਨਾਲ ਸੁਸ਼ੋਭਿਤ ਨੇ ਬਹੁਤ ਹੀ ਮਾਣਮੱਤੀ ਸ਼ਖਸੀਅਤ, ਜਿਨ੍ਹਾਂ ਦੀ ਮੈਂ ਕੋਈ ਜਾਣ ਪਹਿਚਾਣ ਨਹੀਂ ਕਰਵਾਉਣਾ ਚਾਹੁੰਦੀ। ਉਹਨਾਂ ਦਾ ਜਿਹੜਾ 5 ਅੱਖਰਾਂ ਦਾ ਨਾਮ ਹੈ ਉਹੀ ਸਭ ਕੁਝ ਹੈ। ਮੇਰੀ ਮੁਰਾਦ ਹੈ ਜੀ ਡਾਕਟਰ ਇੰਦਰਜੀਤ ਕੌਰ ਜੀ ਸਾਡੇ ਨਾਲ ਸੁਸ਼ੋਭਿਤ ਨੇ। ਸੋ ਮੈਡਮ, ਤੁਹਾਡਾ ਦਿਲੀ ਇਸਤਕਬਾਲ ਕਰਦੀ ਹਾਂ ਮੈਂ, ਔਰ ਬਹੁਤ ਜੀ ਆਇਆਂ ਨੂੰ ਤੁਹਾਨੂੰ ਜੀ ਅੱਜ ਰੰਗ FM ਪ੍ਰੋਗਰਾਮ ਦੇ ਵਿੱਚ। ਤੁਸੀਂ ਸਾਡੇ ਸੱਦੇ ਨੂੰ ਪ੍ਰਵਾਨ ਕਰਦੇ ਹੋਏ ਵਕਤ ਕੱਢਿਆ ਹੈ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈ। ਸੋ ਬਹੁਤ ਬਹੁਤ ਜੀ ਆਇਆਂ ਮੈਡਮ ਇੰਦਰਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਸੀਂ ਆਪਣਾ ਸੁਭਾਗ ਸਮਝਦੇ ਹਾਂ ਜੀ, ਔਰ ਸਭ ਤੋਂ ਪਹਿਲਾਂ ਤੇ ਮੇਰੇ ਸਿਜਦਾ ਹੈ ਆਪ ਜੀ ਨੂੰ, ਭਗਤ ਜੀ ਨੂੰ, ਪਿੰਗਲਵਾੜਾ ਸੰਸਥਾ ਨੂੰ, ਔਰ ਉੱਥੋਂ ਦੇ ਹਰ ਉਸ ਸੇਵਾਦਾਰ ਨੂੰ ਜੋ ਹਮੇਸ਼ਾ ਹੀ ਉੱਥੇ ਕਾਰਜਸ਼ੀਲ ਰਹਿੰਦੇ ਨੇ, ਜਿਨ੍ਹਾਂ ਦੀ ਜ਼ਿੰਦਗੀ ਵੱਲ ਵੇਖ ਕੇ, ਜਿਨ੍ਹਾਂ ਦੇ ਕੰਮਾਂ ਵੱਲ ਵੇਖ ਕੇ ਹਮੇਸ਼ਾ ਹੀ ਪ੍ਰੇਰਨਾ ਮਿਲਦੀ ਹੈ। ਸਾਡੇ ਨਾਲ ਸਾਡੇ ਰੰਗ FM ਦੇ ਬਹੁਤ ਹੀ ਰੂਹੇ ਰਵਾ ਮੈਡਮ ਦੀਪ ਸੰਧੂ ਜੀ, ਉਹਨਾਂ ਦਾ ਵੀ ਸਿਜਦਾ ਹੈ ਜੀ ਇਸ ਤੁਹਾਡੀ ਸੰਸਥਾ ਨੂੰ, ਸਾਰਿਆਂ ਨੂੰ, ਔਰ ਉੱਥੇ ਹਰ ਉਸ ਪਰਿਵਾਰ ਦੇ ਮੈਂਬਰ ਨੂੰ ਜੋ ਇਸ ਸੰਸਥਾ ਦੇ ਨਾਲ ਸੰਬੰਧਿਤ ਹੈ। ਸੋ ਅਸੀਂ ਆਪਣੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਮੈਡਮ, ਕਿ ਜਿਵੇਂ ਪਿੰਗਲਵਾੜਾ ਦਾ ਜਦੋਂ ਨਾਮ ਆਉਂਦਾ ਹੈ ਤਾਂ ਸਾਡੇ ਜ਼ਿਹਨ ਦੇ ਵਿੱਚ ਤਸਵੀਰ ਬਣ ਜਾਂਦੀ ਹੈ ਉਹਨਾਂ ਲੋਕਾਂ ਦੀ ਜਿਹੜੇ ਮੁਹਤਾਜ ਹੁੰਦੇ ਨੇ, ਕਿਉਂਕਿ ਵਾਹਿਗੁਰੂ ਨੇ ਸਾਨੂੰ ਹਜ਼ਾਰ ਨਿਆਮਤਾਂ ਦੇ ਕੇ ਨਿਵਾਜਿਆ ਹੈ ਤੇ ਫਿਰ ਵੀ ਅਸੀਂ ਗਿਲੇ ਕਰਦੇ ਰਹਿੰਦੇ ਹਾਂ। ਪਰੰਤੂ ਉਹ ਲੋਕ ਜਿਨ੍ਹਾਂ ਨੂੰ ਘਰ ਦੇ ਵੀ ਨਹੀਂ ਸਵੀਕਾਰਦੇ, ਔਰ ਕਈ ਵਾਰ ਉਹ ਘਰਾਂ ਤੋਂ ਬਾਹਰ ਛੱਡ ਜਾਂਦੇ ਨੇ, ਔਰ ਦੁਖੀਆਂ ਉਹਨਾਂ ਦਰਦੀਆਂ ਨੂੰ ਘਰ ਦੇਣ ਵਾਲਾ, ਉਹਨਾਂ ਨੂੰ ਸ਼ਰਨ ਦੇਣ ਵਾਲਾ ਇਹ ਪਿੰਗਲਵਾੜਾ। ਉਸ ਪਿੰਗਲਵਾੜੇ ਦੇ ਨਾਲ ਤੁਹਾਡਾ ਰਾਬਤਾ, ਉਹ ਸੰਸਥਾ ਨੂੰ ਤੁਸੀਂ ਸਮਰਪਿਤ। ਸੋ ਮੈਡਮ, ਸ਼ੁਰੂਆਤ ਕਰਦੇ ਹਾਂ ਜੀ ਇਸੇ ਗੱਲ ਤੋਂ ਹੀ ਕਿ ਤੁਹਾਡੇ ਜ਼ਿਹਨ ਦੇ ਵਿੱਚ ਇਹ ਕਦੋਂ ਆਇਆ, ਜਾਂ ਤੁਸੀਂ ਕਦੋਂ ਸੋਚਿਆ, ਜਾਂ ਕਿਵੇਂ ਤੁਹਾਡੇ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਉਹ ਮਹਾਨ ਸ਼ਖਸੀਅਤ ਭਗਤ ਜੀ, ਜਿਨ੍ਹਾਂ ਨੂੰ ਦੁਨੀਆ ਸਲਾਮ ਕਰਦੀ ਹੈ, ਕਿ ਤੁਸੀਂ ਉਹਨਾਂ ਦੇ ਨਾਲ ਸੇਵਾ ਦੇ ਵਿੱਚ ਇਸ ਪਿੰਗਲਵਾੜਾ ਦੇ ਵਿੱਚ ਕਦੋਂ ਦਾਖਲ ਹੋਏ? ਆਪਣੀ ਇਸ ਜ਼ਿੰਦਗੀ ਦੇ ਮੁੱਢਲੇ ਪੜਾਅ ਬਾਰੇ ਸਾਡੇ ਨਾਲ ਸਭ ਤੋਂ ਪਹਿਲਾਂ ਤੁਸੀਂ ਗੱਲ ਸ਼ੁਰੂ ਕਰੋ। ਪਿੰਗਲਵਾੜਾ ਦੇ ਵਿੱਚ ਮੇਰੇ ਪਿਤਾ ਜੀ ਨੇ ਭਗਤ ਜੀ ਬਾਰੇ ਦੱਸਿਆ ਸੀਗਾ, ਕਿਉਂਕਿ ਜੀ ਸਿੱਖੀ ਦੇ ਵਿੱਚ ਸੇਵਾ ਤੇ ਸਿਮਰਨ ਦੋ ਬਹੁਤ ਜ਼ਰੂਰੀ ਗੱਲਾਂ ਨੇ ਜੀ। ਔਰ ਉਹ ਮੈਨੂੰ ਆਪ ਪੱਕੇ ਗੁਰਸਿੱਖ ਸੀਗੇ, ਪ੍ਰੈਕਟੀਕਲ ਗੁਰਸਿੱਖ ਸੀਗੇ ਮੇਰੇ ਪਿਤਾ ਜੀ। ਤੇ ਮੈਨੂੰ ਉਹਨਾਂ ਨੇ ਫਿਰ ਭਗਤ ਜੀ ਬਾਰੇ ਦੱਸਿਆ, ਸੇਵਾ ਬਾਰੇ ਦੱਸਿਆ ਵੀ ਏਦਾਂ ਸੇਵਾ ਕਰਦੇ ਆ ਜੀ। ਤੇ ਭਾਈ ਵੀਰ ਸਿੰਘ ਜੀ ਦਾ ਨਾਵਲ ਸੀਗਾ, ਉਹ ਪੜਾਇਆ ਮੈਨੂੰ ਜੀ। ਸੁਭਾਗ ਜੀ ਦਾ ਸਰਦਾਰ ਹੱਥੀ ਬਾਬਾ ਨੌ ਸਿੰਘ ਜੀ। ਮੇਰੇ ਮਨ ਵਿੱਚ ਦੋਨਾਂ ਸ਼ਖਸੀਅਤਾਂ ਨੂੰ ਮਿਲਣ ਦੀ ਇੱਛਾ ਪੈਦਾ ਹੋਈ। ਉਦੋਂ ਮੈਂ ਜੇ ਸਟੂਡੈਂਟ ਸੀਗੀ ਜਦੋਂ ਦੀ ਇਹ ਗੱਲ ਹੈਗੀ ਹੈ। ਜੀ। ਤੇ ਮੈਂ ਫਿਰ ਭਗਤ ਜੀ ਕੋਲ
ਭਾਈ ਵੀਰ ਸਿੰਘ ਤੇ ਚੜ੍ਹਾਈ ਕਰ ਗਏ ਸੀਗੇ ਜੀ ਜਦੋਂ ਮੈਂ ਛੋਟੀ ਸੀ। ਫਿਰ ਮੇਰੇ ਮਨ ਚ ਆਇਆ ਵੀ ਭਗਤ ਜੀ ਨੂੰ ਜ਼ਰੂਰ ਮਿਲਣਾ ਚਾਹੀਦਾ। ਜੀ ਫਿਰ ਮੈਂ ਡਾਕਟਰ ਬਣ ਕੇ ਇੱਕ ਵਾਰੀ ਫਿਰ ਆਈ ਇੱਥੇ ਅੰਮ੍ਰਿਤਸਰ ਵਿੱਚ, ਤੇ ਕਿਸੇ ਨਾਲ ਆਈ, ਪਰ ਮੇਰਾ ਮਨ ਤਾਂ ਸਿਰਫ ਭਗਤ ਜੀ ਨੂੰ ਮਿਲਣ ਦਾ ਹੀ ਸੀਗਾ। ਜੀ ਪਹਿਲੀ ਵਾਰੀ ਮੈਂ ਬਹੁਤ ਜ਼ਿਆਦਾ ਇੰਪ੍ਰੈਸ ਹੋਈ ਭਗਤ ਜੀ ਤੋਂ। ਤੇ ਲਿਟਰੇਚਰ ਜਾਂਦਾ ਰਹਿੰਦਾ ਹੁੰਦਾ ਸੀ ਸਾਡੇ ਘਰ, ਜੀ ਕਿਉਂਕਿ ਪਾਪਾ ਜੀ ਦੀ ਕਲੀਨਿਕ ਦੇ ਉੱਤੇ ਡੋਨੇਸ਼ਨ ਬਾਕਸ ਪਿਆ ਸੀ, ਹਰ ਮਹੀਨੇ ਲਿਟਰੇਚਰ ਜਾਂਦਾ ਸੀਗਾ ਜੀ ਭਗਤ ਜੀ ਦਾ। ਤੇ ਉਹ ਪਾਪਾ ਜੀ ਆ ਵੀ ਪੜ੍ਹਦੇ ਸੀ ਤੇ ਸਾਨੂੰ ਵੀ ਪੜ੍ਹਾਉਂਦੇ ਸੀ। ਤਾਂ ਮੈਂ ਭਗਤ ਜੀ ਨੂੰ ਕਿਹਾ ਕਿ ਪਾਪਾ ਜੀ, ਮੈਂ ਤੁਹਾਡਾ ਲਿਟਰੇਚਰ ਪੜ੍ਹਿਆ, ਜੀ ਤੁਸੀਂ ਉਹਦੇ ਚ ਲਿਖਿਆ ਹੋਇਆ ਇਟ ਇਜ਼ ਨਾਟ ਦਾ ਪ੍ਰੋਫੈਸ਼ਨ ਵਿਚ ਮੇਕਸ ਦਾ ਡਿਗਨਿਟੀ ਆਫ ਦਾ ਮੈਨ, ਜੀ ਇਟ ਇਜ਼ ਦਾ ਮੈਨ ਹੂ ਮੇਕਸ ਦਾ ਡਿਗਨਿਟੀ ਆਫ ਦੀ ਪ੍ਰੋਫੈਸ਼ਨ। ਜੀ ਤਾੜੀ ਮਾਰ ਕੇ ਕਹਿੰਦੇ ਹਾਂ ਹਾਂ, ਗੁਰੂ ਨਾਨਕ ਦੇਵ ਜੀ ਨੇ ਖੇਤੀ ਵੱਡੀ ਉਮਰ ਵਿੱਚ ਕੀ ਕਰਕੇ ਖੇਤੀ ਨੂੰ ਉੱਤਮ ਕਰ ਦਿੱਤਾ। ਜੀ ਫਿਰ ਬਹੁਤ ਸਾਰਾ ਸਾਹਿਤ ਦੇ ਦਿੱਤਾ ਭਗਤ ਜੀ ਨੇ, ਆਹ ਪੜ੍ਹ ਉਹ ਪੜ੍ਹੀ। ਤਾਂ ਉਸ ਤੋਂ ਬਾਅਦ ਚਲੀ ਗਈ ਮੈਂ, ਤੇ ਫਿਰ ਦੁਬਾਰਾ ਇੱਕ ਵਾਰੀ 2-3 ਵਾਰੀ ਮੈਂ ਇਸ ਤਰ੍ਹਾਂ ਹੀ ਭਗਤ ਜੀ ਨੂੰ ਮਿਲਣ ਵਾਸਤੇ ਆਈ। ਜੀ ਤੇ 1975 ਚ ਮੇਰੇ ਫਾਦਰ ਐਕਸਪਾਇਰ ਹੋ ਗਏ। ਜੀ ਮੈਂ ਬਹੁਤ ਜ਼ਿਆਦਾ ਅਟੈਚਡ ਸੀ ਉਹਨਾਂ ਨਾਲ, ਤੇ ਬੜਾ ਘਾਟਾ ਮਹਿਸੂਸ ਹੋਇਆ। ਜੀ ਤਾਂ ਫਿਰ ਮੈਨੂੰ ਲੱਗਿਆ ਵੀ ਕਿਸੇ ਮਹਾਂਪੁਰਖ ਦਾ ਸਾਡੇ ਸਿਰ ਤੇ ਹੱਥ ਹੋਣਾ ਚਾਹੀਦਾ, ਸਾਡੇ ਭੈਣ ਭਰਾਵਾਂ ਤੇ, ਤਾਂ ਕਿ ਅਸੀਂ ਚੰਗੇ ਕੰਮ ਕਰਦੇ ਰਹੀਏ। ਤਾਂ ਭੋਗ ਦੇ ਉੱਤੇ ਮੈਂ ਭਗਤ ਜੀ ਨੂੰ ਬੁਲਾਇਆ ਵੀ ਤੁਸੀਂ ਜ਼ਰੂਰ ਆਓ। ਜੀ ਕੁਛ ਕੁਦਰਤ ਵੱਲੋਂ ਸਾਰਾ ਗੱਲ ਬਣਨੀ ਸੀਗੀ। ਉਦਾਂ ਭਗਤ ਜੀ ਇੰਨਾ ਤਾਂ ਕਿਤੇ ਨਹੀਂ ਸੀ ਜਲਦੀ ਜਾਂਦੇ, ਪਰ ਫਿਰ ਆ ਕੇ ਭੋਗ ਦੇ ਉੱਤੇ 2-3 ਦਿਨ ਰਹੇ। ਜੀ ਉਹਨਾਂ ਨੇ ਮੈਨੂੰ ਕਿਹਾ ਕਾਲਜ ਚ ਮੇਰਾ ਲੈਕਚਰ ਕਰਾਇਆ, ਫਿਰ ਲੈਕਚਰ ਕਰਾਇਆ। ਇਸ ਤਰ੍ਹਾਂ ਲੈਕਚਰ ਚ ਵੀ ਬੜੀ ਗੱਲ ਇੱਕ ਇੰਪੋਰਟੈਂਟ ਸੀ, ਜੇ ਮੈਨੂੰ ਹੁਣ ਤੱਕ ਯਾਦ ਆ। ਜੀ ਸਾਰੇ ਪ੍ਰੋਫੈਸਰ ਜਿਹੜੇ ਕਾਲਜ ਦੇ ਸਟੂਡੈਂਟਸ ਲੈਕਚਰ ਅਟੈਂਡ ਕਰ ਰਹੇ ਸੀ। ਭਗਤ ਜੀ ਨੇ ਕਿਹਾ ਵੀ ਜਿਹੜੀ ਹੈ ਨਾ ਵੀ ਕਾਣੀ ਵੰਡ ਨਹੀਂ ਹੋਣੀ ਚਾਹੀਦੀ ਸਮਾਜ ਦੇ ਵਿੱਚ, ਜੀ ਸਾਰਿਆਂ ਨੂੰ ਮਤਲਬ ਮਿਲਣਾ ਚਾਹੀਦਾ, ਬੇਸਿਕ ਨੀਡ ਸਾਰਿਆਂ ਦੀਆਂ ਪੂਰੀਆਂ ਹੋਣੀਆਂ ਚਾਹੀਦੀਆਂ। ਜੀ ਜੇ ਪਾੜਾ ਜ਼ਿਆਦਾ ਹੋਏਗਾ ਅਮੀਰ ਗਰੀਬ ਦੇ ਵਿੱਚ, ਤੇ ਅਮੀਰ ਸੋਚ ਲੈਣ ਵੀ ਜੇ ਪਰੌਂਠੇ ਖਾਂਦੇ ਨੇ, ਪੂੜੀਆਂ ਖਾਂਦੇ ਨੇ, ਤਾਂ ਉਹਨਾਂ ਨੂੰ ਇਹ ਸੋਚ ਲੈਣਾ ਚਾਹੀਦਾ ਵੀ ਗੁਆਂਢ ਦੇ ਵਿੱਚ ਰੋਟੀ ਪੱਕਦੀ ਹੈ। ਜੀ ਜੇ ਗੁਆਂਢੀਆਂ ਦੇ ਘਰ ਰੋਟੀ ਨਹੀਂ ਪੱਕਦੀ ਤੇ ਉਹਨਾਂ ਦਾ ਕੋਈ ਹੱਕ ਨਹੀਂ ਪੂੜੀਆਂ ਜਾਂ ਪਰੌਂਠੇ ਖਾਣ ਦਾ। ਤੇ ਜੇ ਉਹ ਗਰੀਬ ਖੋਹ ਕੇ ਲੈ ਜਾਣ ਤਾਂ ਮੈਂ ਉਹਨਾਂ ਦੇ ਹੱਕ ਵਿੱਚ ਹੋਵਾਂਗਾ। ਗੱਲ ਤਾਂ ਮਤਲਬ ਇਹ ਸੀ ਵੀ ਜਿਹੜੀ ਪੈਸੇ ਦੀ ਕਾਣੀ ਵੰਡ ਨਹੀਂ ਹੋਣੀ ਚਾਹੀਦੀ, ਸਾਰਿਆਂ ਨੂੰ ਸਾਰਿਆਂ ਦੇ ਬੇਸਿਕ ਨੀਡਸ ਪੂਰੀਆਂ ਹੋਣੀਆਂ ਚਾਹੀਦੀਆਂ ਨੇ। ਜੀ ਤੇ ਇਸ ਤਰ੍ਹਾਂ ਦੇ ਬਾਬਾ ਜੀ ਪੜ੍ਹਦੇ ਬਹੁਤ ਸੀਗੇ, ਬਹੁਤ ਸਾਰੇ ਫਿਲੋਸਫਰ ਉਹਨਾਂ ਨੇ ਪੜ੍ਹੇ। ਡਾਕਟਰ ਐਲਬਰਟ ਸਵਿਟਜ਼ਰ ਹੈ, ਪਲੈਟੋ ਹੈ, ਐਮਰਸਨ ਹੈ, ਜੀ ਬਹੁਤ ਸਾਰੇ ਨੇ ਜਿਨ੍ਹਾਂ ਦੇ ਮੈਨੂੰ ਨਾਮ ਹੀ ਨਹੀਂ ਪਤਾ ਹੈਗੇ, ਸੀਸਰੋ ਹੈ। ਜੀ ਉਹਨਾਂ ਨੂੰ ਬਹੁਤ ਕੋਟ ਕਰਦੇ ਹੁੰਦੇ ਸੀ ਆਪਣੇ ਲੈਕਚਰ ਦੇ ਵਿੱਚ। ਜੀ ਔਰ ਸਭ ਤੋਂ ਵੱਡੇ ਪਰਚੇਜ਼ਰ ਸੀਗੇ ਨੈਸ਼ਨਲ ਬੁੱਕ ਦਾ, ਜਦੋਂ ਬੁੱਕ ਫੇਅਰ ਲੱਗਦਾ ਸੀ ਦਿੱਲੀ ਵਿੱਚ, ਤਾਂ ਸਭ ਤੋਂ ਵੱਧ ਕਿਤਾਬਾਂ ਖਰੀਦਣ ਵਾਲਾ ਭਗਤ ਪੂਰਨ ਸਿੰਘ ਹੁੰਦੇ ਸੀ। ਜੀ ਤੇ ਪੜ੍ਹਦੇ ਵੀ ਸੀ ਉਹਨਾਂ ਸਾਰੀਆਂ ਕਿਤਾਬਾਂ ਨੂੰ। ਬੜੀ ਅਜੀਬ ਗੱਲ ਹੈ ਕਿ ਇੰਨੇ ਕੰਮ ਦੇ ਵਿੱਚ ਇੰਨਾ ਪੜ੍ਹ ਗਏ। ਜੀ ਇਹ 8 ਅਖਬਾਰਾਂ ਰੋਜ਼ ਪੜ੍ਹਦੇ ਸੀ, 8 ਅਖਬਾਰਾਂ। ਫਿਰ ਕਹਿੰਦੇ ਸੀ ਮੇਰੇ ਜਿੰਨਾ ਅਮੀਰ ਆਦਮੀ ਕੌਣ ਆ, ਵਾਹ ਜੀ 8 ਅਖਬਾਰਾਂ ਪੜ੍ਹਦਾ ਮੈਂ। ਹੈ ਕੋਈ ਇੰਨਾ ਅਮੀਰ ਆਦਮੀ ਜਿਹੜਾ ਰੋਜ਼ 8 ਅਖਬਾਰਾਂ ਪੜ੍ਹਦਾ ਹੋਵੇ? ਕੀ ਬਾਤ ਇੱਕ ਵਾਰੀ ਸੰਗਰੂਰ ਬੈਠੇ ਸੀ ਘਰ, ਜੀ ਤੇ ਹੱਸ ਕੇ ਕਹਿਣ ਲੱਗੇ ਵੀ ਮੈਂ ਦੁਨੀਆ ਦਾ ਬਾਦਸ਼ਾਹ। ਅਸੀਂ ਸਾਰੇ ਹੱਸਣ ਲੱਗ ਗਏ, ਕਿਉਂਕਿ ਉਹ ਇਹੋ ਜਿਹੇ ਸਾਦੇ ਮੁਰਾਦੇ ਤਾਂ ਰਹਿੰਦੇ ਹੀ ਸੀਗੇ। ਕੱਪੜੇ ਬਹੁਤ ਚਿੱਟੇ ਨਹੀਂ ਪਾਉਣੇ, ਇਹ ਉਹਨਾਂ ਦੀ ਅਸੂਲ ਸੀਗਾ, ਬਹੁਤ ਚਿੱਟੇ ਨਹੀਂ ਪਾਉਣੇ ਕੱਪੜੇ, ਤਾਂ ਕਿ ਗਰੀਬ ਤੋਂ ਦੂਰ ਨਾ ਰਹਿਣ। ਜੀ ਤੇ ਅਸੀਂ ਹੱਸਦੇ ਕਿਉਂ, ਜਦੋਂ ਸਾਰੀ ਦੁਨੀਆ ਦਾ ਫਿਕਰ, ਸਾਰੀ ਦੁਨੀਆ ਦਾ ਬਾਦਸ਼ਾਹ। ਜੀ ਇਸ ਤਰ੍ਹਾਂ ਮਤਲਬ ਇਹੋ ਜਿਹੀਆਂ ਕਈ ਗੱਲਾਂ ਉਹਨਾਂ ਦੀਆਂ ਐਸੀਆਂ ਸੀ ਜਿਹੜੀਆਂ ਤੁਹਾਨੂੰ ਮੋਹ ਲੈਂਦੀਆਂ ਸੀਗੀਆਂ। ਜੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਇੱਕ ਚਿੱਠੀ ਲਿਖੀ, ਭੋਗ ਤੋਂ ਬਾਅਦ ਮੈਨੂੰ ਇੱਕ ਚਿੱਠੀ ਲਿਖੀ। ਜੀ ਜੋ ਮੇਰੀ ਇੱਛਾ ਸੀਗੀ ਉਹ ਪੂਰੀ ਹੋ ਗਈ, ਰੱਬ ਨੇ ਇੱਛਾ ਪੂਰੀ ਕਰਤੀ। ਜੀ ਤੇ ਉਹਨਾਂ ਨੇ ਚਿੱਠੀ 'ਚ ਲਿਖਿਆ ਕਿ ਤੁਸੀਂ ਸਾਰੇ ਭੈਣ ਭਰਾਵਾਂ ਨੇ ਧੀਆਂ ਪੁੱਤਰਾਂ ਦੇ ਰੂਪ 'ਚ ਪੇਸ਼ ਹੋ ਕੇ ਮੈਨੂੰ ਪਰਿਵਾਰ ਤੋਂ ਸੱਖਣਾ ਨਹੀਂ ਰਹਿਣ ਦਿੱਤਾ। ਜੀ ਇਹ ਮਹਿਸੂਸ ਕਰਦੇ ਸੀ ਕਿ ਮੇਰਾ ਪਰਿਵਾਰ ਨਹੀਂ ਹੈ, ਮਤਲਬ ਮਾਂ ਤੋਂ ਬਿਨਾਂ ਹੋਰ ਕੋਈ ਕਿਤੋਂ ਪਿਆਰ ਨਹੀਂ ਮਿਲਿਆ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ। ਇਸ ਕਰਕੇ ਉਹਨਾਂ ਨੂੰ ਇੱਕ ਘਾਟ ਜਿਹੀ ਮਹਿਸੂਸ ਹੁੰਦੀ ਰਹਿੰਦੀ ਸੀ। ਤੇ ਤੁਸੀਂ ਭੈਣ ਭਰਾਵਾਂ ਨੇ ਧੀਆਂ ਪੁੱਤਰਾਂ ਦੇ ਰੂਪ 'ਚ ਪੇਸ਼ ਹੋ ਕੇ ਮੈਨੂੰ ਪਰਿਵਾਰ ਤੋਂ ਸੱਖਣਾ ਨਹੀਂ ਰਹਿਣ ਦਿੱਤਾ। ਅੱਜ ਤੋਂ ਮੈਂ ਆਪਣੇ ਆਪ ਨੂੰ ਤੁਹਾਡੇ ਘਰ ਦਾ ਬਜ਼ੁਰਗ ਸਮਝਦਾ ਹੈਗਾ। ਜੀ ਤੇ ਉਹ ਜੋ ਮੈਂ ਸੋਚਿਆ ਸੀ ਵੀ ਸਾਡੇ ਸਿਰ ਤੇ ਕੋਈ ਹੱਥ ਹੋਵੇ ਮਹਾਨ ਪੁਰਖ ਦਾ, ਤਾਂ ਕਿ ਅਸੀਂ ਭੈਣ ਭਰਾ ਚੰਗੇ ਕੰਮ ਕਰੀਏ, ਜੀ ਉਹ ਰੱਬ ਨੇ ਇੱਛਾ ਪੂਰੀ ਕਰ ਦਿੱਤੀ।
ਫਿਰ ਮੈਂ ਭਗਤ ਜੀ ਕੋਲ ਆਂਦੀ ਰਹੀ, ਕੋਈ ਨਾ ਕੋਈ ਸਮੱਸਿਆਵਾਂ ਆਉਂਦੀਆਂ ਰਹਿੰਦੀਆਂ ਘਰ ਵਿੱਚ ਪਾਪਾ ਜੀ ਤੋਂ ਬਿਨਾਂ, ਜੀ ਤੇ ਸਾਰੀ ਉਹਨਾਂ ਦੀ ਸਲਾਹ ਲੈਣੀ ਹਰ ਕੰਮ ਦੇ ਵਿੱਚ। 15 ਕੁ ਦਿਨਾਂ ਬਾਅਦ ਮੈਂ ਆ ਜਾਂਦੀ ਸੀ ਭਗਤ ਜੀ ਕੋਲ। ਜੀ ਮਤਲਬ ਸਵੇਰੇ ਚੱਲਣਾ, ਸੰਗਰੂਰ ਰਹਿੰਦੀ ਸੀ ਮੈਂ, ਸਵੇਰੇ ਚੱਲਣਾ ਸੰਗਰੂਰ ਤੋਂ, ਫਿਰ ਉਸ ਤੋਂ ਬਾਅਦ 12 ਕੁ ਵਜੇ ਪਹੁੰਚਣਾ, ਫਿਰ ਸ਼ਾਮ ਨੂੰ ਵਾਪਸ ਚੱਲ ਪੈਣਾ ਤੇ ਰਾਤ ਨੂੰ 12 ਵਜੇ ਫਿਰ ਸੰਗਰੂਰ ਪਹੁੰਚਣਾ, ਵਾਹ ਕਿਉਂਕਿ ਘਰ ਵਿੱਚ ਹੋਰ ਕਮਾਉਣ ਵਾਲਾ ਕੋਈ ਹੈ ਨਹੀਂ ਸੀ। ਕਲੀਨਿਕ ਤੇ ਮੈਨੂੰ ਇਹ ਕੰਮ ਕਰਨਾ ਹੁੰਦਾ ਸੀਗਾ। ਜੀ ਤੇ ਇਸ ਤਰ੍ਹਾਂ ਗਵਰਨਮੈਂਟ ਜੋਬ ਮੈਂ 5 ਸਾਲ ਕਰਕੇ ਛੱਡਤੀ ਸੀਗੀ। ਜੀ ਇਸ ਤਰ੍ਹਾਂ ਮੇਰੇ ਭਗਤ ਜੀ ਬਿਮਾਰ ਹੋ ਗਏ 80 ਦੇ ਵਿੱਚ, ਜੀ ਉਹਨਾਂ ਦਾ ਪ੍ਰੋਸਟੇਟ ਤੇ ਆਪਰੇਸ਼ਨ ਹੋਇਆ। ਉਦੋਂ ਮੈਂ ਫਿਰ ਉਹਨਾਂ ਕੋਲ ਰਹੀ, ਉਹ ਤੇ ਕੰਪਲਿਕੇਸ਼ਨਸ ਹੋ ਗਈਆਂ, ਕਾਫੀ ਟਾਈਮ ਲੱਗ ਗਿਆ ਉਹਨਾਂ ਨੂੰ। ਮੈਂ ਉਹਨਾਂ ਦੇ ਕੋਲ ਹੀ ਰਹੀ, ਕਿਉਂਕਿ ਉਹਨਾਂ ਨੇ ਸਾਨੂੰ ਜਦੋਂ ਅਪਣਾ ਹੀ ਲਿਆ ਸੀਗਾ ਵੀ ਤੁਸੀਂ ਮੇਰੇ ਧੀਆ ਪੁੱਤਰ ਹੋ, ਫਿਰ ਸਾਡਾ ਤਾਂ ਫਰਜ਼ ਬਣਦਾ ਹੀ ਸੀ ਉਹਨਾਂ ਕੋਲ ਰਹਿਣ ਦਾ, ਵੀ ਉਹਨਾਂ ਦੀ ਕੇਅਰ ਕਰਨ ਦਾ। ਜੀ ਪਰ ਉਹ ਕਦੇ ਆਪਣੇ ਕਿਸੇ ਕੋਲੋਂ ਆਸ ਨਹੀਂ ਸੀ ਰੱਖਦੇ ਹੈਗੇ, ਜੀ ਕਿਸੇ ਕੋਲੋਂ ਆਸ ਨਹੀਂ ਸੀ ਰੱਖਦੇ। ਉਹਨਾਂ ਨੂੰ ਬੜੀ ਅਜੀਬ ਲੱਗੀ ਵੀ ਇਹ ਕਿਵੇਂ ਆ ਗਈ ਹੈ ਇੱਥੇ, ਕਿਵੇਂ ਮੇਰੇ ਕੋਲ ਰਹੀ ਇੱਥੇ ਆ ਕੇ, ਤੈਨੂੰ ਕਿਹਨੇ ਭੇਜਿਆ ਸੀਗਾ। ਮੈਂ ਕਿਹਾ ਮੈਂ ਇੱਕ ਵਾਰੀ ਵਿੱਚ ਚਲੀ ਗਈ ਸੰਗਰੂਰ 2 ਦਿਨ, ਤਾਂ ਭਗਤ ਜੀ ਪਿੱਛੋਂ ਜ਼ਿਆਦਾ ਢਿੱਲੇ ਹੋ ਗਏ। ਜੀ ਘਰ ਮੈਨੂੰ ਫੋਨ ਆਇਆ ਤਾਂ ਮੈਂ ਰੋਣ ਲੱਗ ਗਈ। ਮੇਰੇ ਮਾਤਾ ਜੀ ਕਹਿੰਦੇ ਰੋਣ ਦੀ ਕੋਈ ਲੋੜ ਨਹੀਂ, ਤੁਸੀਂ ਜਾਓ ਤੇ ਭਗਤ ਜੀ ਜਦ ਤੱਕ ਠੀਕ ਨਹੀਂ ਹੁੰਦੇ ਉੱਥੇ ਹੀ ਰਹੋ ਤੁਸੀਂ। ਜੀ ਫਿਰ ਮੈਂ ਭਗਤ ਜੀ ਕੋਲ ਰਹੀ। ਏਦਾਂ ਉਹਨਾਂ ਨੂੰ ਮਤਲਬ ਇੰਝ ਲੱਗਿਆ ਵੀ ਤੂੰ ਰੱਬ ਦੀ ਪ੍ਰਤੀਨਿਧ ਬਣ ਕੇ ਆਈ ਹੈ। ਮੈਂ ਕਿਉਂਕਿ ਉਹ ਵੀ ਕਿਸੇ ਕੋਲੋਂ ਆਸ ਨਹੀਂ ਸੀ ਰੱਖਦੇ ਕਿ ਮੈਨੂੰ ਕੋਈ ਪੁੱਛੇਗਾ, ਪੁੱਛਦਾ ਵੀ ਕੋਈ ਨਹੀਂ ਸੀਗਾ। ਜੀ ਇੰਨੇ ਲੋਕਾਂ ਦੀ ਸੇਵਾ ਕੀਤੀ ਨਾ, ਤਾਂ ਵੀ ਬਿਮਾਰੀ ਦੇ ਵਿੱਚ ਮੈਂ ਦੇਖਿਆ ਵੀ ਜਿਹੜੇ ਸਾਡੇ ਇੱਥੇ ਸੇਵਾਦਾਰ ਸੀਗੇ, ਚਾਹੇ ਜਨਰਲ ਮੈਨੇਜਰ ਸੀ ਜਾਂ ਕੁਛ ਸੀਗਾ, ਉਹ ਅਫਸਰਾਂ ਵਾਂਗੂ ਜਾ ਕੇ ਹਾਲ ਪੁੱਛਦੇ ਸੀ। ਇਸ ਤਰ੍ਹਾਂ ਘਰ ਵਾਂਗੂ ਨਹੀਂ ਸੀ ਕੋਈ ਵੀ ਕੋਲ ਰਹਿੰਦਾ, ਤੇ ਟੁੱਟੇ ਟੁੱਟੇ ਜਿਹੇ ਸੇਵਾਦਾਰਾਂ ਦੀ ਡਿਊਟੀ ਲਾ ਦਿੰਦੇ ਸੀਗੇ। ਉਸ ਵੇਲੇ ਲੋੜ ਸੀ ਮੇਰੇ ਵਰਗੇ ਸੇਵਾਦਾਰ ਦੀ, ਜਿਹੜਾ ਡਾਕਟਰ ਵੀ ਹੋਵੇ ਤੇ ਡਾਕਟਰ ਵੀ ਜਾਣਦਾ ਹੋਵੇ, ਕੋਈ ਪ੍ਰੋਬਲਮ ਹੋਵੇ ਤੇ ਸਾਂਭ ਵੀ ਲੈਂਦਾ ਹੋਵੇ। ਜੀ ਤਾਂ ਇਸ ਤਰ੍ਹਾਂ ਭਗਤ ਜੀ ਕੋਲ ਮੈਨੂੰ ਤਕਰੀਬਨ 25-26 ਦਿਨ ਰਹਿਣਾ ਪਿਆ ਹਸਪਤਾਲ ਦੇ ਵਿੱਚ। ਜੀ ਫਿਰ ਉਸ ਤੋਂ ਬਾਅਦ ਜਦੋਂ ਜ਼ਿਆਦਾ ਢਿੱਲੇ ਹੋ ਗਏ, ਫਿਰ ਮੈਂ ਨਾਲ ਹੀ ਲੈ ਜਾਂਦੀ ਸੀ ਸੰਗਰੂਰ ਉਹਨਾਂ ਨੂੰ ਆਪਣੇ ਨਾਲ। ਜੀ ਤੇ ਇਸ ਤਰ੍ਹਾਂ ਇੱਕ ਸਾਡਾ ਜਿਹੜਾ ਰਿਲੇਸ਼ਨ ਡਿਵੈਲਪ ਹੋ ਗਿਆ ਪਿਓ ਧੀ ਵਾਲਾ। ਜੀ ਇੱਕ ਵਾਰੀ ਸੰਗਰੂਰ ਗਏ ਤੇ ਮੈਂ ਫਿਰ ਭਗਤ ਜੀ ਨੂੰ ਕਿਹਾ ਵੀ ਹੁਣ ਐਡੀ ਜ਼ਿਆਦਾ ਪ੍ਰੋਬਲਮ ਤਾਂ ਨਹੀਂ ਹੈਗੀ, ਤੇ ਤੁਹਾਨੂੰ ਭੇਜ ਦਿੰਨੀ ਆ ਮੈਂ, ਤੇ ਮੈਂ ਰਹਿ ਜਾਂਦੀ ਹਾਂ ਇੱਥੇ। ਜੀ ਤੇ ਉਹਨਾਂ ਨੇ ਬੜੀ ਵੱਡੀ ਗੱਲ ਕਹਿ ਦਿੱਤੀ। ਜੀ ਉਹ ਕਹਿਣ ਲੱਗੇ ਵੀ I want to die in your presence। ਮਤਲਬ ਉਹਨਾਂ ਦਾ ਇਹ ਸੀ ਵੀ ਅਸਲੀ ਮੈਂ ਰਿਸ਼ਤਾ ਇਕੱਲੇ ਰਹਿਣਾ, ਮਤਲਬ ਇਹੀ ਸੀਗਾ। ਬਹੁਤ ਵੱਡੀ ਗੱਲ ਕਹਿ ਦਿੱਤੀ ਉਹਨਾਂ ਨੇ। ਬਹੁਤ I will not like to be treated alone, rather being I am willing to die in your presence। ਮੈਨੂੰ ਬੜਾ ਔਖਾ ਲੱਗਿਆ। ਜੀ 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 ਮੈਂ ਆਉਣਾ ਸੀ ਰਹੀ ਭਗਤ ਜੀ ਕੋਲ। ਉਸ ਤੋਂ ਬਾਅਦ ਉਹਨਾਂ ਨੇ ਫਿਰ ਬਹੁਤ ਪਿਆਰ ਕਰਨਾ ਸ਼ੁਰੂ ਕਰ ਦਿੱਤਾ, ਚਿੱਠੀਆਂ ਲਿਖਣੀਆਂ ਸ਼ੁਰੂ ਕਰਤੀਆਂ। ਤੇ ਮੈਂ ਕਿਤਾਬ ਵੀ ਇੱਕ ਛਾਪੀ ਜਿਹਦੇ ਚੋਂ ਚਿੱਠੀਆਂ ਬਹੁਤ ਕੀਮਤੀ ਹੈਗੀਆਂ ਸੀ, 40 ਚਿੱਠੀਆਂ ਭਗਤ ਜੀ, ਬਹੁਤ ਲੰਬੀਆਂ ਚਿੱਠੀਆਂ ਲਿਖਦੇ ਸੀਗੇ। ਜੀ ਮੈਨੂੰ ਨਹੀਂ ਇੰਨੀ ਲਿਖਣੀ ਆਉਂਦਾ ਜਿੰਨਾ ਉਹ ਲਿਖਦੇ ਸੀਗੇ। ਮੈਂ ਤਾਂ ਛੋਟਾ ਜਿਹਾ ਜਵਾਬ ਲਿਖਦੀ ਹੁੰਦੀ ਸੀ, ਤੇ ਭਗਤ ਜੀ ਬਹੁਤ ਲੰਬੀਆਂ ਲੰਬੀਆਂ ਚਿੱਠੀਆਂ ਲਿਖਦੇ ਸੀ। ਫਿਰ ਮੈਂ ਉਹ ਮੇਰੇ ਵਾਸਤੇ ਬੜਾ ਵੱਡਾ ਖਜ਼ਾਨਾ ਸੀਗਾ, ਤੇ ਮੈਂ ਫਿਰ ਉਹ ਕਿਤਾਬ ਛਾਪ ਦਿੱਤੀ ਜਿਹਦਾ ਨਾਂ ਸੀ ਪਿਆਰ ਦੀਆਂ ਤੰਦਾਂ। ਜੀ ਤਾਂ ਮੈਂ ਕਿਹਾ ਜਿਹੜਾ ਤੁਸੀਂ ਸਵਾਲ ਪੁੱਛਿਆ, ਸਾਰੇ ਜਣੇ ਇਹੀ ਸਵਾਲ ਪੁੱਛਦੇ, ਤੁਸੀਂ ਕਿਵੇਂ ਆ ਗਏ, ਤੁਸੀਂ ਕਿਵੇਂ ਆ ਗਏ। ਤੇ ਮੈਂ ਉਹ ਸੋਚਿਆ ਵੀ ਕਿਵੇਂ ਇੰਨਾ ਲੰਬਾ ਜਵਾਬ ਦਿਆਂ, ਮੈਂ ਕਿਤਾਬ ਹੀ ਛਾਪ ਦਿੰਦੀ ਹਾਂ। ਵਾਹ ਜੀ ਵਾਹ ਤੇ ਉਹ ਫਿਰ ਕਿਤਾਬ ਉਹ ਲਿਖ ਕੇ ਤੇ ਕਾਫੀ ਛਾਪ ਦਿੱਤੀ। ਮੈਂ ਚਿੱਠੀਆਂ ਓਰੀਜਨਲ ਵੀ ਪਾਤੀਆਂ ਸਕੈਨ ਕਰਕੇ, ਜੀ ਕਿਉਂਕਿ ਭਗਤ ਜੀ ਦੀ ਉਹਦੇ ਚ ਵਡਿਆਈ ਬਹੁਤ, ਚਾਹੇ ਮੈਨੂੰ ਵਡਿਆਉਂਦੇ ਸੀ ਪਰ ਵਡਿਆਈ ਉਹਨਾਂ ਦੀ ਸੀ ਉਸ ਗੱਲ ਬਿਲਕੁਲ ਜੀ ਵਿੱਚ। ਬਿਲਕੁਲ ਸੱਚੀ ਮੁੱਚੀ ਫਿਰ ਉਹਨਾਂ ਨੇ ਬਿੱਲ ਲਿਖ ਦਿੱਤੇ ਮੇਰੇ ਨਾਮ, ਜੀ ਮੈਂਬਰ ਪਾ ਲਿਆ ਮੈਨੂੰ ਜੀ ਪਿੰਗਲਾ ਸੁਸਾਇਟੀ ਚ। ਫਿਰ ਮੇਰੇ ਨਾਮ ਬਿੱਲ ਲਿਖ ਦਿੱਤੇ ਵੀ ਉਹ ਕਨਸਟੀਟਿਊਸ਼ਨ ਸੀ ਪਿੰਗਲਵਾੜੇ ਦੇ ਵਿੱਚ ਲਿਖਿਆ ਸੀ ਵੀ ਜਿਉਂਦੇ ਜੀ ਜਿਹੜਾ ਪੈਟਰਨ ਪ੍ਰੈਜ਼ੀਡੈਂਟ ਬਿੱਲ ਲਿਖ ਸਕਦਾ ਜਾਂ ਕਿਉਂਕਿ ਨੂੰ ਸਕਸੈਸਰ ਹੋਣਾ। ਉਹ ਫਿਰ ਹੌਲੀ ਹੌਲੀ ਉਹਨਾਂ ਨੇ ਫਿਰ ਜਿਹੜੀ ਬਿੱਲ ਲਿਖ ਦਿੱਤੀ। ਫਿਰ 92 ਚ ਭਗਤ ਜੀ ਸਾਥ ਛੱਡ ਗਏ ਸਾਡਾ, ਜੀ ਸਰੀਰਕ ਤੌਰ ਤੇ, ਆਤਮਿਕ ਤੌਰ ਤੇ ਤਾਂ ਹਜੇ ਵੀ ਨਾਲ ਹੀ ਨੇ ਸਾਡੇ। ਬਿਲਕੁਲ ਜੀ ਬਿਲਕੁਲ ਉਹ ਫਿਰ ਜ਼ਿੰਮੇਵਾਰੀ ਪਿੰਗਲਵਾੜੇ ਦੀ ਫਿਰ ਮੋਢਿਆਂ ਤੇ ਆਣ ਪਈ। ਜੀ ਬਸ ਇਸ ਤਰ੍ਹਾਂ ਫਿਰ ਕਿਉਂਕਿ ਭਗਤ ਜੀ ਤੁਸੀਂ ਐਡੀ ਬਾਕਮਾਲ ਸੀ ਕਿ ਜਦੋਂ ਮੈਡਮ ਤੁਸੀਂ ਗੱਲ ਕਰ ਰਹੇ ਜੇ ਨਾ, ਤੇ ਮੈਨੂੰ ਇੰਜ ਮਹਿਸੂਸ ਹੋ ਰਿਹਾ ਕਿ ਜਿਵੇਂ ਭਗਤ ਜੀ ਸਾਡੇ ਨਾਲ ਗੱਲਾਂ ਕਰ ਰਹੇ ਨੇ,
ਤੇ ਇੰਜ ਲੱਗ ਰਿਹਾ ਜਿਵੇਂ ਤੁਸੀਂ ਕਹਿ ਰਹੇ ਨੇ ਕਿ ਤੁਹਾਡੇ ਨਾਲ ਬਹੁਤ ਪਿਆਰ ਸੀ, ਐਵੇਂ ਮੋਹ ਦੀਆਂ ਤੰਦਾਂ ਜੁੜੀਆਂ ਹੋਈਆਂ ਸੀ, ਜਿਵੇਂ ਤੁਸੀਂ ਭਾਵੁਕ ਹੋ ਰਹੇ ਜੀ। ਇੰਜ ਲੱਗ ਰਿਹਾ ਕਿ ਜਿਵੇਂ ਸਾਡੇ ਸਿਰ ਤੇ ਉਹ ਹੱਥ ਰੱਖ ਰਹੇ ਨੇ, ਜਿਵੇਂ ਉਹ ਸਾਰੀਆਂ ਗੱਲਾਂ ਉਹ ਸਾਡੇ ਨਾਲ ਕਰ ਰਹੇ ਨੇ ਸਾਡੇ। ਔਰ ਇੰਨਾ ਆਨੰਦ ਆ ਰਿਹਾ, ਇੰਨੇ ਸਰਸ਼ਾਰ ਹੋ ਰਹੇ ਤੁਸੀਂ ਤੁਹਾਡੀਆਂ ਗੱਲਾਂ ਸੀ ਸੁਣ ਕੇ, ਕਿ ਉਸ ਰੱਬ ਵਰਗੀ ਰੂਹ ਦੇ ਨਾਲ ਤੁਸੀਂ ਕਿੰਨਾ ਲੰਮਾ ਸਮਾਂ ਗੁਜ਼ਾਰਿਆ ਉਹਨਾਂ ਦੀ ਸੇਵਾ ਦੇ ਵਿੱਚ, ਔਰ ਜੋ ਉਹਨਾਂ ਦਾ ਸਮਰਪਣ ਸੀ ਸੰਸਥਾ ਦੇ ਲਈ, ਕਿਵੇਂ ਉਹਨਾਂ ਨੇ ਉਸ ਸੰਸਥਾ ਦੀ ਸ਼ੁਰੂਆਤ ਕੀਤੀ, ਕਿਵੇਂ 10-50 ਸਰਕਾਰਾਂ ਦੇ ਨਾਲ ਕਿਵੇਂ ਸਿੱਧੀਆਂ ਸਿੱਧੀਆਂ ਗੱਲਾਂ ਕਰਨੀਆਂ, ਕਈ ਤਰ੍ਹਾਂ ਦੀਆਂ ਮੁਸ਼ਕਲਾਂ ਉਹਨਾਂ ਨੂੰ ਆਈਆਂ ਜਦੋਂ ਉਹਨਾਂ ਨੇ ਪਿੰਗਲਵਾੜਾ ਸੰਸਥਾ ਬਣਾਈ। ਔਰ ਉਹਦੇ ਵਿੱਚ ਵੀ ਹਮੇਸ਼ਾ ਹੀ ਉਹਨਾਂ ਨੇ ਤਰਜੀਹ ਦਿੱਤੀ ਆਪਣੇ ਜਿਹੜੇ ਪਿੰਗਲਵਾੜਾ ਦੇ ਨਾਲ ਸੰਬੰਧਿਤ ਮਰੀਜ਼ ਹੁੰਦੇ ਸੀਗੇ ਜਾਂ ਉੱਥੇ ਰਹਿਣ ਵਾਲੇ ਲੋਕ ਹੁੰਦੇ ਸੀ, ਬੇਸਹਾਰਾ ਲੋਕਾਂ ਦਾ ਆਸਰਾ ਕਿਵੇਂ ਬਣੇ। ਸੱਚੀ ਮੁੱਚੀ ਮੈਡਮ ਤੁਹਾਡੀਆਂ ਗੱਲਾਂ ਰੂਹ ਨੂੰ ਟੁੰਬ ਰਹੀਆਂ ਨੇ, ਔਰ ਮੈਨੂੰ ਇੰਜ ਲੱਗ ਰਿਹਾ ਕਿ ਇੰਨਾ ਕੁ ਆਨੰਦ ਆ ਰਿਹਾ ਹੈ, ਇੰਨਾ ਕੁ ਸਕੂਨ ਮਹਿਸੂਸ ਹੋ ਰਿਹਾ ਹੈ ਕਿ ਜਦੋਂ ਸੱਚੀ ਤੁਸੀਂ ਵਿਹਾਰਕ ਪੱਧਰ ਤੇ ਕੰਮ ਕਰਨ ਵਾਲੇ ਲੋਕਾਂ ਦੇ ਨਾਲ ਵਾਬਸਤਾ ਹੁੰਦੇ ਜੇ, ਜਦੋਂ ਉਹਨਾਂ ਦੇ ਨਾਲ ਗੱਲਾਂ ਕਰਦੇ ਜੇ, ਤਾਂ ਇੰਜ ਲੱਗਦਾ ਹੈ ਕਿ ਕਾਸ਼ ਅਸੀਂ ਵੀ ਕੁਝ ਸਮਾਜ ਦੇ ਲਈ, ਲੋਕਾਂ ਦੇ ਲਈ ਕੁਝ ਕਰ ਸਕੀਏ। ਤਾਂ ਮੈਨੂੰ ਪੂਰਨ ਆਸ ਹੈ ਕਿ ਸਾਡੇ ਜਿਹੜੇ ਸਰੋਤੇ, ਸਾਡੇ ਦਰਸ਼ਕ ਇਸ ਟਾਈਮ ਤੇ ਫੇਸਬੁੱਕ ਤੇ ਲਾਈਵ ਸਾਡੇ ਨਾਲ ਜੁੜੇ ਹੋਏ ਨੇ, ਉਹ ਵੀ ਜ਼ਰੂਰ ਹੀ ਤੁਹਾਡੀਆਂ ਗੱਲਾਂ ਤੋਂ ਆਨੰਦ ਔਰ ਖੇੜਾ ਜਿਹੜਾ ਮਹਿਸੂਸ ਕਰ ਰਹੇ ਨੇ, ਔਰ ਸਾਰੇ ਹੀ ਇਸ ਵਕਤ ਭਗਤ ਪੂਰਨ ਸਿੰਘ ਨੂੰ ਆਪਣੇ ਅੰਗ ਸੰਗ ਮਹਿਸੂਸ ਕਰ ਰਹੇ ਨੇ। ਸੋ ਮੈਡਮ ਬਹੁਤ ਹੀ ਦਿਲਚਸਪ ਬਿਰਤਾਂਤ ਤੁਸੀਂ ਸੁਣਾਇਆ ਆਪਣੀ ਜ਼ਿੰਦਗੀ ਦਾ, ਜਿਹਦੇ ਵਿੱਚ ਤੁਸੀਂ ਕਿਵੇਂ ਪਿੰਗਲਵਾੜਾ ਦੇ ਨਾਲ ਜੁੜੇ, ਕਿਵੇਂ ਤੁਸੀਂ ਇਸ ਸੰਸਥਾ ਦੇ ਨਾਲ ਜੁੜੇ, ਕਿਵੇਂ ਭਗਤ ਜੀ ਦੇ ਨਾਲ ਤੁਸੀਂ ਸਮਾਂ ਬਿਤਾਇਆ। ਸੱਚੀ ਮੁੱਚੀ ਬਹੁਤ ਵੱਡੀਆਂ ਪ੍ਰਾਪਤੀਆਂ ਨੇ, ਔਰ ਮੈਨੂੰ ਲੱਗਦਾ ਹੈ ਕਿ ਪ੍ਰਮਾਤਮਾ ਨੇ ਤੁਹਾਨੂੰ ਇਹ ਸ਼ੁਰੂ ਤੋਂ ਹੀ ਇਹ ਦਾਤ ਨਾਲ ਨਿਵਾਜ਼ ਦਿੱਤਾ ਕਿ ਤੁਸੀਂ ਉਸ ਰੱਬੀ ਰੂਹ, ਉਸ ਨੇਕ ਰੂਹ ਦੇ ਨਾਲ ਹਮੇਸ਼ਾ ਰਹਿਣਾ ਹੈ। ਸੋ ਅਸੀਂ ਭਾਗਾਂ ਵਾਲੇ ਹਾਂ ਕਿ ਅੱਜ ਤੁਹਾਡੇ ਨਾਲ ਜੁੜੇ ਹੋਏ ਹਾਂ ਤੇ ਤੁਹਾਡੇ ਨਾਲ ਗੱਲਾਂ ਕਰ ਰਹੇ ਹਾਂ। ਸੋ ਮੈਡਮ ਜਿਵੇਂ ਅਸੀਂ ਗੱਲਬਾਤ ਤੁਸੀਂ ਕਰ ਹੀ ਰਹੇ ਸੀ, ਇਹਨੂੰ ਅੱਗੇ ਲੈ ਕੇ ਜਾਂਦੇ, ਫਿਰ ਕੰਟੀਨਿਊ ਕਰਦੇ ਹਾਂ ਕਿ ਜਦੋਂ ਖਾਸ ਤੌਰ ਤੇ ਭਗਤ ਜੀ ਦਾ ਜੀਵਨ ਸੀ ਜਿਹੜਾ, ਜਦੋਂ ਉਹਨਾਂ ਨੇ ਇਸ ਸੰਸਥਾ ਦੀ ਸੇਵਾ ਤੁਹਾਡੇ ਜ਼ਿੰਮੇ ਲਾ ਦਿੱਤੀ, ਤੇ ਜ਼ਾਹਿਰ ਹੈ ਕਿ ਜਦੋਂ ਤੁਸੀਂ ਕੋਈ ਸੇਵਾ ਸੰਭਾਲਦੇ ਜੇ ਤਾਂ ਉਹਦੇ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ, ਬਹੁਤ ਸਾਰੀਆਂ ਚੁਣੌਤੀਆਂ ਵੀ ਖੜੀਆਂ ਹੁੰਦੀਆਂ ਨੇ। ਤੇ ਜਦੋਂ ਇੱਕ ਬੀਇੰਗ ਔਰਤ ਤੁਸੀਂ ਕਿਸੇ ਸੰਸਥਾ ਦੀ ਨੁਮਾਇੰਦਗੀ ਕਰਦੇ ਜੇ, ਉੱਥੇ ਵੀ ਕਈ ਤਰ੍ਹਾਂ ਦੇ ਖਿਆਲ, ਕਈ ਤਰ੍ਹਾਂ ਦੇ ਹਾਲਾਤ, ਕਈ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਹਨ, ਤੇ ਉਹ ਤੁਹਾਡੇ ਵੀ ਰੂਬਰੂ ਕਈ ਤਰ੍ਹਾਂ ਦੇ ਮਸਲੇ ਹੋਏ ਹੋਣਗੇ। ਸੋ ਉਹਨਾਂ ਚੁਣੌਤੀਆਂ ਨੂੰ ਤੁਸੀਂ ਕਿਵੇਂ ਸਰ ਕੀਤਾ, ਔਰ ਕਿਵੇਂ ਇਸ ਸੰਸਥਾ ਨੂੰ ਤੁਸੀਂ ਅੱਜ ਤੱਕ, ਜਿੱਥੇ ਅਸੀਂ ਅੱਜ ਪਹੁੰਚੇ ਹੋਏ ਹਾਂ, ਉੱਥੇ ਤੱਕ ਕਿਵੇਂ ਪਹੁੰਚੇ, ਔਰ ਉਹਨਾਂ ਬਾਰੇ ਵੀ ਆਪਣੀਆਂ ਗੱਲਾਂ ਜ਼ਰੂਰ ਕੁਝ ਸਾਡੇ ਨਾਲ ਸਾਂਝੀ। ਸ਼ੁਰੂ ਵਿੱਚ ਭਗਤ ਜੀ ਦੀਆਂ ਕਿਤਾਬਾਂ ਜਿਹੜੀਆਂ ਪੜ੍ਹਨੀਆਂ, ਉਹਨਾਂ ਨੇ ਜਿਵੇਂ ਲਿਖਿਆ ਕਿ 8 ਸਾਲ ਕਦੇ ਕਰਨ ਦਾ ਟਾਈਮ ਨਹੀਂ ਮਿਲਿਆ ਮੈਨੂੰ, ਜਿਹੜਾ ਵੱਜ ਗਿਆ। ਤਾਂ ਮਤਲਬ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ ਸੀ ਵੀ ਕਿੱਦਾਂ ਦੇ ਲੱਗਦੇ ਹੋਣੇ ਬਾਬਾ ਜੀ। ਤੇ ਫਿਰ ਇੱਕ ਵਾਰੀ ਪਿੰਗਲਵਾੜੇ ਦੀ ਸਫਾਈ ਕਰਦਿਆਂ ਵਾਰਡ ਦੇ ਵਿੱਚ ਸੰਦੂਕੜੀ ਚੋਂ ਫੋਟੋਆਂ ਲੱਭੀਆਂ ਸਾਨੂੰ, ਜਿਹਦੇ ਵਿੱਚ ਉਹਨਾਂ ਦੀਆਂ ਪੁਰਾਣੀਆਂ ਫੋਟੋਆਂ ਸੀ, ਜਿਹਦੇ ਜਟਾਂ ਵੱਜੀਆਂ ਹੋਈਆਂ, ਪਾਟੇ ਕੱਪੜੇ ਹੋਏ। ਫਿਰ ਲੱਗਿਆ ਵੀ ਭਗਤ ਜੀ ਬਹੁਤ ਮਹਾਨ ਸੀਗੇ। ਲੋਕਾਂ ਨੇ ਉਹਨਾਂ ਪਛਾਣਿਆ ਨਹੀਂ ਹੈਗਾ ਜਿੰਨੇ ਮਹਾਨ ਸੀਗੇ ਭਗਤ ਜੀ। ਬਿਲਕੁਲ ਜੀ। ਸਤਿਕਾਰ ਤਾਂ ਬਹੁਤ ਕਰਦੇ ਲੋਕੀ, ਪਰ ਪਿਆਰ ਨਹੀਂ ਕੋਈ ਕਰਦਾ ਸੀਗਾ। ਪਿਆਰ ਤੇ ਸਤਿਕਾਰ 'ਚ ਬਹੁਤ ਫਰਕ ਹੈ। ਹਰ ਇੱਕ ਨੂੰ, ਰੱਬ ਨੂੰ ਵੀ ਪਿਆਰ ਚਾਹੀਦਾ। ਭਗਤ ਰਵਿਦਾਸ ਜੀ ਨੇ ਕਿਹਾ, ਜਬ हम बाधे मोह फास प्रेम बदन तुम बाते अपने छूटन को पाओ करो तुम हम छूटे तुम्हारा दे। ਰੱਬ ਨੂੰ ਕਹਿੰਦੇ ਵੀ ਤੂੰ ਆਪਣੇ, ਜੇ ਤੂੰ ਅਸੀਂ ਮੋਹ 'ਚ ਫਸਿਆ, ਤੂੰ ਵੀ ਪਿਆਰ 'ਚ ਫਸਿਆ ਹੋਇਆ, ਤੂੰ ਆਪਣੇ ਛੁੱਟਣ ਦਾ ਪ੍ਰਬੰਧ ਕਰ, ਸੀ ਤੇ ਤੈਨੂੰ ਯਾਦ ਕਰਕੇ ਛੁੱਟ ਜਾਵਾਂਗੇ। ਸੋ ਇਸ ਤਰ੍ਹਾਂ ਭਗਤ ਜੀ ਨੂੰ ਇੱਕ ਪਿਆਰ ਦੀ ਵੀ ਲੋੜ ਸੀਗੀ। ਇੱਕ ਫਿਰ ਕਿਉਂਕਿ ਉਹ ਕਹਿੰਦੇ ਸੀ ਕਿ ਮੈਂ ਤਾਂ ਮਾਂ ਹੀ ਦੇਖੀ ਹੈ ਪਿਆਰ ਕਰਦੀ। ਫਿਰ ਜਦੋਂ ਆਪਰੇਸ਼ਨ ਤੋਂ ਬਾਅਦ ਥੋੜੇ ਠੀਕ ਹੋਏ ਤਾਂ ਫਿਰ ਮੈਨੂੰ ਮਾਂ ਹੀ ਕਹਿਣ ਲੱਗ ਪਈ। ਮੈਂ ਕਿਹਾ, ਮੈਂ ਭਗਤ ਜੀ ਨੇ, ਇਹ ਗਲਤ ਗੱਲ ਹੈਗੀ ਹੈ, ਧੀਆਂ ਵੀ ਪਿਆਰ ਕਰਦੀਆਂ, ਇਕੱਲੇ ਮਾਂ ਨਹੀਂ ਕਰਦੀਆਂ। ਕਹਿੰਦੇ ਮੈਂ ਤਾਂ ਮਾਂ ਦਾ ਹੀ ਦੇਖਿਆ ਹੈਗਾ। ਮੈਂ ਕਿਹਾ ਫਿਰ ਮੈਨੂੰ ਤੁਹਾਡਾ ਪਿਆਰ ਨਹੀਂ ਆਉਂਦਾ ਜੋ ਤੁਸੀਂ ਏਦਾਂ ਕਰਦੇ ਹੋ। ਫਿਰ ਉਹਨਾਂ ਨੇ ਹਟ ਕੇ ਕਹਿਣਾ। ਤਾਂ ਇਸ ਤਰ੍ਹਾਂ ਹਮੇਸ਼ਾ ਖੜਾਵਾਂ ਪਾਉਂਦੇ ਸੀਗੇ। ਤੇ ਮੈਂ ਕਿਹਾ, ਬਾਬਾ ਜੀ ਤੁਸੀਂ ਹੁਣ ਖੜਾਵਾਂ ਪਾਉਂਦੇ ਹੋ, ਪੱਥਰ ਲੱਗਣ ਲੱਗ ਗਿਆ ਹਰ ਇੱਕ ਥਾਂ ਤੇ, ਪੌੜੀਆਂ 'ਚ ਵੀ ਪੱਥਰ ਲਾ ਦਿੰਦੇ ਆ ਲੋਕੀ, ਤੇ ਜਦੋਂ ਤੁਸੀਂ ਡਿੱਗ ਪਏ ਨਾ ਤੇ ਹੱਡੀ ਟੁੱਟ ਗਈ ਤੇ ਫਿਰ ਬਹੁਤ ਔਖਾ ਹੋਏਗਾ। ਕਿਰਪਾ ਕਰਕੇ ਖੜਾਵਾਂ ਲਾ ਦਿਓ। ਤੇ ਜੇ ਤੁਸੀਂ ਨਹੀਂ ਪਾਣੀ, ਉਹ ਕਹਿੰਦੇ ਵੀ ਮੈਂ ਚਮੜੇ ਦੀ ਜੁੱਤੀ ਨਹੀਂ ਪਾਣੀ, ਕਿਉਂਕਿ ਚਮੜਾ ਜਿਹੜਾ ਨਰਮ ਹੈ ਨਾ, ਉਹ ਜਾਨਵਰਾਂ ਨੂੰ, ਜਿਉਂਦੇ ਜਾਨਵਰਾਂ ਦੇ ਉੱਤੇ ਗਰਮ ਪਾਣੀ ਪਾ ਕੇ ਤੇ ਉਹਨਾਂ ਨੂੰ ਛਾਂਟਾ ਮਾਰਦੇ।
ਤਾਂ ਉਹ ਕਰੋਮ ਬਣਦਾ ਤਾਂ ਮੈਂ ਨਹੀਂ, ਉਹ ਚਮੜਾ ਨਹੀਂ ਮੈਂ ਪਾਣਾ ਹੈਗਾ। ਜੀ ਤਾਂ ਫਿਰ ਮੈਂ ਕਿਹਾ ਚਮੜਾ ਨਹੀਂ ਪਾਣਾ ਤਾਂ ਤੁਸੀਂ ਜੁੱਤੀ ਪਾ ਲਓ, ਦੂਜੀ ਕੱਪੜੇ ਦੇ ਪਾ ਲਓ, ਕੱਪੜੇ ਦੇ ਮਿਲ ਜਾਂਦੀ ਗੁਰਗਾਪੀ। ਫਿਰ ਮੈਂ ਉਹਨੂੰ ਕੱਪੜੇ ਦੀ ਗੁਰਗਾਪੀ ਲੈ ਕੇ ਦਿੱਤੀ। ਉਹਨਾਂ ਨੂੰ ਖੜਾਵਾਂ ਪਾਉਣ ਦੀ ਆਦਤ ਸੀ, ਭੱਜ ਭੱਜ ਕੇ ਜਾਣ ਦੀ, ਉਹਨਾਂ ਪਿੱਛੋਂ ਅੱਡੀ ਕੱਟ ਦੇਣੀ ਤੇ ਉਹ ਗੁਰਗਾਪੀ ਨੂੰ ਵੀ ਮਤਲਬ ਕਿਸਮ ਦੀਆਂ ਜਿਵੇਂ ਖੜਾਵਾਂ ਹੀ ਬਣਾ ਲੈਣੀਆਂ। ਜੀ ਇਸ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਿ ਭਗਤ ਜੀ ਕੋਲ ਸਿੱਖਣ ਵਾਲੀਆਂ ਸੀਗੀਆਂ। ਤੇ ਉਹਨਾਂ ਨੇ ਗੁਰਬਾਣੀ ਪੜ੍ਹੀ ਤਾਂ ਉਹਦੇ ਤਿੰਨ ਬਿਨ ਚੱਲ ਕੇ ਵਿਖਾਇਆ, ਨੀਚਾ ਅੰਦਰ ਨੀਚ ਜਾਤ, ਨੀਚੀ ਹੂਮਤ ਨੀਚ, ਨਾਨਕ ਤਿਨ ਕੇ ਸੰਗ ਸਾਥ ਵੱਡਿਆਂ ਸੋ ਕਿਆ ਰੀਸ, ਜਿੱਥੇ ਨੀਚ ਸੰਭਾਲੀ ਤਿੱਥੇ ਨਦਰ ਤੇਰੀ ਬਖਸ਼ੀਸ਼। ਬਿਲਕੁਲ ਇਹੀ ਸਾਡਾ ਇਨਸਿਗਨੀਆ ਪਿੰਗਲਵਾੜੇ ਦਾ, ਜਿੱਥੇ ਨੀਚ ਸੰਭਾਲੀ ਤਿੱਥੇ ਨਦਰ ਤੇਰੀ ਬਖਸ਼ੀਸ਼। ਜੀ 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 ਫਿਰ ਬਿਲਕੁਲ ਉਹਨਾਂ ਨੇ ਜਿਹੜਾ ਜੀ ਹੰਕਾਰ ਤੋਂ ਮਤਲਬ ਕਿਵੇਂ ਆਪਣੇ ਆਪ ਨੂੰ ਜੀ ਪੰਜਾਂ ਤੋਂ ਹੀ ਪੰਜਾਂ ਤੇ ਹੀ ਬੜਾ ਕਾਬੂ ਸੀ। ਭਗਤ ਜੀ ਦਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਕੋਈ ਵੀ ਨੇੜੇ ਨਹੀਂ ਲੱਗਿਆ ਉਹਨਾਂ ਨੂੰ। ਜੀ ਇਹ ਬੜੀ ਵੱਡੀ ਗੱਲ ਸੀ, ਗੁਰਬਾਣੀ ਚ ਵੀ ਲਿਖਿਆ, ਜਿਹਨੇ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀ ਰੇ। ਜੀ ਇਹ ਜਿਹੜੀਆਂ ਪੰਜ ਵੱਡੀਆਂ ਬਿਮਾਰੀਆਂ ਸਾਰੇ ਧਰਮ ਗ੍ਰੰਥਾਂ ਸਾਡਿਆਂ 'ਚ ਲਿਖਿਆ ਹੋਇਆ, ਜੀ ਭਗਤ ਜੀ ਏਡੇ ਬਲੀ ਸੀ ਜਿਨ੍ਹਾਂ ਨੇ ਇਹ ਮਤਲਬ ਕਾਬੂ ਚ ਰੱਖਿਆ ਇਹਨਾਂ ਨੂੰ ਪੰਜਾਂ ਨੂੰ। ਬਿਲਕੁਲ ਫਿਰ ਗੁਰੂ ਨਾਨਕ ਪਾਤਸ਼ਾਹ ਨੂੰ ਯਾਦ ਕਰ ਦਿੰਦੇ ਸੀ, ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ। ਜਦੋਂ ਗੁਰੂ ਨਾਨਕ ਦੇਵ ਜੀ ਆਪਣੇ ਆਪ ਨੂੰ ਰੱਬ ਦਾ ਮੁੱਲ ਖਰੀਦਿਆ ਹੋਇਆ ਗੁਲਾਮ ਸਮਝਦੇ ਆ, ਤੇ ਅਸੀਂ ਕਿਹੜੇ ਵਿਚਾਰੇ ਹੈਗੇ। ਜੀ ਜੀ ਫਿਰ ਚਿੱਟੇ ਕੱਪੜੇ ਕਿਉਂ ਨਹੀਂ ਪਾਣੇ, ਜੀ ਬਹੁਤੇ ਚਿੱਟੇ ਕੱਪੜੇ ਕਿਉਂ ਨਹੀਂ ਪਾਣੇ, ਇਸੇ ਕਰਕੇ ਨਹੀਂ ਪਾਣੇ ਕਿ ਫਿਰ ਗਰੀਬ ਨੇੜੇ ਨਹੀਂ ਆਉਂਦਾ ਤੁਹਾਡੇ। ਜੀ ਖੱਦਰ ਪਾਣਾ ਹਮੇਸ਼ਾ, ਕਿਉਂਕਿ ਇੰਪਲੋਇਮੈਂਟ ਮਿਲਦੀ ਹੈ ਲੋਕਾਂ ਨੂੰ। ਬੀਬੀ ਘਰ ਬੈਠੀ ਖੱਦਰ ਕੱਤਦੀ ਹੈ, ਉਹਨੂੰ ਬੱਚੇ ਨੂੰ ਪਾ ਲੈਂਦੀ ਹੈ, ਪੱਠੇ ਵੀ ਪਾ ਦਿੰਦੀ ਹੈ, ਬੱਚੇ ਨੂੰ ਦੁੱਧ ਵੀ ਪਿਆ ਲੈਂਦੀ ਹੈ, ਨਾਲ ਚਰਖਾ ਵੀ ਕੱਤ ਲੈਂਦੀ ਹੈ। ਤੇ ਜੇ ਇਸਲਾਮੇਰੀਆਂ ਜਾਂਦੀਆਂ ਨੇ ਤੇ ਬਹੁਤ ਬੁਰਾ ਹਾਲ ਹੁੰਦਾ ਬੀਬੀਆਂ ਦਾ। ਇਸ ਕਰਕੇ ਸਾਨੂੰ ਖੱਦਰ ਹੀ ਪਾਉਣਾ ਚਾਹੀਦਾ। ਜੀ ਤੇ ਬਿਲਕੁਲ ਖੱਦਰ ਦੇ ਬਹੁਤ ਮਤਲਬ ਪੱਕੇ ਸੀ, ਤੇ ਸਮਾਲ ਸਕੇਲ ਇੰਡਸਟਰੀਜ਼ ਤੇ ਬਹੁਤ ਪ੍ਰਚਾਰ ਕਰਦੇ ਸੀ ਵੀ ਹਰੇਕ ਨੂੰ ਇੰਪਲੋਇਮੈਂਟ ਮਿਲੇ। ਤਾਂ ਬਹੁਤ ਦੂਰ ਅੰਦੇਸ਼ੀ ਬਹੁਤ ਸੀ ਭਗਤ ਜੀ, ਇਹ ਨਹੀਂ ਵੀ ਸਿਰਫ ਉਹਨਾਂ ਨੇ ਕਿਲੇ ਮਰੀਜ਼ ਹੀ ਸਾਂਭੇ ਆ, ਉਹਨਾਂ ਨੇ ਤਾਂ ਫਿਰ ਹਰ ਇੱਕ ਦੇ ਵਿੱਚ ਰੱਬ ਦਾ ਰੂਪ ਦੇਖਿਆ। ਬਿਲਕੁਲ ਜੀ ਬਿਲਕੁਲ ਇਹ ਮਾਂ ਨੇ ਪੱਕਾ ਕਰ ਦਿੱਤਾ ਵੀ ਰੱਬ ਸਾਰੇ ਜੀਆਂ 'ਚ ਵੱਸਦਾ ਹੈ। ਜੀ ਉਹ ਗੱਲ ਪੱਕੀ ਹੋ ਗਈ ਤਾਂ ਇਹ ਰੱਬ ਦੀ ਸੇਵਾ ਕਰਦੇ ਸੀ, ਇਹ ਕਿਹੜਾ ਲੋਕਾਂ ਦੀ ਸੇਵਾ ਕਰਦੇ ਸੀਗੇ। ਬਿਲਕੁਲ ਜੀ ਬਿਲਕੁਲ ਜਦੋਂ ਸ਼ੁਰੂ 'ਚ ਤਾਂ ਫੁੱਟਪਾਥ ਤੋਂ ਹੀ ਸ਼ੁਰੂ ਕੀਤਾ ਕੰਮ, ਜਦੋਂ ਉੱਥੇ ਅੰਮ੍ਰਿਤਸਰ ਆਏ ਜੀ ਤੇ ਫੁੱਟਪਾਥ ਦੇ ਉੱਤੇ ਰਾਤ ਨੂੰ ਨੀਚੇ ਗਰਮੀ ਹੁੰਦੀ, ਫੁੱਟਪਾਥ ਤਪਿਆ ਹੁੰਦਾ, ਉੱਤੇ ਸੇਕ ਪੈਂਦਾ, ਮੱਖੀਆਂ ਮੱਛਰ ਹੁੰਦੇ। ਜੀ ਉਹਨਾਂ ਹਾਲਾਤਾਂ ਵਿੱਚ ਵੀ ਭਗਤ ਜੀ ਡੋਲੇ ਨਹੀਂ। ਟੱਟੀਆਂ ਵਾਲੇ ਕੱਪੜੇ ਮਰੀਜ਼ਾਂ ਦੇ ਆਪ ਧੋਣੇ, ਕਿਉਂਕਿ ਕੋਈ ਸੇਵਾਦਾਰ ਨਹੀਂ ਸੀ ਇਹੋ ਜਿਹੇ ਕੰਮਾਂ 'ਚ ਲੱਗਦਾ, ਜਲਦੀ ਕੋਈ ਲੱਭਦਾ ਨਹੀਂ ਸੀ ਹੈਗਾ। ਜੀ ਜੀ ਮਰੀਜ਼ਾਂ ਵਾਸਤੇ ਮੰਗ ਕੇ ਰੋਟੀਆਂ ਲਿਆਣੀਆਂ, ਹਸਪਤਾਲ ਲੈ ਕੇ ਜਾਣਾ, ਦਵਾਈਆਂ ਦਵਾਉਣੀਆਂ। 8 ਸਾਲ ਕੰਘੀ ਕਰਨ ਦਾ ਸਮਾਂ ਨਹੀਂ ਮਿਲਿਆ ਹੈਗਾ, ਟੱਟਾਂ ਵੱਜ ਗਈਆਂ। ਜੀ ਜਦੋਂ ਅਸੀਂ ਫੋਟੋਆਂ ਕਬਾੜ ਦੇ ਵਿੱਚ ਸਾਫ਼ ਕਰ ਰਹੇ ਸੀ, ਉਹਦੇ 'ਚ ਕਿਸੇ ਦੋਕੜੀ 'ਚ ਫੋਟੋਆਂ, ਛੋਟੀਆਂ ਫੋਟੋਆਂ ਵੇਖੀਆਂ, ਵਾਕਿਆ ਹੀ ਉਹ ਅੱਖਾਂ 'ਚੋਂ ਨੀਰ ਬੁੱਕਰਦਾ ਵਾ ਕਿ ਕਿੱਦਾਂ ਹਾਲਾਤ ਸੀ, ਭਗਤ ਜੀ ਨੇ ਕਿਹੜੇ ਹਾਲਾਤਾਂ 'ਚ ਸੇਵਾ ਕੀਤੀ। ਜੀ ਬਿਲਕੁਲ ਜੀ ਬਿਲਕੁਲ ਮੇਰਾ ਦਿਲ ਕਰੇ ਵੀ ਸਾਰੀ ਦੁਨੀਆ ਨੂੰ ਮੈਂ ਦੱਸਦਾ, ਭਗਤ ਜੀ ਤਾਂ ਰੱਬ ਹੀ ਸੀਗੇ ਕਿਸ ਤਰ੍ਹਾਂ ਦੇ। ਆਮ ਬੰਦਾ ਤਾਂ ਇੰਨੀ ਸੇਵਾ ਕਰ ਨਹੀਂ ਸਕਦਾ। ਬਿਲਕੁਲ ਜੀ ਫਿਰ ਉਹ ਫੋਟੋਗ੍ਰਾਫਰ ਨੂੰ ਮਿਲੀ ਮੈਂ, ਜੀ ਕਿਉਂਕਿ ਉਹਨਾਂ ਦਿਨਾਂ 'ਚ ਦੂਜੇ ਤਰੀਕਾ ਸੀ, ਫੋਟੋਆਂ ਦਾ ਨੈਗੇਟਿਵ ਹੁੰਦੇ ਸੀਗੇ, ਫਿਰ ਉਹ ਕੁਦਰਤੀ ਉਹ ਸਾਰੇ ਨੈਗੇਟਿਵ ਸੀਗੇ। ਜੀ ਇੱਕੋ ਉੱਥੇ ਡੁੱਬਦੇ ਛਾਨੇ ਸੀਗੇ, ਬਲੈਕ ਐਂਡ ਵਾਈਟ ਫੋਟੋ ਖਿਚਾਉਣੀਆਂ, ਉਹਨਾਂ ਦੀ ਲੰਬੀ ਉਮਰ ਹੁੰਦੀ ਹੈ, ਇੱਕੋ ਫੋਟੋਗ੍ਰਾਫਰ ਤੋਂ ਜ਼ਿਆਦਾ ਖਿਚਾਉਣੀਆਂ। ਜੀ ਤਾਂ ਮਤਲਬ ਆਪਣਾ ਆਪ ਕੁਛ ਨਹੀਂ ਸੰਭਿਆ। 88 ਸਾਲ ਦੀ ਉਮਰ ਹੋ ਗਈ, ਕੋਈ ਕਮਰਾ ਨਹੀਂ, ਕੋਈ ਅਲਮਾਰੀ ਨਹੀਂ, ਕੋਈ ਟਰੰਕ ਨਹੀਂ, ਪਰ ਨੌਲੇਜ ਇੰਨੀ ਸੀਗੀ ਇੱਕ ਫੋਟੋਗ੍ਰਾਫਰ ਤੋਂ ਫੋਟੋ, ਉਹ ਵੀ ਬਲੈਕ ਐਂਡ ਵਾਈਟ, ਕਿਉਂਕਿ ਬਲੈਕ ਐਂਡ ਵਾਈਟ ਦੀ ਉਮਰ ਜ਼ਿਆਦਾ ਹੁੰਦੀ ਹੈ। ਜੀ ਉਹਨਾਂ ਤੋਂ ਫਿਰ ਮੈਂ ਫੋਟੋਆਂ ਬਣਵਾਈਆਂ। ਫਿਰ ਮੇਰਾ ਦਿਲ ਕਰੇ ਵੀ ਮਿਊਜ਼ੀਅਮ ਬਣਾਦਾ, ਪਹਿਲਾਂ ਨਾਲ ਵੀ ਲੈ ਕੇ ਜਾਣਾ, ਜਿੱਥੇ ਮੈਂ ਜਾਣਾ ਉੱਥੇ ਫੋਟੋਆਂ ਨਾਲ ਤੁਰਦੀ ਫਿਰਦੀ ਬਣਾ ਲਈ ਮੈਂ ਐਗਜ਼ੀਬਿਸ਼ਨ। ਜੀ ਫਿਰ ਹੌਲੀ ਹੌਲੀ ਪਿੰਗਲਵਾੜੇ ਦੇ ਕੰਮ ਵੱਧਦੇ ਗਏ। ਜਿਸ ਤਰ੍ਹਾਂ ਜੀ ਨਰਸਿੰਗ, ਮੇਰਾ ਡਾਕਟਰੀ ਪੇਸ਼ਾ ਹੋਣ ਕਰਕੇ ਨਰਸਿੰਗ ਸਟਾਫ ਰੱਖ ਲਿਆ, ਤੇ ਬਹੁਤ ਸਾਰੇ ਡਾਕਟਰ ਵੀ ਜੁੜ ਗਏ, ਕਈ ਮਰੀਜ਼ ਰਾਜੀ ਹੋਣ ਲੱਗ ਗਏ। ਤੇ ਸਾਨੂੰ ਹਰ ਸਾਲ ਕਈ ਮਰੀਜ਼ਾਂ ਨੂੰ ਘਰ ਭੇਜਣਾ ਠੀਕ ਕਰਕੇ। ਜੀ ਸਫਾਈ ਵੱਲੋਂ ਧਿਆਨ ਰੱਖਣਾ, ਜੀ ਜਦੋਂ ਪਹਿਲਾਂ ਇੰਨੀ ਸਫਾਈ ਨਹੀਂ ਹੁੰਦੀ ਸੀ, ਪਿੰਗਲਵਾੜੇ ਪੈਸਾ ਵੀ ਘੱਟ ਹੁੰਦਾ ਸੀ, ਜੀ ਤੇ ਸੇਵਾਦਾਰ ਵੀ ਨਹੀਂ ਸੀ ਭਗਤ ਜੀ ਨੂੰ ਚੱਜ ਦੇ ਮਿਲਦੇ, ਕੋਈ ਪੜ੍ਹਿਆ ਲਿਖਿਆ ਪੜ੍ਹਨ ਦੀ ਕੋਸ਼ਿਸ਼ ਪੜ੍ਹਦਾ ਹੀ ਨਹੀਂ ਸੀ ਪਿੰਗਲਵਾੜੇ। ਜੀ ਹੌਲੀ ਹੌਲੀ ਜਦੋਂ ਸੁਧਾਰ ਹੋਇਆ ਤਾਂ ਸਾਰੇ ਫਿਰ ਹੁਣ ਫਰਕ ਪੈ ਗਿਆ, ਨਰਸਿੰਗ ਸਟਾਫ ਹੋਣ ਨਾਲ ਦਵਾਈਆਂ ਠੀਕ ਮਿਲਣ ਲੱਗ ਗਈਆਂ, ਮਰੀਜ਼ ਰਾਜੀ ਹੋਣ ਲੱਗ ਗਏ। ਭਗਤ ਜੀ ਵੀ ਆਪਣੀ ਜਿੰਨੀ ਕੁ ਉਹਨਾਂ ਦੀ ਸਮਝ ਸੀ ਉਦੋਂ ਵੱਧ ਹੀ ਕੋਸ਼ਿਸ਼ ਕਰਦੇ ਸੀਗੇ। ਬਿਲਕੁਲ ਜੀ ਬਿਲਕੁਲ ਹਸਪਤਾਲ ਲੈ ਕੇ ਜਾਂਦੇ ਮਰੀਜ਼ਾਂ ਨੂੰ, ਆਪਰੇਸ਼ਨ ਵੀ ਕਰਾਉਂਦੇ, ਦਵਾਈਆਂ ਵੀ ਦਵਾਉਂਦੇ, ਪਰ ਫਿਰ ਵੀ ਨੌਲੇਜ ਨਾਲ ਫਰਕ ਪੈ ਹੀ ਜਾਂਦਾ। ਜੇ ਡਾਕਟਰ ਬੰਦਾ ਤੇ ਉਹਦੇ ਤੇ ਆਮ ਬੰਦੇ ਨਾਲੋਂ ਫਰਕ ਤਾਂ ਪੈਣਾ ਹੀ ਸੀਗਾ। ਜੀ ਜੀ
ਬਿਲਕੁਲ ਜੀ। ਤੋ ਇਸ ਕਰਕੇ ਇੰਪਰੂਵਮੈਂਟ ਹੁੰਦੀ ਗਈ। ਫਿਰ ਅਸੀਂ ਪਿੰਗਲਵਾੜੇ ਦਾ ਪਰਿਵਾਰ ਹੈ, ਉਹਦੇ ਚ ਜੇ ਡੈਫ ਬੱਚੇ ਸੀ ਤੇ ਡੈਫ ਬੱਚਿਆਂ ਦਾ ਸਕੂਲ ਸ਼ੁਰੂ ਕਰ ਲਿਆ। ਜੀ ਜੇ ਸਪੈਸ਼ਲ ਬੱਚੇ ਸੀ ਜਿਨ੍ਹਾਂ ਦਾ ਦਿਮਾਗ ਘੱਟ ਹੁੰਦਾ, ਫਿਰ ਪਹਿਲਾਂ ਤਾਂ ਭਗਤ ਜੀ ਵੇਲੇ ਇੰਨੀ ਅਵੇਅਰਨੈਸ ਹੀ ਨਹੀਂ ਸੀ ਹੈਗੀ, ਨਾ ਪਤਾ ਹੀ ਸੀ ਕਿਸੇ ਨੂੰ ਵੀ ਇਹਨਾਂ ਵਾਸਤੇ ਵੀ ਸਪੈਸ਼ਲ ਐਜੂਕੇਸ਼ਨ ਹੋ ਸਕਦੀ ਹੈ। ਹਾਂਜੀ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਸਪੈਸ਼ਲ ਐਜੂਕੇਸ਼ਨ ਦਾ ਸਕੂਲ ਸ਼ੁਰੂ ਕਰ ਲਿਆ। ਹੁਣ ਜੀ ਸਾਡੇ ਜਿਹੜੇ ਸਪੈਸ਼ਲ ਬੱਚੇ ਨੇ ਉਹਨਾਂ ਚ ਦਿਨ ਚ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ। ਜੀ ਉਹ ਇੰਟਰਨੈਸ਼ਨਲ ਸਪੈਸ਼ਲ 올림픽ਸ ਵਿੱਚ ਖੇਡਣ ਜਾਂਦੇ ਆ। ਜੀ ਡੈਫ ਬੱਚੇ ਵੀ ਬਹੁਤ ਆ, ਉਹਨਾਂ ਦਾ ਡੈਫ ਬੱਚਿਆਂ ਦਾ ਆਪਰੇਸ਼ਨ ਕਰਾਇਆ, ਕੋਕਲੀਅਰ ਇੰਪਲਾਂਟ ਕਹਿੰਦੇ ਆ। ਜੀ ਉਦੋਂ ਮੈਂ ਛੱਡ ਗਿਆ, ਮੈਂ ਇਟ ਵਾਸ ਦ ਹੈਪੀਐਸਟ ਡੇ ਆਫ ਮਾਈ ਲਾਈਫ। ਉਹ ਜੀ ਆਪਰੇਸ਼ਨ ਜਿਹੜਾ ਪੀਜੀਆਈ ਜਾਂ ਏਮਜ਼ ਵਿੱਚ ਹੋਵੇ, ਉਹ ਜੀ ਪਿੰਗਲਵਾੜੇ ਚ ਹੋਵੇ। ਵਾਹ ਜੀ ਕੰਨਾਂ ਦਾ ਆਪਰੇਸ਼ਨ ਜਿਹਦੇ ਨਾਲ ਬੱਚਾ ਸੁਣਨ ਲੱਗ ਜੇ, ਜੀ ਮੇਰੇ ਵਾਸਤੇ ਬੜੀ ਵੱਡੀ ਪ੍ਰਾਪਤੀ ਸੀਗੀ ਉਹ। ਬਿਲਕੁਲ ਜੀ ਬਿਲਕੁਲ। ਤੇ ਇਸ ਤਰ੍ਹਾਂ ਹੀ ਮਤਲਬ ਨਰਸਰੀ, ਕਿਉਂਕਿ ਭਗਤ ਜੀ ਨੇ ਬਹੁਤ ਬੂਟੇ ਲਾਏ। ਅਸੀਂ ਫਿਰ ਪਹਿਲਾਂ ਇੱਧਰੋਂ ਉੱਧਰੋਂ ਬੂਟੇ ਖਰੀਦਦੇ ਸੀ ਨਰਸਰੀਆਂ ਚੋਂ, ਫਿਰ ਉਹ ਮੁੱਕ ਜਾਂਦੇ ਸੀ, ਫਿਰ ਅਸੀਂ ਆਪਣੀ ਨਰਸਰੀ ਸ਼ੁਰੂ ਕਰਤੀ। ਜੀ ਤੇ ਬਹੁਤ ਸਾਰੇ ਤਕਰੀਬਨ ਲੱਖਾਂ ਦੀ ਗਿਣਤੀ ਵਿੱਚ ਅਸੀਂ ਜਿਹੜੇ ਬੂਟੇ ਲਾ ਕੇ ਆਏ। ਅੰਮ੍ਰਿਤਸਰ ਸਕੂਲਾਂ ਦੇ ਵਿੱਚ, ਜੀ ਜਿੱਥੇ ਸ਼ਮਸ਼ਾਨ ਘਾਟਾਂ ਚ, ਗੁਰਦੁਆਰਿਆਂ ਚ, ਜਿਹੜੀਆਂ ਵੀ ਕਾਮਨ ਪਲੇਸਿਸ ਸੀਗੀਆਂ ਜਿੱਥੇ ਕੋਈ ਧਿਆਨ ਦਿੰਦਾ ਸੀਗਾ, ਜੀ ਤੇ ਜਿੱਥੇ ਤੇ ਪ੍ਰਿੰਸੀਪਲ ਚੰਗੇ ਸੀ ਤਾਂ 100% ਪਲ ਜਾਂਦੇ ਸੀ, ਜਿੱਥੇ ਪ੍ਰਿੰਸੀਪਲ ਨਹੀਂ ਅਕਲ ਵਾਲਾ ਹੁੰਦਾ ਸੀ ਉੱਥੇ ਖਰਾਬ ਹੋ ਜਾਂਦੇ ਸੀ ਬੂਟੇ। ਬਿਲਕੁਲ ਜੀ ਬਿਲਕੁਲ। ਪਤਾ ਲੱਗਿਆ ਵੀ ਜਿਹੜੀ ਬੱਚੇ ਮੰਦਬੁੱਧੀ ਕਿਉਂ ਜ਼ਿਆਦਾ ਹੋ ਰਹੇ ਨੇ, ਕੈਂਸਰ ਹੋ ਰਿਹਾ ਹੈ, ਜੀ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ, ਉਹਦਾ ਮੇਨ ਕਾਰਨ ਕੀ ਹੈ। ਜੀ ਜਦੋਂ ਸਾਨੂੰ ਸਟੱਡੀ ਕਰਕੇ ਪਤਾ ਲੱਗਿਆ, ਸੈਮੀਨਾਰ ਕਰਾਏ, ਪਤਾ ਲੱਗਿਆ ਵੀ ਪੈਸਟੀਸਾਈਡ ਦਾ ਬਹੁਤ ਇਫੈਕਟ ਹੈ ਬੱਚਿਆਂ ਦੇ ਦਿਮਾਗ ਦੇ ਉੱਤੇ। ਜੀ ਹੋਰ ਵੀ ਕਈ ਕਾਰਨ ਨੇ ਮੰਦਬੁੱਧੀ ਹੋਣ ਦਾ, ਪਰ ਇਹ ਵੀ ਬਹੁਤ ਵੱਡਾ ਇੱਕ ਕਾਰਨ ਆ ਜਿਹੜੀ ਅਸੀਂ ਜ਼ਹਿਰ ਛਿੜਕਦੇ ਹਾਂ ਜੀ ਫਸਲਾਂ ਦੇ ਉੱਤੇ। ਤੇ ਫਿਰ ਅਸੀਂ ਕੁਦਰਤੀ ਖੇਤੀ ਸ਼ੁਰੂ ਕੀਤੀ। ਜ਼ਮੀਨ ਲਈ ਸੀ, ਸਾਨੂੰ ਅਜੇ ਪਤਾ ਨਹੀਂ ਸੀ ਕੀ ਕਰਨਾ ਹੈਗਾ, ਪਰ ਜੀ ਜਦੋਂ ਸੈਮੀਨਾਰ ਕਰਾਇਆ, ਜਦੋਂ ਇਹ ਪਤਾ ਲੱਗਿਆ ਵੀ ਇਹ ਸਾਰਾ ਕੁਝ ਕੈਂਸਰ ਵੱਧ ਗਿਆ ਹੈ, ਜੀ ਕਿਸਾਨ ਆਤਮ ਹੱਤਿਆ ਕਰਨ ਲੱਗ ਗਏ, ਕਿਉਂਕਿ ਮਹਿੰਗੀ ਬੜੀ ਪੈਂਦੀ ਹੈ ਜਿਹੜੀ ਰਸਾਇਣਕ ਖੇਤੀ ਹੈ, ਜੀ ਜੀ ਬਚਦਾ ਕੁਛ ਨਹੀਂ ਕਿਸਾਨਾਂ ਨੂੰ। ਕਰਜ਼ਾ ਲੈ ਕੇ ਤੇ ਉਹ ਫਿਰ ਖੁਦਕੁਸ਼ੀਆਂ ਵਾਲੇ ਇਸ ਪਾਸੇ ਤੁਰ ਪੈਂਦੇ ਆ। ਬਿਲਕੁਲ ਜੀ ਬੱਚੇ ਮੰਦਬੁੱਧੀ ਪੈਦਾ, ਗਿਣਤੀ ਵੱਧ ਰਹੀ ਦਵਾ ਦਵ। ਇਸ ਤਰ੍ਹਾਂ ਫਿਰ ਅਸੀਂ ਉਹ ਸ਼ੁਰੂ ਜ਼ੀਰੋ ਬਜਟ ਕੁਦਰਤੀ ਖੇਤੀ ਸ਼ੁਰੂ ਕਰਤੀ। ਕਿ ਕਿਸਾਨ ਉਦਾਂ ਤਾਂ ਮੰਨਦੇ ਨਹੀਂ, ਭਗਤ ਜੀ ਤਾਂ ਬਹੁਤ ਦੇਰ ਤੇ ਕਹਿੰਦੇ ਸੀ ਵੀ ਜੀ ਸਾਨੂੰ ਕੁਦਰਤੀ ਖੇਤੀ ਕਰਨੀ ਚਾਹੀਦੀ ਹੈ, ਪਰ ਕੋਈ ਉਹਦਾ ਅਲਟਰਨੇਟਿਵ ਹੀ ਨਹੀਂ ਸੀ ਹੈਗਾ। ਜੀ ਜੀ ਜਿਵੇਂ ਫਿਰ ਅਸੀਂ ਉਹ ਮਾਡਲ ਦਿੱਤਾ ਵੀ ਅਸੀਂ ਇਹ ਮਾਡਲ ਦਿੱਤਾ ਵੀ ਇਹਦੇ ਮੁਤਾਬਕ ਤੁਸੀਂ ਆਪਣੀ ਖੇਤੀ ਕਰੋ, ਜੀ ਤੇ ਤਾਂ ਕਿ ਇਹ ਜਿਹੜੀਆਂ ਅਲਾਮਤਾਂ ਨੇ ਕੈਂਸਰ ਵਰਗੀਆਂ ਘਟ ਜਾਣ, ਜਾਂ ਬੱਚੇ ਮੰਦਬੁੱਧੀ ਨਾ ਪੈਦਾ ਹੋਣ। ਜੀ ਫਿਰ ਮੈਂ ਇੱਕ ਸੀਡੀ ਦੇਖੀ ਜਿਹਦੇ ਚ ਦੇਖਿਆ ਵੀ ਜਿਹੜੇ ਬੱਚੇ ਆ, ਜਿਹੜੇ ਜਿਨ ਲੋਕਾਂ ਦੀਆਂ ਲੱਤਾਂ ਬਾਹਾਂ ਕੱਟ ਜਾਂਦੀਆਂ ਨੇ, ਜੀ ਤੇ ਉਹ ਆਰਟੀਫਿਸ਼ਲ ਲਾਈਆਂ ਜਾਣ ਤੇ ਉਹ ਕਾਫੀ ਕੁਝ ਕਰ ਸਕਦੇ ਆ। ਫਿਰ ਅਸੀਂ ਉਹਨੂੰ ਪ੍ਰੋਸਥੈਟਿਕ ਸੈਂਟਰ ਕਹਿੰਦੇ ਆ, ਫਿਰ ਉਹ ਜੀ ਸ਼ੁਰੂ ਕੀਤਾ ਪਿੰਗਲਵਾੜੇ ਚ, ਵੀ ਫ੍ਰੀ ਲਗਾਉਂਦੇ ਆ। ਜੀ ਪ੍ਰੈਸ ਤਾਂ ਪਹਿਲਾਂ ਹੀ ਲੱਗੀ ਹੋਈ ਸੀ ਭਗਤ ਜੀ ਤੇ ਹੁੰਦੇ ਹੀ, ਪਰ ਪੁਰਾਣੀ ਸੀਗੀ ਤੇ ਭਗਤ ਜੀ ਕਹਿੰਦੇ ਸੀ ਨੇ ਇਹੀ ਰੱਖਣੀ ਹੈ ਕਿਉਂਕਿ ਬਹੁਤੇ ਲੋਕਾਂ ਨੂੰ ਇੰਪਲੋਇਮੈਂਟ ਮਿਲਦੀ ਹੈ। ਜੀ ਪਰ ਹੌਲੀ ਹੌਲੀ ਉਹਦਾ ਸਮਾਨ ਮਿਲਣੋਂ ਹੀ ਹਟ ਗਿਆ। ਫਿਰ ਅਸੀਂ ਆਫਸੈਟ ਸ਼ੁਰੂ ਕੀਤੀ, ਉਹ ਤਾਂ ਹਰ ਸਾਲ ਬਹੁਤ ਸਾਰਾ ਲਿਟਰੇਚਰ ਛਾਪ ਕੇ ਲੋਕਾਂ ਨੂੰ ਜੀ ਜਾਗਰਤ ਕਰਦੇ ਆ। ਕਿਸਾਨਾਂ ਦੇ ਵਿੱਚ ਜਦੋਂ ਅੰਦੋਲਨ ਸੀ, ਬਹੁਤ ਸਾਰਾ ਲਿਟਰੇਚਰ ਛਾਪਿਆ। ਇਹ ਜਿਹੜੇ ਕਾਨੂੰਨ ਸੀਗੇ, ਤਿੰਨੇ ਕਾਨੂੰਨ, ਇਹਨਾਂ ਦਾ ਕੀ ਨੁਕਸਾਨ ਹੈਗਾ ਜੀ ਤੇ ਸਰਕਾਰ ਨੂੰ ਕਿਉਂ ਉਹਨੂੰ ਸ਼ੁਰੂ ਕੀਤਾ ਹੈ। ਬਹੁਤ ਸਾਰੀ ਅਵੇਅਰਨੈਸ ਅਸੀਂ ਪਿੰਗਲਵਾੜੇ ਵੱਲੋਂ ਜੀ ਕਿਸਾਨ ਅੰਦੋਲਨ ਚ ਭੇਜਦੇ ਰਹੇ, ਜਿਹੜੇ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਨੇ ਸਮਾਜ ਵਾਸਤੇ, ਤਾਂ ਜੀ ਕਿ ਉਹ ਉਤਸ਼ਾਹ ਦਿੱਤਾ ਜਾਵੇ ਉਹਨਾਂ ਨੂੰ ਜਿਹੜੇ ਕਿ ਰਾਈਟ ਕੰਮਾਂ ਵਾਸਤੇ ਲੜ ਰਹੇ ਨੇ। ਜੀ ਉਹਨਾਂ ਜੀ ਦੀਆਂ ਜੀਵਨੀਆਂ ਛਾਪ ਕੇ ਵੰਡੀਆਂ। ਇੱਕ ਕੁਲਦੀਪ ਸਿੰਘ ਦੀਪ ਹੈਗੇ ਪਟਿਆਲੇ, ਜੀ ਉਹਨਾਂ ਨੇ ਲਿਖਿਆ ਚਿੱਟੇ ਗੁਲਾਬ ਕਿਤੇ ਮਰਦੇ ਨਹੀਂ। ਤਾਂ ਜੀ ਹਿਟਲਰ ਵੇਲੇ ਦੋ ਬੱਚੇ ਭੈਣ ਭਰਾ ਸੀਗੇ ਜਿਨ੍ਹਾਂ ਨੇ ਪੈਂਫਲੇਟ ਵੰਡਣ ਤੇ ਉਹਨਾਂ ਨੂੰ ਮੌਤ ਦੀ ਸਜ਼ਾ ਮਿਲ ਗਈ ਸੀ। ਜੀ ਉਹ ਪੈਂਫਲੇਟ ਬਹੁਤ ਵੰਡੇ ਸੀ ਤਾਂ ਕਿ ਜਿਹੜੇ ਅੱਜ ਬੱਚੇ ਲੱਚਰ ਗਾਣੇ ਸੁਣਦੇ ਆ, ਲੱਚਰ ਗੀਤ ਸੁਣ ਕੇ ਤੇ ਲੱਚਰ ਜੇ ਡਾਂਸ ਕਰਦੇ ਆ, ਉਹਨਾਂ ਨੂੰ ਕੋਈ ਰਾਹ ਦਿਖਾਇਆ ਜਾਵੇ। ਜੀ ਜਿਹੜੇ ਸਾਡੇ ਬੰਦਿਆਂ ਨੇ ਕ੍ਰਾਂਤੀਕਾਰੀ ਸੀ ਲੋਕ, ਉਹਨਾਂ ਦੀ ਸਿਰਮੈਸ਼ ਵੀ ਲਗਾਈ, ਬੱਚਿਆਂ ਨੂੰ ਦਿਖਾਈ ਜੀ ਆਪਣਾ ਵਿਰਸਾ, ਆਪਣਾ ਸੱਭਿਆਚਾਰ ਤੇ ਸਾਡੇ ਦੇਸ਼ ਦਾ ਭਵਿੱਖ। ਉਹਦਾ ਜੀ ਨਾਂ ਹੀ ਰੱਖਿਆ ਸੀਗਾ ਐਗਜ਼ੀਬਿਸ਼ਨ ਦਾ। ਜੀ ਇਸ ਤਰ੍ਹਾਂ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਜਿਹੜੀਆਂ ਹੈਗੀਆਂ, ਮੰਦਬੁੱਧੀ ਬੱਚੇ ਵੀ ਇੰਟਰਨੈਸ਼ਨਲ ਤੱਕ ਖੇਡ ਕੇ ਆ ਗਏ। ਸਾਡੇ ਵਾਹ ਜੀ 올림픽ਸ ਵਿੱਚ, ਇੰਟਰਨੈਸ਼ਨਲ ਸਪੈਸ਼ਲ 올림픽ਸ ਵਿੱਚ ਖੇਡ ਕੇ ਆਏ ਨੇ, ਇਨਾਮ ਜਿੱਤ ਕੇ ਆਏ ਨੇ, 골ਡ ਮੈਡਲ, ਸਿਲਵਰ ਮੈਡਲ। ਇਹ ਜੀ ਬਹੁਤ ਵੱਡੀਆਂ ਪ੍ਰਾਪਤੀਆਂ ਲੱਗਦੀਆਂ ਸੀ ਮੈਨੂੰ ਵੀ ਸਾਡੇ ਬੱਚੇ ਜਿਹੜੇ ਕਿ ਸੜਕਾਂ ਤੋਂ ਚੁੱਕੇ ਹੋਏ ਇਸ ਬਿਲਕੁਲ ਲੈਵਲ ਤੇ ਪਹੁੰਚ ਗਏ। ਤੇ ਅਸੀਂ ਬਹੁਤ ਖੁਸ਼ੀ ਮਨਾਈ, ਉਹਨਾਂ ਨੂੰ ਬਾਜਿਆਂ ਬੂਜਿਆਂ ਨਾਲ ਅਸੀਂ ਲੈ ਕੇ ਆਏ ਸਟੇਸ਼ਨ ਤੋਂ, ਵਾਹ। ਜਲੂਸ ਦੀ ਸ਼ਕਲ ਦੇ ਵਿੱਚ ਆਪਣੇ ਬੱਚਿਆਂ ਨੂੰ ਵੀ। ਜੀ 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 ਉਹਨਾਂ ਨੇ ਹਿੰਦੁਸਤਾਨ ਦਾ ਵੀ ਮਾਣ ਵਧਾਇਆ, ਪੰਜਾਬ ਦਾ ਵੀ, ਤੇ ਭਗਤ ਪੂਰਨ ਸਿੰਘ ਦਾ ਨਾਮ ਵੀ ਉੱਚਾ ਕੀਤਾ। ਬਿਲਕੁਲ ਜੀ ਤੇ ਇਸ ਤਰ੍ਹਾਂ ਫਿਰ ਉਹਨੂੰ
ਜਿਹੜਾ ਮਤਲਬ ਸਕੂਲ ਨੇ ਸਾਡੇ ਕੋਲ, ਸਪੈਸ਼ਲ ਬੱਚਿਆਂ ਦਾ ਸਕੂਲ, ਡੈਫ ਬੱਚਿਆਂ ਦਾ ਸਕੂਲ ਜੀ ਤੇ ਨਾਰਮਲ ਬੱਚਿਆਂ ਦਾ ਸਕੂਲ। ਕਿਉਂਕਿ ਸਾਡੇ ਬੱਚੇ ਜਿਹੜੇ ਸੀ ਦੂਜੇ ਸਕੂਲਾਂ 'ਚ ਜਾਂਦੇ ਸੀ, ਸਰਕਾਰੀ ਸਕੂਲਾਂ 'ਚ, ਤਾਂ ਜਿਹੜੇ ਹੈਂਡੀਕੈਪ ਸੀ ਉਹ ਵਿਚਾਰੇ ਕਈ ਵਾਰ ਫਸਟ ਫਲੋਰ ਤੇ ਕਲਾਸਾਂ ਲੱਗਦੀਆਂ ਉਡਾ ਨਹੀਂ ਸਕਦੇ ਸੀ। ਜੀ ਅਸੀਂ ਆਪਣੇ ਸਕੂਲ ਸ਼ੁਰੂ ਕਰ ਦਿੱਤਾ, ਪਹਿਲਾਂ ਸਲਾਮੀ ਦੇ ਸ਼ੁਰੂ ਕੀਤਾ, ਫਿਰ ਅਸੀਂ ਮਾਨਾ ਵਾਲੀ ਜਿਹੜੀ ਜਗ੍ਹਾ ਲਈ ਉੱਥੇ ਵੱਡਾ ਸਕੂਲ ਬਣਾਇਆ, ਉੱਥੇ ਸਾਡੇ ਕੋਲ ਬੱਚੇ ਪੜ੍ਹਦੇ ਆ। ਜੀ ਆਪਣੇ ਦੂਜੇ ਗਰੀਬਾਂ ਦੇ ਬੱਚਿਆਂ ਦੇ ਵੀ, ਗਰੀਬ ਬੱਚਿਆਂ ਨੂੰ ਦਾਖਲ ਕੀਤਾ ਜਾਂਦਾ ਸਿਰਫ, ਤੇ ਸਾਰੇ ਸਕੂਲਾਂ ਵਿੱਚ ਫਰੀ ਐਜੂਕੇਸ਼ਨ ਹੈ। ਜੀ ਕਾਪੀਆਂ ਕਿਤਾਬਾਂ ਵੀ, ਟਰਾਂਸਪੋਰਟ ਵੀ, ਕੋਈ ਪੈਸਾ ਕੋਈ ਖਰਚ ਨਹੀਂ ਮਾਂ ਬਾਪ ਦਾ ਹੁੰਦਾ ਉੱਥੇ। ਜੀ ਤੇ ਬਹੁਤ ਸਾਰਾ ਕਿਤਾਬਾਂ ਬਹੁਤ ਛਾਪੀਆਂ ਭਗਤ ਜੀ ਤੋਂ ਬਾਅਦ ਵੀ, ਤਕਰੀਬਨ 270 ਕਿਤਾਬਾਂ ਮੇਰੇ ਕੋਲ ਛਾਪੀਆਂ ਗਈਆਂ। ਤੇ ਕਿਆ ਅਖਬਾਰਾਂ ਪੜ੍ਹ ਕੇ ਉਹਦੇ ਚੋਂ ਜਿਹੜੇ ਜੀ ਅੱਛੇ ਅੱਛੇ ਆਰਟੀਕਲ ਆਉਂਦੇ ਆ ਸਿਹਤ ਬਾਰੇ, এনवायरमेंट ਬਾਰੇ, ਜਾਂ ਅੱਛਾ ਜੀ ਬੱਚਿਆਂ ਦੇ ਬੰਦਿਆਂ ਦੀਆਂ ਜੀਵਨੀਆਂ, ਵਿਲੱਖਣ ਸ਼ਖਸੀਅਤਾਂ। ਤੇ ਜੀ ਭਗਤ ਜੀ ਨੇ ਇੱਕ ਲਿਖਿਆ ਸੀਗਾ ਪੈਂਫਲੇਟ, ਜਤੀ ਸਤੀ ਰਹਿਣ ਵਾਲੇ ਮਨੁੱਖ ਤੇ ਇਸਤਰੀਆਂ। ਜੀ ਉਹਦੇ ਚ ਉਹਨਾਂ ਨੇ ਇੱਕ ਜੀਨ ਐਡਮਸ ਲੇਡੀ ਦਾ ਲਿਖਿਆ ਹੋਇਆ, ਜੀ ਤੇ ਉਹਦੇ ਚ ਲਿਖਿਆ ਵੀ ਉਹ ਅਮਰੀਕਾ ਦੀ ਸੀਗੀ, ਤੇ ਜਦੋਂ ਅਮਰੀਕਾ ਨਵਾਂ ਨਵਾਂ ਵਸਿਆ ਤੇ ਜਿਹੜੇ ਯੂਰਪੀਅਨ ਲੋਕ ਉੱਥੇ ਗਏ ਐਜ਼ ਏ ਜੀ ਰਿਫਿਊਜੀ, ਉਹ ਬਹੁਤ ਔਖੇ ਸੀਗੇ, ਤੇ ਉਹਨਾਂ ਦੀ ਸੇਵਾ ਵਿੱਚ ਉਹਨੇ ਆਪਣਾ ਵਿਆਹ ਵੀ ਨਹੀਂ ਕਰਾਇਆ। ਤੇ ਜੇਨ ਐਡਮਸ ਨੇ ਜੀ ਸੇਵਾ ਕੀਤੀ ਬਹੁਤ, ਬੱਚਿਆਂ ਦੀ ਤੇ ਔਰਤਾਂ ਦੀ। ਫਿਰ ਪੀਸ ਵਾਸਤੇ ਬਹੁਤ, ਉਹ ਜਦੋਂ ਫਸਟ ਵਰਲਡ ਵਾਰ ਹੋਈ ਤਾਂ ਉਹਨੇ ਪੀਸ ਲਈ ਬੜਾ ਕੰਮ ਕੀਤਾ, ਔਰਤਾਂ ਦਾ ਸੰਗਠਨ ਬਣਾਇਆ। ਜੀ ਪਹਿਲਾਂ ਤਾਂ ਜਦੋਂ ਉਹਨਾਂ ਦੇ ਰਾਈਟਸ ਵਾਸਤੇ ਲੜਦੀ ਸੀ ਤਾਂ ਉਹਨੂੰ ਸ਼ੀ ਵਾਸ ਨੋਨ ਐਜ਼ ਦਾ ਮੋਸਟ ਮਿਸਚੀਵੀਅਸ ਲੇਡੀ ਆਫ ਅਮਰੀਕਾ। ਤੇ ਜਦੋਂ ਪੀਸ ਵਾਸਤੇ ਕੰਮ ਕੀਤਾ ਫਿਰ ਉਹਨੂੰ ਹੋਰ ਪੀਸ ਪ੍ਰਾਈਜ਼ ਦਿੱਤਾ। ਜੀ ਜੀ ਉਹ ਇਹੋ ਜਿਹੀਆਂ ਜੀਵਨੀਆਂ ਛਾਪਣੀਆਂ। ਪੀਸ ਪਿਲਗ੍ਰਿਮ ਬਹੁਤ ਲੇਡੀ ਸੀ ਜਿਹੜੀ ਪੀਸ ਦਾ ਪ੍ਰਚਾਰ ਕਰਦੇ, 24,000 ਮੀਲ ਤੁਰੀ, ਉਹਦੀ ਕਿਤਾਬ ਛਾਪੀ। ਜੀ ਤਾਂ ਇਸ ਤਰ੍ਹਾਂ ਫਿਰ ਭਗਤ ਜੀ ਨੇ ਛੋਟੀ ਜਿਹੀ ਲਿਖੀ ਸੀ ਜੇਨ ਐਡਮ ਦੀ, ਅਸੀਂ ਕਿਤਾਬ ਛਾਪ ਦਿੱਤੀ। ਮੈਂ ਜਦੋਂ ਅਮਰੀਕਾ ਗਈ, ਮੈਂ ਉਹਦਾ ਦੇਖਿਆ ਵੀ ਭਗਤ ਜੀ ਨੇ ਇਹਦੇ ਬਾਰੇ ਲਿਖਿਆ ਹੈ, ਤਾਂ ਇੱਥੇ ਉਹਨੇ ਆਪਣੀ ਜਗ੍ਹਾ ਦਾ ਨਾਂ ਹਲ ਹਾਊਸ ਰੱਖਿਆ ਸੀ। ਫਿਰ ਮੈਂ ਹਲ ਹਾਊਸ ਵਿਜ਼ਿਟ ਕੀਤਾ। ਜੀ ਤੋ ਇਸ ਤਰ੍ਹਾਂ ਜਿਹੜਾ ਭਗਤ ਜੀ ਦੀ ਫਿਰ ਫਿਲਮ ਬਣਾਈ ਅਸੀਂ, ਜੀ ਤਾਂ ਕਿ ਸਮਾਜ ਵਿੱਚ ਪਰਿਵਰਤਨ ਆ ਸਕੇ। ਭਗਤ ਜੀ ਦੀ ਜ਼ਿੰਦਗੀ ਤੋਂ ਬਹੁਤ ਸਾਰੇ ਲੋਕ ਸਿੱਖਿਆ ਲੈਣ, ਬਿਲਕੁਲ ਸਮਾਜ ਜੀ ਵਿੱਚ ਸੇਵਾ ਕਰਨ, এনवायरमेंट ਦੀ ਸੇਵਾ ਕਰਨ, ਬੰਦਿਆਂ ਦੀ ਸੇਵਾ ਕਰਨ। ਜੀ ਜੀ ਤਾਂ ਉਹ ਪਿਕਚਰ ਦਾ ਵੀ ਜਿਹੜਾ ਜਨਮ ਤੁਹਾਰੇ ਲੇਖੇ ਸੀਗੀ ਹਾਂਜੀ, ਇਹ ਬਣਾਈ ਜਨਮ ਸੀ। ਤੁਹਾਰੇ ਲੇਖੇ, ਬਿਲਕੁਲ ਜੀ, ਇਹ ਬਹੁਤ ਪਪੂਲਰ ਫਿਲਮ ਹੈ। ਔਰ ਮੈਂ ਜਿੰਨੀ ਵਾਰ ਕਦੇ ਟੀਵੀ ਤੇ ਆ ਰਹੀ ਹੋਵੇ ਤੇ ਮੈਂ ਬਹੁਤ ਵਾਰ ਵੇਖਦੀ ਹਾਂ। ਔਰ ਹਮੇਸ਼ਾ ਇੱਕ ਇੱਕ ਸੀਨ ਜਿਹੜਾ ਹੈ ਉਹ ਮੈਨੂੰ ਬਿਲਕੁਲ ਉਕਰਿਆ ਹੋਇਆ ਹੈ ਮੇਰੇ ਜ਼ਿਹਨ ਦੇ ਵਿੱਚ। ਔਰ ਮੈਂ ਜਿਵੇਂ ਤੁਸੀਂ ਗੱਲ ਸੁਣਾ ਰਹੇ ਸੀ ਕਿ ਭਗਤ ਜੀ ਦੀ, ਤਾਂ ਮੇਰੇ ਉਹ ਸਾਰੀਆਂ ਗੱਲਾਂ, ਭਾਵੇਂ ਉਹ ਐਜੂਕੇਸ਼ਨ ਰਾਹੀਂ ਚੇਤਨਾ ਦੀਆਂ ਗੱਲਾਂ ਨੇ, ਭਾਵੇਂ ਉਹ ਦਰਖਤ ਕੱਟਣ ਦੀਆਂ ਗੱਲਾਂ, ਕਿ ਜਦੋਂ ਭਗਤ ਜੀ ਇੱਕ ਘਰ ਵਿੱਚ ਜਾਂਦੇ ਨੇ ਤੇ ਉੱਥੇ ਸਾਰਾ ਲੱਕੜ ਦਾ ਕੰਮ ਹੋਇਆ ਹੁੰਦਾ ਹੈ ਤੇ ਉੱਥੋਂ ਉਸ ਘਰ ਨੂੰ ਛੱਡ ਕੇ ਆ ਜਾਂਦੇ ਨੇ। ਉਹ ਕਹਿੰਦੇ ਨੇ ਨਾ ਕਿ ਜਿਹੜੇ ਅਮੀਰ ਲੋਕ ਨੇ ਉਹ ਤੇ ਆਪਣੇ ਨਾਲ ਸਿਲੰਡਰ ਲੈ ਲੈਣਗੇ, ਤੇ ਜਿਹੜੇ ਗਰੀਬ ਨੇ ਉਹਨਾਂ ਨੂੰ ਸਾਹ ਕਿਵੇਂ ਆਏਗਾ। ਤਾਂ ਮੈਨੂੰ ਇਹ ਗੱਲ ਵੱਢ ਕੇ ਇੱਥੇ ਲਾਤੇ ਜੀ, ਉਹ ਵੇਖੋ ਜੀ, ਵੇਖੋ ਜਦੋਂ ਕਰੋਨਾ ਦੇ ਵਿੱਚ ਅਸੀਂ ਇਹ ਗੱਲ ਪ੍ਰਤੱਖ ਰੂਪ ਵਿੱਚ ਦੇਖ ਲਈ ਜੀ, ਕਿ ਕਿਵੇਂ ਜਿਹੜੀਆਂ ਭਗਤ ਜੀ ਨੇ ਕਿੰਨੇ ਵਰੇ ਪਹਿਲਾਂ ਗੱਲਾਂ ਕੀਤੀਆਂ ਸੀਗੀਆਂ ਕਿ ਸਾਡਾ ਪਾਣੀ ਦਾ ਲੈਵਲ ਕਿਵੇਂ ਥੱਲੇ ਜਾ ਰਿਹਾ ਹੈ, ਜਿਹੜਾ ਸਾਡਾ ਵਾਤਾਵਰਨ ਹੈ ਕਿਵੇਂ ਦੂਸ਼ਿਤ ਹੋ ਰਿਹਾ ਹੈ, ਦਵਾਈਆਂ ਕਿਵੇਂ ਖਰਾਬ ਕਰ ਰਹੀਆਂ ਨੇ, ਲੋਕਾਂ ਨੂੰ ਬਿਮਾਰੀਆਂ ਕਿਵੇਂ ਲੱਗ ਰਹੀਆਂ ਨੇ, ਜਾਂ ਜਿਹੜਾ ਸਮਾਜ ਦੇ ਵਿੱਚ ਹੈ ਉਹ ਜਿਹੜੀਆਂ ਮਨੁੱਖ ਦੀ ਮਾਨਸਿਕਤਾ ਜਿਹੜੀ ਆ ਉਹ ਕਿਵੇਂ ਬਦਲ ਰਹੀ ਹੈ। ਉਹ ਸਾਰੀਆਂ ਗੱਲਾਂ ਇਸ ਵਕਤ ਸੱਚ ਹੋ ਰਹੀਆਂ ਨੇ। ਔਰ ਭਗਤ ਜੀ ਦੀ ਦੂਰ ਅੰਦੇਸ਼ੀ ਦੀ ਜਿਹੜੀ ਸ਼ੁਰੂ 'ਚ ਤੁਸੀਂ ਗੱਲ ਕੀਤੀ ਸੀ ਕਿ ਉਹਨਾਂ ਦੀ ਦੂਰ ਅੰਦੇਸ਼ਤਾ ਹੀ ਸੀਗੀ ਕਿ ਉਹਨਾਂ ਨੇ ਜਿਹੜੀ ਭਵਿੱਖਮੁਖੀ ਗੱਲਾਂ ਸੀਗੀਆਂ ਉਹ ਪਹਿਲਾਂ ਹੀ ਸਮਾਜ ਨੂੰ ਦੱਸ ਦਿੱਤੀਆਂ, ਭਾਵੇਂ ਉਹਨਾਂ ਨੇ ਆਪਣੇ ਲਿਖਤੀ ਲਿਟਰੇਚਰ ਦੇ ਰਾਹੀਂ। ਕਿਉਂਕਿ ਖਾਸ ਤੌਰ ਤੇ ਰੁੱਖਾਂ ਦੀ ਗੱਲ ਬਾਰ-ਬਾਰ ਮੈਨੂੰ ਯਾਦ ਹੈ, ਛੋਟੇ ਹੁੰਦਿਆਂ ਵੀ ਜਦੋਂ ਅਸੀਂ ਲਿਟਰੇਚਰ ਪੜ੍ਹਦੇ ਹੁੰਦੇ ਸੀ ਤੇ ਹਰ ਜਿਹੜਾ ਵੀ ਪੈਂਪਲੇਟ ਹੋਣਾ ਰੁੱਖਾਂ ਬਾਰੇ ਹੋਣਾ, ਤੇ ਉਦੋਂ ਸਾਨੂੰ ਬਹੁਤੀ ਸੋਝੀ ਨਹੀਂ ਸੀ ਹੁੰਦੀ। ਇੰਝ ਲੱਗਣਾ ਕਿ ਹਰ ਪੈਂਪਲੇਟ ਰੁੱਖਾਂ ਬਾਰੇ ਹੀ ਕਿਉਂ ਹੈ। ਇਹ ਗੱਲ ਹੁਣ ਜਦੋਂ ਸਮਾਜ ਦੇ ਵਿੱਚ ਵਿਚਰਦੇ ਹਾਂ, ਅਸੀਂ ਥੋੜੇ ਸੋਝੀਵਾਨ ਹੋਏ ਤੇ ਸਮਝ ਲੱਗੀ ਹੈ ਕਿ ਸੱਚੀ ਮੁੱਚੀ ਗੁਰਬਾਣੀ ਤੇ ਚੱਲਣ ਵਾਲੇ, ਕਿਉਂਕਿ ਆਮ ਤੌਰ ਤੇ ਗੱਲ ਪ੍ਰਚਲਿਤ ਹੈ ਕਿ ਅਸੀਂ ਗੁਰਬਾਣੀ ਨੂੰ ਮੰਨਦੇ ਹਾਂ, ਗੁਰੂ ਨੂੰ ਮੰਨਦੇ, ਪਰ ਗੁਰਬਾਣੀ ਦੀ ਗੁਰੂ ਦੀ ਗੱਲ ਨਹੀਂ ਮੰਨਦੇ। ਔਰ ਵਿਹਾਰਕ ਰੂਪ ਦੇ ਵਿੱਚ ਭਗਤ ਜੀ ਨੇ ਜਿੱਥੇ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ, ਜਿੱਥੇ ਲੋਕਾਂ ਦੀ ਸੇਵਾ ਕੀਤੀ, ਉੱਥੇ ਸਮਾਜ ਦੀ ਸੇਵਾ ਜਿਹੜੀ ਹੈ, ਖਾਸ ਤੌਰ ਤੇ ਜਿਨ੍ਹਾਂ ਗੱਲਾਂ ਦਾ ਮੈਡਮ ਤੁਸੀਂ ਜ਼ਿਕਰ ਕਰ ਰਹੇ ਜੇ, ਪਾਣੀ ਨੂੰ ਬਚਾਉਣ ਦੀ ਗੱਲ ਤੇ ਦਰਖਤਾਂ ਨੂੰ ਬਚਾਉਣ ਦੀ ਗੱਲ, ਇਹ ਮੈਨੂੰ ਲੱਗਦਾ ਹੈ ਕਿ ਇੱਕ ਉਹਨਾਂ ਦਾ ਸਮਾਜ ਦੇ ਵਿੱਚ ਵਿਲੱਖਣ ਯੋਗਦਾਨ ਹੈ। ਔਰ ਉਹ ਇੱਕੋ ਇੱਕ ਮੈਨੂੰ ਇੱਕ ਸ਼ਖਸ, ਇੱਕ ਮਹਾਨ ਸ਼ਖਸੀਅਤ ਨਜ਼ਰ ਆਉਂਦੀ ਹੈ ਜਿਨ੍ਹਾਂ ਨੇ ਮਨੁੱਖ ਨੂੰ ਇਸ ਪਾਸੇ ਵੱਲ
ਚੇਤਨਾ ਦਿੱਤੀ ਸੀ। ਜੀ ਮੈਮ, ਕਰੋ ਤੁਸੀਂ ਕੰਟੀਨਿਊ ਆਪਣੀ ਗੱਲ ਜੀ, ਅੱਗੇ ਲੈ ਕੇ ਜਾਓ। ਫਿਰ ਉਹ ਦੇਖਿਆ ਜਦੋਂ ਵੀ ਅਸੀਂ ਜਿਹੜੇ ਅੰਗ ਕੱਟੇ ਜਾਂਦੇ ਆ ਕਈਆਂ ਦੇ, ਜਾਂ ਕਈਆਂ ਦੇ ਪੈਰਾਲਿਸਿਸ ਹੁੰਦਾ ਤੇ ਉਹ ਚੱਲ ਫਿਰ ਨਹੀਂ ਸਕਦੇ, ਫਿਰ ਅਸੀਂ ਇੱਥੇ ਪ੍ਰੋਸਥੈਟਿਕ ਸੈਂਟਰ ਸ਼ੁਰੂ ਕੀਤਾ, ਬਣਾਵਟੀ ਅੰਗ ਲਗਾਉਣੇ ਸ਼ੁਰੂ ਕਰਤੇ। ਜੀ ਤੇ ਕੈਲੀਪਰ ਵਗੈਰਾ ਸਾਰਾ ਕੁਝ ਫ੍ਰੀ ਦਿੱਤਾ ਜਾਂਦਾ ਪਿੰਗਲਵਾੜੇ ਵੱਲੋਂ, ਜੀ ਔਰ ਬਹੁਤ ਐਕਸਪਰਟ ਬੰਦੇ ਨੇ ਅਸੀਂ ਜਿਹੜੇ ਰੱਖੇ ਹੋਏ। ਆਪਣੇ 2 ਬੱਚਿਆਂ ਨੂੰ ਜੈਪੁਰ ਭੇਜਿਆ, ਉਹ ਜੀ ਸਿੱਖ ਕੇ ਆਉਣ ਸਾਰਾ ਕੁਝ। ਤਾਂ ਜੀ ਇਹ ਲੰਬੀ ਪ੍ਰਕਿਰਿਆ ਕਰਿਆ ਜਿਹੜੀ ਸੀ ਉਹ ਚੱਲੀ ਇਹਦੇ ਜੀ ਵਾਸਤੇ। ਤਾਂ ਹੁਣ ਜੇ ਰੈਬਿਲਿਟੇਸ਼ਨ ਦਾ ਕੰਮ ਬਹੁਤ ਹੋ ਗਿਆ, ਆਰਟੀਫਿਸ਼ੀਅਲ ਲਿੰਬ ਲੱਗਣ ਲੱਗ ਗਏ, ਜੀ ਕੈਲੀਪਰ ਲੱਗਣ ਲੱਗ ਗਏ। ਫਿਰ ਅਸੀਂ ਹੁਣ ਪਿੱਛੇ ਸਪਾਈਨਲ ਕਾਰਡ ਇੰਜਰੀ ਦੇ ਪੇਸ਼ੈਂਟ ਦੇਖੇ ਵੀ ਸਪਾਈਨਲ ਕਾਰਡ ਇੰਜਰੀ ਨੂੰ ਜੇ ਰੈਬਿਲਿਟੇਟ ਕੀਤਾ ਜਾਵੇ, ਉਹਨਾਂ ਦੀ ਉਮਰ ਬਹੁਤ ਲੰਬੀ ਹੋ ਸਕਦੀ ਹੈ। ਜੀ ਤਾਂ ਉਹ ਇੱਥੇ ਦਵਿੰਦਰ ਸਿੰਘ ਹੈਗੇ ਆ, ਉਹਨਾਂ ਨੂੰ ਨਾਲ ਰਲ ਕੇ ਅਸੀਂ ਫਿਰ ਸਪਾਈਨਲ ਕਾਰਡ ਇੰਜਰੀ ਵਾਲਿਆਂ ਵਾਸਤੇ ਕੰਮ ਸ਼ੁਰੂ ਕੀਤਾ। ਉਹਨਾਂ ਨੂੰ ਵੀਲ ਚੇਅਰ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ, ਜੀ ਉਹਨਾਂ ਨੂੰ ਮੋਰਲ ਹਾਈ ਕਰਨ ਵਾਸਤੇ ਕਾਉਂਸਲਿੰਗ ਕਰਨੀ, ਉਹਨਾਂ ਦੀ ਐਕਸਰਸਾਈਜ਼ ਕਰਾਉਣੀ, ਮੈਡੀਟੇਸ਼ਨ ਕਰਾਉਣੀ। ਤਾਂ ਜੀ 2 ਮਹੀਨੇ 'ਚ ਕਈ ਵਾਰੀ ਕਾਫੀ ਇੰਪਰੂਵ ਕਰਕੇ ਚਲੇ ਜਾਂਦੇ ਆ। ਪਿੱਛੇ ਜੇ ਸਾਡੇ ਕੋਲ ਲੜਕੀ ਆਈ, ਉਹ BSF ਤੇ ਸਿਲੈਕਟ ਹੋਈ ਸੀਗੀ, ਜੀ ਤੇ ਉਹ ਜਦੋਂ ਜੁਆਇਨ ਕਰਨ ਗਈ ਰਸਤੇ 'ਚ ਐਕਸੀਡੈਂਟ ਹੋ ਗਿਆ, ਸਪਾਈਨਲ ਕਾਰਡ ਇੰਜਰੀ ਹੋ ਗਈ, ਮੰਜੇ ਤੇ ਪੈ ਗਈ। 3-4 ਸਾਲ ਬਾਅਦ ਉਹ ਸਾਡੇ ਕੋਲ ਆਈ। ਫਿਰ ਅਸੀਂ ਉਹਨੂੰ ਮਹੀਨੇ ਕੁ 'ਚ ਟ੍ਰੇਨਿੰਗ ਦੇ ਕੇ ਉਹਨੂੰ ਇੰਨਾ ਕਾਬਲ ਕਰਤਾ ਕਿ ਵੀਲ ਚੇਅਰ ਟ੍ਰੇਨਿੰਗ ਇੰਨੀ ਹੁੰਦੀ ਹੈ ਕਿ ਤੁਸੀਂ ਵੀਲ ਚੇਅਰ ਤੋਂ ਬੈੱਡ ਤੇ, ਬੈੱਡ ਤੋਂ ਟਾਇਲਟ ਸੀਟ ਤੇ, ਟਾਇਲਟ ਕਿੱਦਾਂ ਦਾ ਹੋਣਾ ਚਾਹੀਦਾ ਇਹਨਾਂ ਦਾ। ਫਿਰ ਅਸੀਂ ਬੇਕਰੀ ਲਗਾਈ, ਬਿਸਕੁਟ ਬਣਾਉਂਦੇ ਆ ਮਰੀਜ਼। ਕਈ ਮਰੀਜ਼ ਜਿਹੜੇ ਸਾਡੇ ਉਹ ਪ੍ਰੈਸ 'ਚ ਕੰਮ ਕਰਦੇ ਆ। ਜੀ ਤੇ ਰਿਹੈਬਿਲਿਟੇਸ਼ਨ ਦਾ ਜਿਹੜਾ ਪੋਰਸ਼ਨ ਸੀਗਾ ਇਹ ਸ਼ੁਰੂ ਹੋਇਆ। ਬੱਚਿਆਂ ਦਾ ਕੋਕਲੀਅਰ ਇੰਪਲਾਂਟ ਤੁਹਾਨੂੰ ਦੱਸਿਆ ਮੈਂ ਕੀਤਾ। ਫਿਰ ਜੀ ਜਿਹੜੇ ਸਾਡੇ ਕੋਲ ਨਾਰਮਲ ਬੱਚੇ ਸੀ ਉਹਨਾਂ ਨੂੰ ਖੂਬ ਪੜ੍ਹਾਇਆ, ਪੋਸਟ ਜੀ ਗ੍ਰੈਜੂਏਸ਼ਨ ਤੱਕ। ਹੁਣ ਬੇਟਾ ਰਾਜਵਿੰਦਰ ਜਿਹੜਾ ਮੇਰੇ ਜੀ ਨਾਲ ਹੈਲਪ ਕਰ ਰਿਹਾ ਸੀਗਾ, ਇਹ ਸਾਡਾ ਪਿੰਗਲਵਾੜੇ ਦਾ ਹੀ ਬੱਚਾ ਹੈਗਾ, ਇਹਨੇ ਬਹੁਤ ਮਾਸਟਰਸ ਕਰ ਲਈ ਹੈ ਉਹਦੇ ਵਿੱਚ, ਕੰਪਿਊਟਰ ਸਾਇੰਸਿਸ ਵਿੱਚ। ਜੀ ਤੇ ਹੁਣ ਇਹ ਕੈਮਰਾ ਵੀ ਸਿੱਖ ਰਿਹਾ ਹੈ ਤੇ ਆਪਣਾ ਮੀਡੀਆ ਦਾ ਇੰਚਾਰਜ ਹੈਗਾ ਸਾਡੇ ਪਿੰਗਲਵਾੜੇ ਦਾ। ਇਸ ਤਰ੍ਹਾਂ ਹੀ ਸਾਡੇ ਬੱਚੇ ਬਹੁਤ ਪੋਸਟ ਗ੍ਰੈਜੂਏਸ਼ਨ ਕਰਕੇ ਵੱਖਰੀਆਂ ਵੱਖਰੀਆਂ ਥਾਵਾਂ ਤੇ ਜੋਬ ਵੀ ਲੱਗ ਗਈ ਹੈ। ਸਾਡੀ ਕੁੜੀ ਹੈ, ਕੋਈ ਆਰਕੀਟੈਕਚਰ ਜੀ ਮਾਸਟਰਸ ਕੀਤੀ ਹੈ, ਕੋਈ ਜੀ ਪ੍ਰੋਜੈਕਟ ਵਰਕ ਕਰ ਰਹੇ ਹੈ ਕਿਸੇ ਨੇ। ਤਾਂ ਇਸ ਤਰ੍ਹਾਂ ਹਾਇਰ ਸਟੱਡੀ ਵੀ ਬੱਚੇ ਕਰ ਰਹੇ ਨੇ, ਕੋਈ BSc ਨਰਸਿੰਗ, ਕੋਈ BSc ਲੈਬੋਰੇਟਰੀ ਟੈਕਨੀਸ਼ੀਅਨ। ਜੀ ਸਾਰੇ ਗ੍ਰੈਜੂਏਸ਼ਨ, ਤਕਰੀਬਨ ਬਹੁਤ ਸਾਰੇ ਬੱਚੇ ਜਿਹੜੇ ਗ੍ਰੈਜੂਏਸ਼ਨ ਕਰ ਚੁੱਕੇ ਹੈ। ਜੀ ਬੜੀਆਂ ਕੁੜੀਆਂ ਦੇ ਵਿਆਹ ਵੀ ਕਰ ਦਿੱਤੇ ਆ, ਬੜੀਆਂ ਵਿਆਹ ਤੋਂ ਬਾਅਦ ਵੀ ਉਹ ਐ ਜਾਂਦੀਆਂ ਪਿੰਗਲਵਾੜੇ ਜਿਹਨੇ ਪੇਕੇ ਆਈਦਾ ਤਾਂ ਉਹਨਾਂ ਵਾਹ ਨੂੰ ਉਹਦਾ ਹੀ ਮਾਣ ਪ੍ਰਾਣ ਕਰੀਦਾ ਉਹਨਾਂ ਦਾ। ਜੀ ਤਾਂ ਇਸ ਤਰ੍ਹਾਂ ਜਿਹੜਾ ਇੱਕ ਵੱਡਾ ਪਰਿਵਾਰ ਹੈਗਾ ਪਿੰਗਲਵਾੜਾ ਪਰਿਵਾਰ, ਬਹੁਤ ਵੱਡਾ ਸਾਰਾ ਪਰਿਵਾਰ ਹੈ। ਬਿਲਕੁਲ ਜੀ ਨਰਸਰੀ ਹੈ, ਬੂਟੇ ਲਾਈਦੇ ਆ। ਉਹ ਭਗਤ ਜੀ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦਾ ਲੋਕਾਂ ਬਾਰੇ, ਲੋਕਾਂ ਨੂੰ ਦੱਸਣਾ ਵੀ ਜਿਵੇਂ ਸਰੋਵਰੀ ਧਰਤੀ ਹਵਾ ਪਾਣੀ ਦੀ ਪੁਕਾਰ ਸੁਣੋ, ਜੀ ਇਦਾਂ ਦਾ ਬਹੁਤ ਸਾਰੀਆਂ ਕਿਤਾਬਾਂ ਭਗਤ ਜੀ ਨੇ ਲਿਖੀਆਂ ਹੋਈਆਂ ਉਹ ਸੀ। ਜੀ ਤਾਂ ਸਾਰੀਆਂ ਉਦਾਂ ਹੀ ਜਿਹੜਾ ਕੰਮ ਚੱਲ ਰਿਹਾ ਪਿੰਗਲਵਾੜੇ ਦਾ। ਜੀ ਤੇ ਜਿਹੜਾ ਮਤਲਬ ਰਿਹੈਬਿਲਿਟੇਸ਼ਨ ਦਾ ਕੰਮ ਹੈ ਬਹੁਤ ਵੱਡਾ ਹੋ ਗਿਆ, ਕਿਉਂਕਿ ਬਹੁਤ ਬੱਚੇ ਡੈਫ ਜੀ ਬੱਚੇ ਵੀ ਕੰਮ ਕਰ ਰਹੇ, ਕਾਰਪੈਂਟਰੀ ਸਿੱਖ ਰਹੇ ਆ, ਹੁਣ ਬਿਜਲੀ ਦਾ ਕੰਮ ਸਿੱਖਣਗੇ। ਜੀ ਤੇ ਉਹ ਸਰਦਾਰ ਰਜਿੰਦਰਪਾਲ ਸਿੰਘ ਜੀ ਗਰੁੱਪ ਕੈਪਟਨ ਰਿਟਾਇਰ ਹੋਏ ਨੇ, ਉਹ ਮਦਦ ਕਰ ਰਹੇ ਨੇ। ਉਹਨਾਂ ਦਾ ਬ੍ਰਦਰ ਹੀ ਹਰਜੀਤ ਸਿੰਘ ਹੈ ਜਿਨ੍ਹਾਂ ਨੇ ਫਿਲਮ ਬਣਾਈ ਸੀਗੀ। ਉਹ ਕਾਫੀ ਜੀ ਦੇਰ ਤੋਂ ਸੋਚ ਰਹੇ ਸੀ ਫਿਲਮ ਬਣਾਉਣ ਦੀ, ਜਦੋਂ ਜੀ ਪਹਿਲਾਂ ਡਾਕੂਮੈਂਟਰੀ ਬਣਾਈ ਸੀ ਉਦੋਂ ਦੀ ਸੋਚ ਰਹੇ ਸੀ, ਪਰ ਪੈਸਾ ਪੂਸਾ ਨਹੀਂ ਸੀ ਉਹਨਾਂ ਕੋਲ। ਜੀ ਜਦੋਂ ਪਿੰਗਲਵਾੜੇ ਕੋਲ ਸਾਡੇ ਕੋਲ ਪੈਸਾ ਆਇਆ ਤਾਂ ਮੈਂ ਕਿਹਾ ਹੁਣ ਤੁਸੀਂ ਫਿਲਮ ਬਣਾਓ। ਜੀ ਅਸੀਂ ਸਮਾਜ ਨੂੰ ਪਰਿਵਰਤਨ ਕਰਨਾ ਚਾਹੁੰਦੇ ਹਾਂ ਵੀ ਸਮਾਜ ਵਿੱਚ ਕਿਵੇਂ ਚੇਂਜ ਲਿਆਂਦੀ ਜਾਵੇ, ਬਿਲਕੁਲ ਲੋਕ ਜੀ ਕਿਵੇਂ ਇਸ ਪਾਸੇ ਬਣਨ ਤੁਰਨ, ਸੇਵਾ ਵਾਲੇ ਪਾਸੇ ਨੂੰ ਕਿਵੇਂ, ਲੋਕਾਂ ਦੇ ਵਿੱਚ ਹਮਦਰਦੀ, ਸਿੰਪਥੀ, ਜੀ ਪਿਆਰ ਜਿਹੜਾ ਇਹ ਹੋਣਾ ਚਾਹੀਦਾ ਹੈ। ਫਿਰ ਗੁਰੂ ਜੀ ਨਾਨਕ ਪਾਤਸ਼ਾਹ ਦਾ 550 ਸਾਲਾ ਅਸੀਂ ਵੱਖਰੇ ਤਰੀਕੇ ਨਾਲ ਮਨਾਇਆ। ਜੀ ਅਸੀਂ ਉਹ ਭਾਈ ਲਾਲੋ ਜੀ ਦੀ ਯਾਦ ਨੂੰ ਸਮਰਪਿਤ ਕੀਤਾ ਤੇ ਅਸੀਂ ਕੀਰਤੀ ਮੇਲਾ ਲਗਾਇਆ 5 ਦਿਨ। ਜੀ 5 ਦਿਨ ਕੀਰਤੀ ਮੇਲਾ, 70 ਕੀਰਤੀ ਤੇ 70 ਆਰਟਿਸਟ ਜਿਹੜੇ ਜੀ ਸੀ ਉਹਨਾਂ ਚ ਪਾਰਟਿਸਿਪੇਟ ਕੀਤਾ ਉਹਨਾਂ ਨੇ, ਜੀ ਔਰ ਉਹਨਾਂ ਦੇ ਫੁੱਲਾਂ ਦੀ ਵਰਖਾ ਕੀਤੀ। ਕਿਉਂਕਿ ਲੋਕੀ ਆਮ ਕਿਰਤੀਆਂ ਦੀ ਇੱਜ਼ਤ ਨਹੀਂ ਕਰਦੇ, ਚਾਹੇ ਤਰਖਾਣ ਹੈ, ਲੋਹਾਰ ਹੈ, ਘੁਮਿਆਰ ਹੈ, ਚਮਿਆਰ ਹੈ, ਜੀ ਇਹਨਾਂ ਦੀ ਇੱਜ਼ਤ ਨਹੀਂ ਕਰਦੇ ਲੋਕੀ। ਜੀ ਬਿਲਕੁਲ ਇਸ ਜੀ ਕਰਕੇ ਵੀ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਭਾਈ ਲਾਲੋ ਦੇ ਘਰ ਠਹਿਰੇ ਜਾ ਕੇ ਜੀ ਭਾਈ ਲਾਲੋ ਨੂੰ ਬਹੁਤ ਪਿਆਰ ਕੀਤਾ ਤੇ ਜੀ ਉਹਨਾਂ ਦੇ ਉਧਰ ਹੀ ਰੋਟੀ ਖਾਧੀ ਸੁੱਕੀ ਮਿਸਿਓ ਨੇ। ਤੋ ਇਸ ਕਰਕੇ ਉਹ ਜਿਹੜਾ ਲੋਕਾਂ, ਜਿਹੜੀ ਗੁਰੂ ਨਾਨਕ ਦੀ ਫਿਲਾਸਫੀ ਸੀ, ਸਰਬੱਤ ਬਿਲਕੁਲ ਦਾ ਜੀ ਭਲਾ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਜੀ ਤੇ ਇਹ ਜਿਹੜੇ ਇਹਦਾ ਮੈਸੇਜ ਜਾਣਾ ਚਾਹੁੰਦਾ, ਮੈਂ ਸੋਚ ਰਹੀ ਸੀ ਮੈਸੇਜ ਜਾਣਾ ਚਾਹੀਦਾ ਦੁਨੀਆ ਦੇ ਵਿੱਚ। ਜੀ ਉਦਾਂ ਚਲੋ ਕੀਰਤਨ ਦਰਬਾਰ ਆਪਣੀ ਥਾਂ ਹੈ, ਜੀ ਨਗਰ ਕੀਰਤਨ ਆਪਣੀ ਥਾਂ ਹੈ, ਪਰ ਉਹ ਫਿਲਾਸਫੀ ਨਹੀਂ ਉਹਦੇ ਨਾਲ ਉਜਾਗਰ ਹੁੰਦੀ। ਬਿਲਕੁਲ ਜੀ ਇਸ ਬਿਲਕੁਲ ਕਰਕੇ ਜਿਹੜਾ
ਗੁਰੂ ਨਾਨਕ ਦੇਵ ਪਾਤਸ਼ਾਹ ਦੀ ਫਿਲਾਸਫੀ ਭਗਤ ਜੀ ਨੂੰ ਤੇ ਬਹੁਤ ਹੀ ਡਿਵੋਟਿਡ ਸਿੱਖ ਸੀਗੇ ਭਗਤ ਜੀ। ਜੀ ਗੁਰਬਾਣੀ ਦੀ ਕੋਈ ਲਾਈਨ ਲੈ ਲਓ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇ ਰੀ ਬਿਖਮ ਮਾਰਗ ਚੱਲਣਾ, ਬਿਲਕੁਲ ਜੀ ਲਵ ਲੋਭ ਹੰਕਾਰ ਤਾਂ ਦਸਣਾ, ਬਹੁਤ ਨਾਹੀ ਬੋਲਣਾ, ਖੰਡੋ ਤੇ ਕੀ ਵਾਲੋਂ ਨਕੇਤ ਮਾਰਗ ਜਾਣਾ, ਗੁਰਪ੍ਰਸਾਦ ਜੀ ਨੇ ਆਪ ਤਜੇ ਹਰ ਬਾਸਾ ਸਮਾਣੀ, ਕਹੇ ਨਾਮ ਚਾਰ ਭਗਤਾਂ ਤੋਂ ਗੁਜਰ ਨਿਰਾਲੀ। ਗੁਰਜੋਗ ਨਿਰਾਲੀ, ਬਿਲਕੁਲ ਜੀ ਜਦ ਮਰਜ਼ੀ ਤੁਸੀਂ ਗੁਰਬਾਣੀ ਦੀ ਤੁਕ ਲਾ ਲਓ, ਜੀ ਬਸਤਾ ਤੁੱਪੀ ਬੜੀ ਚੀਰ ਸਭ ਛਿੰਨਾ, ਜਾਤ ਨਾ ਪਾਤ ਨਾ ਆਦਰ ਗਿਆਨ ਪਰਮੰਨਾ, ਜੀ ਮਿੱਤਰ ਨਾ ਇਹ ਧਨ ਰੂਪ ਫੇਰ ਕੇ ਸਾਕ ਨ ਸਿੰਨਾ, ਰਾਜਾ ਸਗਲੀ ਸਿਸ਼ਟ ਦਾ ਹਰ ਨਾਮ ਮਨ ਪਿੰਨਾ। ਬਿਲਕੁਲ ਜੀ, ਭਗਤ ਜੀ ਨੇ ਮਤਲਬ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਫਿਲਾਸਫੀ ਸੀ ਉਹਨੂੰ ਇਨ ਬਿਨ ਆਪਣੇ ਹੰਡਾਇਆ, ਉਹਦਾ ਸਾਨੂੰ ਪੈਗਾਮ ਦਿੱਤਾ ਵੀ ਇਸ ਤਰ੍ਹਾਂ ਦਾ ਜੀਵਨ ਜੀਓ, ਬਿਲਕੁਲ ਏਦਾਂ ਸਾਰੀ ਦੁਨੀਆ ਨੂੰ ਆਪਣਾ ਪਰਿਵਾਰ ਸਮਝੋ, ਜੀ ਨਾ ਕੋਈ ਵਾਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਣਾਈ। ਬਣਿਆ ਉਸੇ ਸਕੂਲ ਤੇ ਚੱਲਦੇ ਹੋਏ ਅਸੀਂ ਪਿੰਗਲਾ ਸੰਸਥਾ ਕੰਮ ਕਰ ਰਿਹਾ, ਗਊਸ਼ਾਲਾ ਸਾਡੇ ਕੋਲ, ਇਸ ਜੀ। ਕਰਕੇ ਸਾਡੇ ਜਿਹੜੇ ਮਰੀਜ਼ ਹੈ ਸਾਰੇ ਆਰਗੈਨਿਕ ਦੁੱਧ ਪੀਂਦੇ, ਆਰਗੈਨਿਕ ਸਬਜ਼ੀਆਂ ਖਾਂਦੇ ਆ, ਜੀ ਜੀ ਬਿਲकुल ਵੱਡੇ ਤੋਂ ਵੱਡੇ ਅਮੀਰ ਆਦਮੀ ਨਹੀਂ ਖਾਂਦੇ। जी बिल्कुल ਨਾ मैडम ਤੁਹਾਡੇ ਕੋਲ ਕਰੋਨਾ मैं ना ਹੋਇਆ, ਸਾਡੇ ਕਿਸੇ ਮਰੀਜ਼ ਨੂੰ ਕਰੋਨਾ ਨਹੀਂ ਹੋਇਆ। ਮੈਂ ਇਹੀ ਸਵਾਲ ਵੱਲ ਆ ਹੀ ਰਹੀ ਸੀ ਕਿ ਜਿਹੜੀ ਆਰਗੈਨਿਕ ਖੇਤੀ ਜੁੜੀ ਹੋਈ ਆ ਪਿੰਗਲਵਾੜਾ ਦੇ ਨਾਲ, ਔਰ ਜਿਹੜੀ ਤੁਹਾਡੇ ਕੋਲ ਫਾਰਮ ਬਣੇ ਹੋਏ ਨੇ ਉਹਨਾਂ ਦੇ ਵਿੱਚ ਆਰਗੈਨਿਕ ਖੇਤੀ ਖਾਸ ਤੌਰ ਤੇ ਹੋ ਰਹੀ ਹੈ। ਅਸੀਂ ਵਿਜ਼ਿਟ ਕੀਤੇ, ਰਾਜਵੀਰ ਸਰ ਹੁਣਾਂ ਕੋਲ ਅਸੀਂ ਗਏ, ਉੱਥੇ ਆਪਾਂ ਜਿਹੜਾ ਗੁੜ ਬਣਦਾ ਹੈ ਜਾਂ ਹੋਰ ਉਹ ਕਰਦੇ ਨੇ ਖੇਤੀ ਨਾਲ ਸੰਬੰਧਿਤ ਹੋਰ ਚੀਜ਼ਾਂ ਹੁੰਦੀਆਂ ਨੇ ਜਿੰਨੀਆਂ ਵੀ ਉੱਥੇ ਉਹ ਆਉਂਦੀਆਂ ਨੇ, ਉਹਨਾਂ ਨੂੰ ਵੇਖਦੇ ਆ ਔਰ ਲੈਂਦੇ ਵੀ, ਘਰਾਂ ਵਿੱਚ ਵੀ ਉਹ ਜਾਂਦੀਆਂ ਨੇ। ਔਰ ਵੇਖੋ ਵੀ ਉਹ ਇੱਕ ਕਿੰਨਾ ਵਿਲੱਖਣ ਕੰਮ ਹੈ ਜੀ। ਔਰ ਇਹ ਆਰਗੈਨਿਕ ਖੇਤੀ ਦੀ ਗੱਲ ਜਿਹੜੀ ਤੁਸੀਂ ਕਰ ਰਹੇ ਜੇ, ਇਸ ਵਕਤ ਲੋਕ ਫਿਰ ਜਿਹੜਾ ਫਸਲੀ ਚੱਕਰ ਸੀਗਾ ਜਾਂ ਫਸਲਾਂ ਦੇ ਵਿੱਚ ਜਿਹੜੀ ਦਵਾਈਆਂ ਪਾਉਂਦੇ ਸੀਗੇ, ਉਹ ਦਵਾਈਆਂ ਤੋਂ ਮੁਕਤ ਫਿਰ ਹੋ ਰਹੇ ਨੇ, ਔਰ ਫਿਰ ਖੇਤੀ ਜਿਹੜੀ ਰੂੜੀ ਬਣਦੀ, ਘਰ ਦੀ ਰੂੜੀ ਬਣਾ ਕੇ ਉਹਨੂੰ ਖੇਤਾਂ ਵਿੱਚ ਛਪਾ ਕੇ ਖੇਤੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਇਹ ਵੀ ਇੱਕ ਜਿਹੜਾ ਇਸ ਪਿੰਗਲਵਾੜਾ ਸੰਸਥਾ ਦੀ ਦੇਣ ਹੈ, ਜਿਹੜੀ ਆਰਗੈਨਿਕ ਖੇਤੀ ਜਿਹੜੀ ਹੈ, ਇਹ ਵੀ ਇੱਕ ਮੈਡਮ ਇੱਕ ਮਾਡਲ ਸੈੱਟ ਕੀਤਾ ਹੈ ਜੀ ਪਿੰਗਲਵਾੜਾ ਨੇ। ਨਹੀਂ, ਜਿਹੜੀ ਇਹ ਖੇਤੀ ਹੈ ਨਾ ਥੋੜਾ ਸੌਰੀ ਡਿਫਰੈਂਟ ਹੈਗੀ ਹੈ ਜੀ। ਰੂੜੀ ਦੀ ਖਾਦ ਨਹੀਂ ਵਰਤਦੇ ਅਸੀਂ, ਉਹਨੂੰ ਕਲਚਰ ਕਰਦੇ ਆ ਤੇ ਉਹਦਾ ਕਲਚਰ ਕਰਕੇ ਜੀਵ ਅੰਮ੍ਰਿਤ ਬਣਾਉਂਦੇ ਆ, ਤੇ ਉਹ ਜਿਹੜਾ 72 ਘੰਟੇ ਹੀ ਲੱਗਦੇ ਸਿਰਫ ਸਾਡੀ ਖਾਦ ਤਿਆਰ ਹੋਣ। ਜੀ ਜੀ ਜੀ। ਉਹਦੇ ਗਾਂ ਦਾ ਜਾਂ ਮੱਝ ਦਾ ਲੈ ਲਓ ਗੋਹਾ, ਗਾਂ ਦਾ ਜ਼ਿਆਦਾ ਬੈਟਰ ਮੰਨਿਆ ਜਾਂਦਾ। ਜੀ ਜੀ। ਉਹਦਾ ਪਿਸ਼ਾਬ, ਫਿਰ ਉਹਦੇ ਵਿੱਚ ਦਾਲ ਪਾ ਕੇ ਵਿੱਚ ਉਹਦੇ ਚ ਲਾਹਣ ਪਾ ਲਓ ਜਾਂ ਗੁੜ ਪਾ ਲਓ। ਜੀ 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 ਬਿਲਕੁਲ। ਤੇ ਉਹਨੂੰ ਫਿਰ 72 ਘੰਟੇ ਛਾਵੇਂ ਰੱਖੋ, ਪਾਣੀ ਪਾਓ 200 ਗੁਣਾ। ਉਹ ਜਿਹੜਾ ਨਿੱਤਰ ਕੇ ਉੱਪਰ ਆਉਂਦਾ ਉਹਨੂੰ ਅਸੀਂ ਜੀਵ ਅੰਮ੍ਰਿਤ ਕਹਿੰਦੇ ਹਾਂ। ਉਹਨੂੰ ਅਸੀਂ ਤੁਮਕਾ ਕਰਕੇ ਪਾਣੀ ਚ ਪਾ ਕੇ ਤੇ ਅਸੀਂ ਖੇਤ ਨੂੰ ਦਿੰਦੇ ਹਾਂ ਜੀ। ਤੇ ਸਾਡੇ ਜਿਹੜਾ ਯੀਲਡ ਹੈ ਉਹ ਵੀ ਵੱਧ ਗਈ ਅੱਗੇ ਨਾਲੋਂ। ਗੰਨੇ ਦੀ ਯੀਲਡ ਯੂਨੀਵਰਸਿਟੀ ਨਾਲੋਂ ਜ਼ਿਆਦਾ ਸਾਡੇ ਪਿੰਗਲਵਾੜੇ ਦੀ। ਤੇ ਇਸ ਕਰਕੇ ਵੀ ਜਿਹੜਾ ਵੀ ਲਾਹੇਵੰਦ ਖੇਤੀ ਹੈ, ਘਾਟੇ ਵਾਲੀ ਨਹੀਂ ਹੈਗੀ। ਕਿਉਂਕਿ ਆਮ ਕਿਸਾਨਾਂ ਨੂੰ ਵਹਿਮ ਹੈ ਵੀ ਇਹਦੇ ਘਟ ਜਾਏਗੀ, ਯੀਲਡ ਘਟ ਜਾਏਗੀ। ਤਾਂ ਸਫਾਈ ਚ ਕੋਈ ਗੱਲ ਨਹੀਂ ਹੈਗੀ। ਹਲਦੀ ਅਸੀਂ ਬੀਜਦੇ ਹਾਂ, ਬਹੁਤ ਵਧੀਆ। ਇਸ ਤਰ੍ਹਾਂ ਬਹੁਤ ਸਾਰੇ ਗੰਨਾ ਬਹੁਤ ਬੀਜਦੇ ਆ, ਤੇ ਗੰਨੇ ਦੀ ਜਿਹੜੀ ਸਾਡੀ ਯੀਲਡ ਹੈ ਉਹ ਯੂਨੀਵਰਸਿਟੀ ਨਾਲੋਂ ਜ਼ਿਆਦਾ ਹੈਗੀ ਹੈ। ਕਿਆ ਬਾਤ, ਮਤਲਬ ਵੱਖਰੀ ਤਰ੍ਹਾਂ ਦੀ ਖੇਤੀ ਹੈ, ਪੂਰੀ ਸਟੱਡੀ ਹੈ ਇਹ। ਬਹੁਤ ਸਾਰੇ ਆਉਂਦੇ ਦੇਖਣ ਵਾਸਤੇ। ਮਿਸਟਰ ਓਬਾਮਾ ਨੇ ਵੀ ਆਉਣਾ ਸੀਗਾ, ਉਹਦਾ ਪੰਜਾਬ ਦੀ ਫੇਰੀ ਕੈਂਸਲ ਹੋ ਗਈ, ਤਿਆਰੀ ਪੂਰੀ ਸੀਗੀ ਸਾਰੀ ਜੀ। ਇੱਕ ਟੀਮ ਪਹਿਲਾਂ ਵਾਈਟ ਹਾਊਸ ਚੋਂ ਆ ਚੁੱਕੀ ਸੀ ਸਾਡੇ ਕੋਲ, ਕਾਫੀ ਜਾਣੇ ਵੱਖਰੇ ਵੱਖਰੇ ਫੀਲਡ ਦੇ ਲੋਕ ਸੀਗੇ। ਕੋਈ ਇਕਨੋਮਿਕਸ ਦਾ ਸੀ, ਕੋਈ ਐਗਰੀਕਲਚਰ ਦਾ ਸੀ, ਕੋਈ ਡਿਫਰੈਂਟ ਫੀਲਡ ਦੇ ਲੋਕ ਸਾਰੇ ਇਕੱਠੇ ਹੋ ਕੇ ਇੱਕ ਬੱਸ ਵਿੱਚ ਆਏ ਸੀ। ਔਰ ਇੰਨੇ ਮਤਲਬ ਧਿਆਨ ਨਾਲ ਉਹਨਾਂ ਨੇ ਇੱਕ ਚੀਜ਼ ਸਟੱਡੀ ਕੀਤੀ ਵੀ ਕਿੱਦਾਂ ਦੀ ਖੇਤੀ ਕਰ ਰਹੇ ਨੇ ਆਪਣੇ। ਸਾਡੇ ਤਾਂ ਨਹੀਂ ਕਿਸੇ ਨੇ ਪਰਵਾਹ ਕੀਤੀ, ਪਰ ਮਿਸਟਰ ਓਬਾਮਾ ਨੇ ਦੇਖਣ ਆਉਣਾ ਸੀਗਾ ਜੀ। ਮੰਤਵ ਕੀ ਸੀ ਤਾਂ ਨਹੀਂ ਮੈਨੂੰ ਪਤਾ ਹੈਗਾ, ਪਰ ਹੈ ਮਤਲਬ ਵਧੀਆ ਖੇਤੀ ਹੈ ਇਹ ਜੀ, ਇਹਦਾ ਫਾਇਦਾ ਬਹੁਤ ਹੈ ਜੀ। ਬਿਲਕੁਲ ਜੀ। ਕੋਈ ਗਰੀਬ ਕਿਸਾਨ ਜਿਹੜਾ ਉਹ 1 ਏਕੜ ਚੋਂ 5 ਏਕੜ ਦੀ ਫਸਲ ਲੈ ਸਕਦਾ ਇਸ ਤਰੀਕੇ ਨਾਲ ਜੀ। ਬਿਲਕੁਲ ਜੀ, ਬਹੁਤ ਵਿਲੱਖਣ ਕਾਰਜ ਹੋ ਰਹੇ ਨੇ। ਇਹ ਸਮਾਜ ਸੇਵਾ ਇੱਕੋ ਤਰ੍ਹਾਂ ਦੀ ਨਹੀਂ ਕਿ ਜਿੱਥੋਂ ਪਿੰਗਲਵਾੜਾ ਸੰਸਥਾ ਦੀ ਸ਼ੁਰੂਆਤ ਹੋਈ ਸੀ ਤੇ ਕਿ ਦੁਖੀਆਂ ਨੂੰ, ਦਰਦਮੰਦਾਂ ਨੂੰ ਸਾਂਭਣ ਦੀ, ਉੱਥੇ ਸਮਾਜ ਦੀ ਜਿਹੜੀ ਦੁੱਖ ਦੀ ਰਗ ਹੈ ਜਾਂ ਸਮਾਜ ਦੀਆਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਨੂੰ ਦੂਰ ਕਰਨ ਦੀ ਗੱਲ ਵੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਮੈਡਮ, ਮੈਂ ਇੱਕ ਸਵਾਲ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਜੀ ਕਿ ਤੁਸੀਂ ਇੰਨੀ ਵੱਡੀ ਸੰਸਥਾ ਦੇ ਇਸ ਵਕਤ
ਵਕਤ ਤੁਸੀਂ ਕੰਮ ਚਲਾ ਰਹੇ ਜੇ, ਇਸ ਵਕਤ ਤੁਹਾਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਤੁਹਾਡੀ ਹੈ ਇਸ ਸੰਸਥਾ ਦੀ, ਜਿਸ ਦੀਆਂ ਬਹੁਤ ਸਾਰੀਆਂ ਸ਼ਾਖਾਵਾਂ ਵੀ ਨੇ। ਤੇ ਜ਼ਾਹਿਰ ਹੈ ਕਿ ਜਦੋਂ ਇੰਨਾ ਵੱਡਾ ਪ੍ਰਬੰਧ ਹੁੰਦਾ ਹੈ ਤਾਂ ਉਹ ਬਹੁਤ ਸਾਰੀਆਂ ਮੁਸ਼ਕਲਾਂ ਵੀ ਕਿਤੇ ਨਾ ਕਿਤੇ ਆਉਂਦੀਆਂ ਹੋਣਗੀਆਂ, ਤੁਹਾਨੂੰ ਵੀ ਆਈਆਂ ਹੋਣਗੀਆਂ। ਤੁਸੀਂ ਉਹਨਾਂ ਚੁਣੌਤੀਆਂ ਨੂੰ ਕਿਸ ਤਰ੍ਹਾਂ ਵੇਖਿਆ, ਕਿਸ ਤਰ੍ਹਾਂ ਸਮਝਿਆ ਜੀ? ਦੇਖੋ, ਭਾਵੇਂ ਤੁਹਾਡੇ ਘਰ ਚਲਾ ਲਓ ਤੇ ਭਾਵੇਂ ਤੁਸੀਂ ਸੰਸਥਾ ਚਲਾ ਲਓ, ਜੀ ਪ੍ਰੋਬਲਮ ਤੇ ਚੁਣੌਤੀਆਂ ਤੇ ਹਰ ਥਾਂ ਹੀ ਨੇ ਇਨਸਾਨ ਨੂੰ ਆਉਂਦੀਆਂ, ਕੋਈ ਐਡੀ ਬਿਲਕੁਲ ਗੱਲ ਨਹੀਂ ਹੈਗੀ। ਜੀ ਪਰ ਐਡੀ ਕੋਈ ਗੱਲ ਵੀ ਨਹੀਂ ਹੈਗੀ ਕਿ ਉਹ ਹੱਲ ਨਹੀਂ ਹੋ ਸਕਦੀਆਂ। ਜੀ ਤੇ ਹੁਣ ਤਾਂ ਖੈਰ ਬਹੁਤ ਸੰਗਤ ਸਾਥ ਦਿੰਦੀ ਹੈ, ਮਾਇਆ ਵੱਲੋਂ ਵੀ ਸਾਥ ਦਿੰਦੀ ਹੈ। ਜੇ ਜੀ ਅਸੀਂ ਭਗਤ ਜੀ ਦੀ ਬਰਸੀ ਤੇ ਖੂਨਦਾਨ ਕੈਂਪ ਲਾਉਣੇ ਆ ਤਾਂ 200 ਯੂਨਿਟ ਖੂਨ ਇਕੱਠਾ ਹੋ ਜਾਂਦਾ, ਜੀ ਕਿਉਂਕਿ ਸਾਡੇ ਕੋਲ ਜਿਹੜੇ ਮਰੀਜ਼ ਆਉਂਦੇ ਆ ਕੋਈ 4 ਗ੍ਰਾਮ ਨਾਲ, ਕੋਈ 5 ਗ੍ਰਾਮ ਨਾਲ, ਕੋਈ ਲੇਡੀਜ਼ ਪ੍ਰੈਗਨੈਂਟ ਆ ਜਾਂਦੀਆਂ 5 ਗ੍ਰਾਮ ਖੂਨ ਹੁੰਦਾ, ਜੀ ਕੋਈ ਹੱਡੀ ਟੁੱਟੀ ਵਾਲਾ, ਜ਼ਖਮਾਂ ਵਾਲਾ ਆ ਜਾਂਦਾ, ਕੀੜੇ ਪਏ ਹੁੰਦੇ ਆ, ਉਹਦਾ ਜੀ 6-6 ਗ੍ਰਾਮ ਖੂਨ ਹੁੰਦਾ। ਤਾਂ ਬਹੁਤ ਸਾਰੇ ਮਰੀਜ਼ਾਂ ਨੂੰ ਬਲੱਡ ਦੀ ਲੋੜ ਪੈਂਦੀ ਸੀ। ਫਿਰ ਜੀ ਇੱਥੋਂ ਉਹਨਾਂ ਦੇ ਰਿਸ਼ਤੇਦਾਰ ਤਾਂ ਕੋਈ ਹੁੰਦੇ ਹੀ ਲਵਾਰਸ ਹੁੰਦੇ ਆ, ਫਿਰ ਅਸੀਂ ਜੀ ਹਰ ਸਾਲ ਖੂਨਦਾਨ ਕੈਂਪ ਲਾਉਣਾ ਸ਼ੁਰੂ ਕਰ ਦਿੱਤਾ ਬਾਬਾ ਜੀ ਦੀ ਬਰਸੀ ਤੇ। ਜੀ ਤੇ ਹੁਣ ਸਾਨੂੰ ਖੂਨ, ਮਤਲਬ ਜਿੱਥੇ ਸੰਗਤਾਂ ਪੈਸੇ ਦਿੰਦੀਆਂ ਉੱਥੇ ਖੂਨ ਦੀ ਵੀ ਕਮੀ ਨਹੀਂ ਰਹਿਣ ਦਿੰਦੀਆਂ। ਜੀ ਜੀ ਤੇ ਇਸ ਕਰਕੇ ਬਲਿਹਾਰੇ ਜਾਈਏ ਸੰਗਤਾਂ ਦੇ ਜੀ ਕਿ ਇਹ ਜਿਹੜੀਆਂ ਮਤਲਬ ਅਕਾਲ ਪੁਰਖ ਦਾ ਸਿਰ ਤੇ ਹੱਥ, ਭਗਤ ਦੀਆਂ ਅਸੀਸਾਂ, ਸੰਗਤ ਦਾ ਸਹਿਯੋਗ, ਜੀ ਬੜੀ ਵੱਡੀਆਂ ਗੱਲਾਂ ਨੇ। ਬਿਲਕੁਲ ਜੀ ਕਈ ਆਲਰੇਡੀ ਸੇਵਾ ਕਰ ਰਹੇ ਨੇ, ਬਾਹਰਲੇ ਦੇਸ਼ਾਂ 'ਚ ਵੀ ਸੇਵਾ ਕਰ ਰਹੇ ਨੇ ਆਲਰੇਡੀ। ਜੀ ਸਾਡੀ ਕੈਨੇਡਾ 'ਚ ਵੀ ਹੋਇਆ, ਚੈਰੀਟੇਬਲ ਸੰਸਥਾ ਰਜਿਸਟਰ ਹੋਈ ਹੋਈ ਹੈ, ਇੰਗਲੈਂਡ 'ਚ ਵੀ ਹੋਈ ਹੈ, ਅਮਰੀਕਾ 'ਚ ਵੀ ਹੋਈ ਹੋਈ ਹੈ। ਜੀ ਤੇ ਸਾਰੇ ਜਿਹੜੇ ਮੇਰੇ ਭੈਣ ਭਰਾ ਲੱਗੇ ਹੋਏ ਨੇ ਬਾਹਰ, ਜੀ ਮੇਰੇ ਨਾਲੋਂ ਵੀ ਜ਼ਿਆਦਾ ਉਹਨਾਂ ਨੂੰ ਫਿਕਰ ਹੈ ਪਿੰਗਲਵਾੜੇ ਦਾ। ਇੱਕ ਬਿਲਕੁਲ ਬਹੁਤ ਵੱਡੀ ਟੀਮ ਹੈ ਜਿਹੜੀ ਕੰਮ ਕਰ ਰਹੀ ਹੈ, ਕੋਈ ਮੈਂ ਇਕੱਲੀ ਤਾਂ ਨਹੀਂ ਕਰ ਰਹੀ। ਜੀ ਤੇ ਉਹ ਵੱਡੀ ਟੀਮ ਜਿਹੜੀ ਹੈ, ਸਾਡੇ ਬੜੇ ਪਿਆਰ ਕਰਦੇ ਆ, ਸਾਰੇ ਇਮਾਨਦਾਰ ਨੇ। ਇੱਕ ਇਹ ਬੜੀ ਵੱਡੀ ਗੱਲ ਹੈ ਕਿ ਸਾਡੇ ਜਿਹੜੇ ਸਾਰੇ ਮੈਂਬਰ ਨੇ ਉਹ ਸਾਰੇ ਇਮਾਨਦਾਰ ਤੇ ਕੰਮ ਕਰਨ ਵਾਲੇ ਨੇ। ਜੀ ਮੈਂ ਤਾਂ ਬਹੁਤ ਅਕਾਲ ਪੁਰਖ ਦਾ ਕੋਟ ਕਟਾਣ ਧੰਨਵਾਦ ਕਰਦੀ ਹਾਂ, ਕਿਉਂਕਿ ਮੈਂ ਬਹੁਤ ਸੰਸਥਾਵਾਂ ਦੇਖੀਆਂ ਨੇ ਜਿੱਥੇ ਕਿ ਮੈਂਬਰ ਇੱਕ ਵੀ ਜੇ ਬੇਈਮਾਨ ਆ ਜੇ ਤੇ ਸਾਰਾ ਜੀ ਬੇੜਾ ਗਰਕ ਹੋ ਜਾਂਦਾ। ਜੀ ਪਰ ਜੀ ਮੈਨੂੰ ਤੇ ਮੈਂ ਕਿੰਨਾ ਕੁ ਅਕਾਲ ਪੁਰਖ ਦਾ ਧੰਨਵਾਦ ਕਰਾਂ ਵੀ ਸਾਰੇ ਮੈਂਬਰ ਜਿਹੜੇ ਨੇ ਕੰਮ ਕਰਨ ਵਾਲੇ ਤੇ ਓਨੈਸਟ, ਜੀ ਸਿੰਸੀਅਰ ਨੇ। ਕੋਈ ਐ ਨਹੀਂ ਹੈਗਾ ਬਾਕੀ ਸੁਸਾਇਟੀਆਂ ਮੰਗਵਾਏ, ਮੀਟਿੰਗ ਅਟੈਂਡ ਕੀਤੀ, ਚਾਹ ਪਾਣੀ ਪੀਤਾ, ਥੋੜੀਆਂ ਬਹੁਤੀਆਂ ਗੱਲਾਂ ਕੀਤੀਆਂ ਜਾਂ ਥੋੜੇ ਬਹੁਤ ਸੁਜੈਸ਼ਨ ਦਿੱਤੀਆਂ ਤੇ ਚਲੇ ਗਏ। ਜੀ ਇੱਥੇ ਸਾਰੇ ਜਿਹੜੇ ਮੈਂਬਰ ਨੇ ਆਪ ਕੰਮ ਕਰਦੇ ਆ। ਜੀ ਬਿਲਕੁਲ ਤਕਰੀਬਨ ਰੋਜ਼ ਹੀ ਆਉਂਦੇ ਤੇ ਰੋਜ਼ ਹੀ ਸਾਰਾ ਦਿਨ ਹੀ ਕੰਮ ਕਰਦੇ ਆ। ਤਾਂ ਬਿਲਕੁਲ। ਰਾਜਵੀਰ ਸਿੰਘ ਜਾਂ ਕੁਦਰਤੀ ਖੇਤੀ, ਜੀ ਹੋਰ ਵੀ ਬੜੇ ਕੰਮ ਜਿਹੜੇ ਇੱਧਰਲੇ ਉੱਧਰਲੇ ਬਹੁਤ ਸਾਰੇ, ਨਰਸਰੀ ਵੀ ਉਹਨਾਂ ਦੇ ਅੰਡਰ ਹੈ, ਗਊਸ਼ਾਲਾ ਵੀ ਉਹਨਾਂ ਦੇ ਅੰਡਰ ਹੈ। ਜੀ ਬਹੁਤ ਸਾਰੇ ਕੰਮ ਜਿਹੜੇ ਨੇ ਸੌਂਪੇ ਹੋਏ ਨੇ ਵੱਖਰੇ ਵੱਖਰੇ ਮੈਂਬਰਾਂ ਨੂੰ, ਸਾਰੇ ਜੀ ਆਪਣੇ ਦਿਲ ਨਾਲ ਕਰ ਰਹੇ ਨੇ। ਇਸ ਕਰਕੇ ਕੋਈ ਬਹੁਤੀ ਵੱਡੀ ਪ੍ਰੋਬਲਮ ਨਹੀਂ ਆਉਂਦੀ। ਸ਼ੁਰੂ ਚ ਸੀਗੀ, ਜੀ ਉਹ ਹੱਲ ਹੋ ਗਈ, ਕੋਈ ਖਾਸ ਗੱਲ ਨਹੀਂ ਹੋਈ ਐਡੀ। ਜੀ ਤੇ ਇਸ ਤਰ੍ਹਾਂ ਥੋੜੀਆਂ ਬਹੁਤੀਆਂ ਪ੍ਰੋਬਲਮਸ ਆਉਂਦੀਆਂ, ਉਹ ਤਾਂ ਉਹ ਐਡੀਆਂ ਗੱਲ ਨਹੀਂ ਹੈਗੀ ਜਿਹੜੀਆਂ ਕਿ ਸੋਲਵ ਨਾ ਹੋ ਸਕਣ। ਜੀ ਸਾਰੀਆਂ ਆਰਾਮ ਨਾਲ, ਸਾਡੇ ਟੀਮ ਵਰਕ ਹੈ, ਸੋਲਵ ਹੋ ਜਾਂਦੀਆਂ। ਸਾਰੇ ਹੈਲਪ ਕਰਦੇ ਆ, ਬਾਹਰੋਂ ਵੀ ਹੋਰ ਸਾਰੇ ਜੁੜੀ ਜਾਂਦੇ ਆ। ਜੀ ਹੋਰ ਮੇਰੇ ਭੈਣ ਭਰਾ ਜਿਹੜੇ ਮੇਰੇ ਵਾਕਫ ਆ, ਸਾਰਿਆਂ ਨੂੰ ਵਾਰਡ ਲਈਦਾ, ਪਿੰਗਰ ਵਾਲੇ ਜਿਹੜਾ ਆਉਂਦਾ ਉਹਨੂੰ ਕਹੀਦਾ ਕੰਮ ਕਰਾ ਕੇ। ਜੀ ਜੀ ਤੇ ਬਿਲਕੁਲ ਸਾਰੇ ਜੀ ਜਣੇ ਬਹੁਤ ਕਰਦੇ ਹੈਗੇ ਆ। ਹੁਣ ਮੇਰੀ ਇੱਕ ਫਰੈਂਡ ਸੀ, ਉਹਦੇ ਬ੍ਰਦਰ ਭਾਬੀ, ਉਹ ਵੀ ਲੱਗੇ ਹੋਏ ਆ। ਉਹਨਾਂ ਦੀ ਇੱਕ ਫਰੈਂਡ ਸੀ, ਉਹ ਵੀ ਲੱਗੇ ਹੋਏ ਆ। ਤਾਂ ਜੀ ਬਹੁਤ ਜੀ ਸਾਰੇ ਹੈਲਪ ਕਰਦੇ ਆ। ਤੇ ਜਿਹੜਾ ਜਿੰਨਾ ਵੱਡਾ ਕੰਮ ਹੈ ਉਨੀ ਵੱਡੀ ਟੀਮ ਹੈ। ਜੀ 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 ਬਿਲਕੁਲ ਜੀ ਬਿਲਕੁਲ। ਵੱਡੇ ਕੰਮ ਤਾਂ ਹੀ ਸੰਭਵ ਹੋ ਸਕਦੇ ਨੇ ਜੇ ਉਹਦੇ ਨਾਲ ਬਹੁਤ ਸਾਰੇ ਲੋਕਾਂ ਦਾ ਸਹਿਯੋਗ ਹੋਵੇ। ਔਰ ਪਿੰਗਲਵਾੜਾ ਦੇ ਨਾਲ ਤੇ ਲੋਕ ਵੱਖ-ਵੱਖ ਮੁਲਕਾਂ ਵਿੱਚ ਬੈਠੇ ਹੋਏ ਵੀ, ਉੱਥੇ ਬੈਠੇ ਵੀ, ਉਹਨਾਂ ਦਾ ਸਿਜਦਾ ਵੀ ਆ, ਨਮਨ ਵੀ ਆ ਹਮੇਸ਼ਾ ਪਿੰਗਲਵਾੜਾ ਨੂੰ, ਔਰ ਹਮੇਸ਼ਾ ਹੀ ਉਹ ਸਹਿਯੋਗ ਦਿੰਦੇ ਰਹਿੰਦੇ ਨੇ। ਜਿਵੇਂ ਤੁਸੀਂ ਵੀ ਮੈਡਮ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਾਫੀ ਵਾਰ ਤੁਹਾਨੂੰ ਜਾਣ ਦਾ ਮੌਕਾ ਮਿਲਿਆ ਜੀ। ਉੱਥੇ ਮੈਨੂੰ ਇੰਝ ਲੱਗਦਾ ਹੈ ਕਿ ਉੱਥੇ ਲੋਕ ਹੋਰ ਵੀ ਜ਼ਿਆਦਾ ਅਥਾਹ ਸ਼ਰਧਾ ਜਿਹੜੀ ਉਹ ਰੱਖਦੇ ਨੇ। ਤੁਹਾਨੂੰ ਇਸ ਤਰ੍ਹਾਂ ਦੇ ਤਜਰਬੇ ਵੀ ਉੱਥੇ ਹੋਣਗੇ ਕਿ ਬਹੁਤ ਲੋਕ ਸਿਜਦਾ ਕਰਦੇ ਨੇ ਇਸ ਸੰਸਥਾ ਨੂੰ, ਔਰ ਬਹੁਤ ਸਤਿਕਾਰ ਹੈ ਜੀ ਤੁਹਾਡਾ ਸਾਰੀਆਂ ਜਗ੍ਹਾ ਤੇ। ਬਾਹਰ ਗੁਰਦੁਆਰਿਆਂ 'ਚ ਵੀ ਗੋਲਕਾਂ ਲੱਗੀਆਂ ਹੋਈਆਂ, ਇੱਥੇ ਵੀ ਗੁਰਦੁਆਰਿਆਂ 'ਚ ਗੋਲਕਾਂ ਲੱਗੀਆਂ ਹੋਈਆਂ। ਜੀ ਤੇ ਸੰਗਤਾਂ ਬਹੁਤ ਖੁੱਲੇ ਦਿਲ ਨਾਲ ਪੈਸੇ ਦੀ ਸੇਵਾ ਕਰਦੀਆਂ। ਜੀ 7 ਲੱਖ 7.5 ਲੱਖ ਰੁਪਇਆ ਰੋਜ਼ ਦਾ ਖਰਚਾ ਹੈ। ਜੀ ਤੇ ਤੁਹਾਡੇ ਵਰਗੇ ਵੀ ਕਿੰਨੀ ਹੈਲਪ ਕਰ ਰਹੇ, ਤੁਹਾਨੂੰ ਵੀ ਫਿਕਰ ਹੈ ਵੀ ਅਸੀਂ ਚਲੋ ਪਿੰਗਲਵਾੜੇ ਬਾਰੇ ਲੋਕਾਂ ਨੂੰ ਜਾਣਕਾਰੀ ਦਈਏ। ਤੁਸੀਂ ਤਾਂ ਹੀ ਜਿਹੜਾ ਪ੍ਰੋਗਰਾਮ ਰਚਿਆ। ਤਾਂ ਇਸ ਤਰ੍ਹਾਂ ਬੜੇ ਭੈਣ ਭਰਾ ਨੇ ਜਿਹੜੇ ਮਤਲਬ ਮੀਡੀਆ ਵਾਲੇ ਵੀ ਹੈਲਪ ਕਰਦੇ ਆ। ਜੀ 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 ਬਿਲਕੁਲ ਜੀ ਮੀਡੀਆ ਵਾਲੇ ਵੀ ਇੰਨੀ ਵਧੀਆ ਤਰ੍ਹਾਂ ਜੁੜੇ ਹੋਏ ਆ ਪਿੰਗਲਵਾੜਾ ਸੰਸਥਾ ਨਾਲ ਜੀ ਕਿ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਜੀ ਨੂੰ ਆਪੇ ਫਿਕਰ ਹੁੰਦਾ।
ਕੋਈ ਜੀ ਨਵੀਂ ਗੱਲ ਦੱਸੋ ਤਾਂ ਅਸੀਂ ਬਣਾਈਏ ਕੁਛ, ਤੁਹਾਡਾ ਪਾ ਦਈਏ YouTube ਤੇ ਪਾਈਏ, ਜਾਂ ਉਦਾਂ ਜੀ ਲੋਕਾਂ ਨੂੰ ਜਾਣਕਾਰੀ ਦੇਈਏ। ਵੱਖਰੇ ਵੱਖਰੇ ਚੈਨਲ ਜਿਹੜੇ ਨੇ ਆਪ ਹੀ ਮਤਲਬ ਅਸੀਂ ਲੋਕੀ, ਮੈਂ ਸ਼ੁਰੂ ਸ਼ੁਰੂ ਚ ਨਹੀਂ ਸੀਗਾ ਵੀ ਆਦਤ ਪਈ ਹੁੰਦੀ ਹੈ ਕਈ ਮੀਡੀਆ ਵਾਲਿਆਂ ਨੂੰ ਵੀ, ਕੋਈ ਉਹਨਾਂ ਦੀ ਖਾਤਰ ਕਰੇ, ਕੋਈ ਉਹਨਾਂ ਨੂੰ ਰੋਟੀਆਂ ਖਵਾਵੇ, ਕੋਈ ਚਾਹ ਚੁ ਪਿਆਵੇ, ਕੋਈ ਪੈਸੇ ਦੇਵੇ। ਜੀ ਪਰ ਪਿੰਗੋੜਾ ਸੰਸਥਾ ਚ ਅਸੀਂ ਇੱਕ ਵਾਰੀ ਮੈਂ ਹੱਥ ਜੋੜ ਕੇ ਬੇਨਤੀ ਕੀਤੀ ਸੀ ਬਿਲਕੁਲ ਜੀ ਸਾਰੇ ਮੀਡੀਆ ਵਾਲਿਆਂ ਨੂੰ ਵੀ ਇਹ ਜਿਹੀ ਜਾਂ ਮੇਰਾ ਪਿੰਗੋੜਾ ਉੱਚਾ ਤੁਹਾਡਾ, ਬਿਲਕੁਲ ਜੀ ਹਰੇਕ ਦਾ ਇੱਥੇ ਯੋਗਦਾਨ ਪਾਉਣ ਦਾ ਮਤਲਬ ਹੈ, ਜੀ ਇੱਥੋਂ ਕੁਝ ਲੈਣ ਦਾ ਕੋਈ ਮਤਲਬ ਨਹੀਂ ਹੈਗਾ। ਬਿਲकुल ਤਾਂ जी ਉਸ ਤੋਂ ਬਾਅਦ ਕਦੇ ਕਿਸੇ ਨੇ ਐਡ ਵੀ ਨਹੀਂ ਮੰਗੀ ਪਿੰਗਲਵਾੜੇ ਤੋਂ। ਮੈਂ जी जी ਮਤਲਬ ਧੰਨਵਾਦੀ ਆ ਸਾਰਿਆਂ ਦੀ जी ਕਿ ਇੰਨਾ ਪਿਆਰ ਦਿੰਦੇ ਆ, ਉਹਨਾਂ ਨੂੰ ਆਪੇ ਫਿਕਰ ਹੁੰਦਾ जी ਵੀ ਜੀ ਇੱਕ ਨਵੀਂ ਸਟੋਰੀ ਕਰ ਲਈਏ, ਆਪਾਂ ਨਵੀਂ ਸਟੋਰੀ ਕਰ ਲਈਏ ਹੁਣ। ਤਾਂ जी ਮੈਂ ਕਿਹਾ जी ਵੀ ਉਹ ਸਪਾਈਨਲ ਕੋਰਡ ਇੰਜਰੀ ਵਾਲੀ ਕਰੋ, ਵੀ ਉਹ ਰਿਹੈਬਿਲਿਟੇਟ ਹੋ ਜਾਣ ਲੋਕੀ। जी ਤਾਂ ਬਹੁਤ बिल्कुल ਬਹੁਤ ਸਾਰਿਆਂ ਦਾ ਸਾਥ ਜਿਹੜਾ ਨਾ, जी ਉਹ ਤਾਂ ਕਿੰਨਾ ਕੁ ਧੰਨਵਾਦ ਕੀਤਾ ਜਾਵੇ ਵਾਹਿਗੁਰੂ ਦਾ, ਹਨਾ। ਕੋਈ बिल्कुल जी ਲਫ਼ਜ਼ ਹੀ ਨਹੀਂ ਹੈਗੇ ਇਸ ਦਾ बिल्कुल ਧੰਨਵਾਦ जी ਕਰ ਸਕੀਏ। जी जी शुकराना है जी ਉਹ ਵਾਹਿਗੁਰੂ ਦਾ ਕਿ ਉਹ ਹਮੇਸ਼ਾ ਹੀ ਅਜਿਹੀਆਂ ਰੂਹਾਂ ਨੂੰ, ਅਜਿਹੇ ਲੋਕਾਂ ਨੂੰ ਬਖਸ਼ਿਸ਼ ਦੇ ਕੇ ਭੇਜਦਾ ਹੈ, ਤੁਹਾਡੇ ਵਰਗੀਆਂ ਸ਼ਖਸੀਅਤਾਂ ਨੂੰ ਜਿਹੜੀਆਂ ਸਮਾਜ ਦੇ ਲਈ ਇੰਨੇ ਵਿਲੱਖਣ ਕਾਰਜ ਕਰਦੀਆਂ ਨੇ ਔਰ ਸਾਰਿਆਂ ਦੇ ਲਈ ਪ੍ਰੇਰਨਾ ਸਰੋਤ ਨੇ, ਸਾਰਿਆਂ ਦੇ ਲਈ, ਹਰ ਬੱਚੇ ਦੇ ਲਈ, ਹਰ ਜਵਾਨ ਦੇ ਲਈ, ਹਰ ਬਜ਼ੁਰਗ ਦੇ ਲਈ। ਹਰ ਕਿਸੇ ਦੇ ਮੂੰਹ ਤੇ ਹਰ ਕਿਸੇ ਦੇ ਅਲਫਾਜ਼ ਬੜੀ ਸ਼ਿੱਦਤ ਦੇ ਨਾਲ ਮੈਡਮ ਇੰਦਰਜੀਤ ਜੀ ਹੋਰਾਂ ਦੇ ਨਾਲ ਜੁੜੇ ਹੋਏ ਨੇ। ਜਦੋਂ ਡਾਕਟਰ ਮੈਡਮ ਇੰਦਰਜੀਤ ਹੋਰਾਂ ਦਾ ਨਾਮ ਆਉਂਦਾ ਹੈ ਤੇ ਹਰ ਕਿਸੇ ਦਾ ਸਲੂਟ, ਹਰ ਕਿਸੇ ਦਾ ਸਿਜਦਾ ਹੁੰਦਾ ਹੈ ਉਹਨਾਂ ਨੂੰ, ਕਿਉਂਕਿ ਭਗਤ ਜੀ ਦਾ ਜੀਵਨ, ਭਗਤ ਜੀ ਦੇ ਜੀਵਨ ਤੋਂ ਜਿਨ੍ਹਾਂ ਨੇ ਪ੍ਰੇਰਨਾ ਲਈ, ਜਿਨ੍ਹਾਂ ਨੇ ਇੰਨਾ ਲੰਮਾ ਸਮਾਂ ਉਹਨਾਂ ਦੇ ਨਾਲ ਗੁਜ਼ਾਰਿਆ, ਉਹਨਾਂ ਦੀ ਜਿਹੜੀ ਬਖਸ਼ਿਸ਼, ਖਾਸ ਤੌਰ ਤੇ ਉਹਨਾਂ ਦੇ ਵਿਚਾਰ, ਉਹਨਾਂ ਦੀਆਂ ਸਿੱਖਿਆਵਾਂ, ਉਹਨਾਂ ਦਾ ਲਿਟਰੇਚਰ, ਉਹਨਾਂ ਦੀ ਜੀਵਨ ਸ਼ੈਲੀ, ਉਹਨਾਂ ਦੀ ਕਾਰਜ ਸ਼ੈਲੀ, ਕਿ ਸਮਾਜ ਦੇ ਲਈ ਕਿਵੇਂ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਜਿਹੜੀ ਸੀ ਉਹ ਸਮਰਪਿਤ ਕੀਤੀ ਹੋਈ ਸੀਗੀ। ਸੋ ਤੁਹਾਡਾ ਮੈਡਮ ਅਸੀਂ ਕਿਸ ਤਰੀਕੇ ਨਾਲ ਸ਼ੁਕਰੀਆ ਕਰੀਏ ਕਿ ਤੁਸੀਂ ਸਾਡੇ ਲਈ ਇੰਨਾ ਵਕਤ ਕੱਢਿਆ ਹੈ ਔਰ ਸਾਡੇ ਨਾਲ ਇੰਨੀਆਂ ਮਿੱਠੀਆਂ ਪਿਆਰੀਆਂ ਰੂਹ ਤੋਂ ਗੱਲਾਂ ਕੀਤੀਆਂ ਨੇ, ਔਰ ਹਰ ਇੱਕ ਗੱਲ ਸਾਡੇ ਵੱਜਦੀ ਹੈ ਜਾ ਕੇ ਜੀ। ਔਰ ਮੈਨੂੰ ਇੰਝ ਲੱਗਦਾ ਹੈ ਕਿ ਹਰ ਕਿਸੇ ਨੂੰ ਅੱਜ ਦੀ ਇਹ ਜਿਹੜੀ ਮੁਲਾਕਾਤ ਹੈ ਨਾ, ਹਮੇਸ਼ਾ ਹੀ ਕਈ ਉਹਨਾਂ ਦੀਆਂ ਜਿਹੜੀਆਂ ਮਨ ਦੀਆਂ ਭਾਵਨਾਵਾਂ ਔਰ ਕਈ ਤਰ੍ਹਾਂ ਦੇ ਉਹਨਾਂ ਦੇ ਅੰਦਰ ਚਿਣਗ ਪੈਦਾ ਕਰੇਗੀ, ਇੱਕ ਲੋਹ ਪੈਦਾ ਕਰੇਗੀ, ਇੱਕ ਰਿਸ਼ਮ ਪੈਦਾ ਕਰੇਗੀ, ਜਿਹਦੇ ਨਾਲ ਉਹ ਵੀ ਕੁਝ ਨਾ ਕੁਝ ਕਿਸੇ ਨਾ ਕਿਸੇ ਤਰੀਕੇ ਨਾਲ ਸਮਾਜ ਨਾਲ ਜ਼ਰੂਰ ਜੁੜਨਗੇ। ਕਿਉਂਕਿ ਤੁਹਾਡੇ ਵਰਗੀਆਂ ਸ਼ਖਸੀਅਤਾਂ ਦਾ ਇਸ ਮੰਚ ਤੋਂ ਬੋਲਣਾ, ਗੱਲ ਕਰਨੀ ਔਰ ਤੁਹਾਡਾ ਜੀਵਨ ਜਿਹੜਾ ਹੈ ਉਹ ਬਿਨਾਂ ਕੁਝ ਕਿਹਾ ਹੀ ਬਹੁਤ ਕੁਝ ਪ੍ਰੇਰਨਾ ਜਿਹੜੀ ਹੈ ਉਹ ਦੇ ਦਿੰਦਾ ਹੈ। ਸੋ ਮੈਡਮ ਦਿਲ ਤੇ ਕਰਦਾ ਹੈ ਕਿ ਹੋਰ ਗੱਲਾਂ ਕਰੀ ਜਾਈਏ, ਔਰ ਅਸੀਂ ਤੁਹਾਡੇ ਵਕਤ ਨੂੰ ਵੀ ਵੇਖਦੇ ਹੋਏ, ਤੁਹਾਡੀ ਸ਼ਖਸੀਅਤ ਨੂੰ, ਤੁਹਾਡੇ ਰੁਝੇਵਿਆਂ ਨੂੰ, ਸਾਡਾ ਪ੍ਰੋਗਰਾਮ ਜਿਹੜਾ ਹੈ ਹੁਣ ਕੁਝ ਪਲਾਂ ਤੱਕ, ਅੱਜ ਦਾ ਇਹ ਪ੍ਰੋਗਰਾਮ ਖਤਮ ਹੋਣ ਜਾ ਰਿਹਾ ਹੈ। ਸੋ ਮੈਂ ਇਹ ਤੁਹਾਨੂੰ ਗੁਜ਼ਾਰਿਸ਼ ਕਰਾਂਗੀ ਬੜੇ ਅਦਬ ਦੇ ਨਾਲ ਕਿ ਤੁਸੀਂ ਸਾਡੇ ਅੱਜ ਦੀਆਂ ਉਹਨਾਂ ਕੁੜੀਆਂ ਨੂੰ ਜਿਹੜੀਆਂ ਸਮਾਜ ਵਿੱਚ ਕੁਝ ਕਰਨਾ ਚਾਹੁੰਦੀਆਂ ਨੇ, ਉਹ ਲੋਕ ਜੋ ਸਮਾਜ ਨੂੰ ਕਿਸੇ ਤਰ੍ਹਾਂ ਵੀ ਆਪਣੀ ਦੇਣ ਦੇਣਾ ਚਾਹੁੰਦੇ ਨੇ, ਉਹਨਾਂ ਲਈ ਕੋਈ ਨਾ ਕੋਈ ਸੰਦੇਸ਼ ਜ਼ਰੂਰ ਦੇ ਕੇ ਜਾਓ ਕਿ ਉਹ ਆਪਣੀ ਭੂਮਿਕਾ ਕਿਵੇਂ ਨਿਭਾ ਸਕਦੀਆਂ ਨੇ ਸਮਾਜ ਦੇ ਵਿੱਚ। ਕਿਉਂਕਿ ਕੁੜੀਆਂ ਨੂੰ ਤਾਂ ਬਹਾਦਰ ਹੋਣਾ ਚਾਹੀਦਾ ਜੀ ਬਿਲਕੁਲ ਹੀ। ਉਹਨਾਂ ਨੂੰ ਮਾਰਸ਼ਲ ਗੇਮਸ ਵੀ ਸਿੱਖਣੀਆਂ ਚਾਹੀਦੀਆਂ ਨੇ, ਆਪਣੇ ਕਰਨੇ ਚਾਹੀਦੇ ਆ, ਕਿਸੇ ਤੇ ਡਿਪੈਂਡੈਂਟ ਨਹੀਂ ਹੋਣਾ ਚਾਹੀਦਾ। ਜੀ ਤੇ ਬਹੁਤ ਲੋਕ ਕਹਿੰਦੇ ਆ ਵੀ ਇੰਝ ਹੱਕ ਮੰਗਦੇ ਆ ਜਿਵੇਂ, ਪਰ ਮੈਂ ਇਹ ਕਹਿੰਦੀ ਆ ਵੀ ਕੋਈ ਕਿਸੇ ਕੋ ਰਾਜ ਨਾ ਦੇ ਹੈ, ਡੋ ਜ਼ੋਰ ਲੈ ਹੈ ਨਿਜ ਬਲ ਸੇ ਲੈ। ਜਜ਼ਬਾਲ ਸੇ ਲੈ ਮੈਂ ਕੁੜੀਆਂ ਨੂੰ ਕਹਿੰਦੀ ਆ ਬਲਵਾਨ ਹੋਵੋ ਜੀ ਤੇ ਆਪਣੇ ਚ ਗੁਣ ਪੈਦਾ ਕਰੋ, ਜੀ ਇੱਕ ਜੀਵਨ ਜੀਓ, ਤਾਂ ਕਿ ਤੁਹਾਨੂੰ ਤੁਹਾਡੇ ਮਗਰ ਮਗਰ ਤੁਹਾਡੀ ਵਡਿਆਈ ਫਿਰੇ, ਤੁਹਾਨੂੰ ਮਗਰ ਮਗਰ ਕੰਮ ਫਿਰਨ, ਜੀ ਤੁਹਾਡੀ ਇੱਜ਼ਤ ਹੋਵੇ ਸੰਸਾਰ ਦੇ ਵਿੱਚ। ਨੇਕੀ ਦੇ ਗੁਣਾਂ ਨਾਲ ਇੱਜ਼ਤ ਹੁੰਦੀ ਹੈ। ਬਿਲਕੁਲ ਜਿਹੜੀਆਂ ਕੁੜੀਆਂ ਅੱਜ ਕੱਲ ਦੂਜੇ ਪਾਸੇ ਪੈ ਜਾਂਦੀਆਂ ਨੇ, ਉਹਨਾਂ ਦਾ ਬਹੁਤ ਬੁਰਾ ਹਾਲ ਹੁੰਦਾ। ਜੀ ਤੇ ਨੇਕੀ ਜਿਹੜੀ ਹੈ ਬਹੁਤ ਵੱਡੀ ਗੱਲ ਹੈ। ਜਿਹੜਾ ਨੇਕ ਜੀਵਨ ਜੀਣਾ, ਸੱਚ ਦੇ ਆਧਾਰ ਤੇ ਸਾਦਾ ਜੀਵਨ ਬਤੀਤ ਕਰਨਾ, ਜੀ ਸਭ ਦਾ ਭਲਾ ਸੋਚਣਾ, ਕਿਸੇ ਦਾ ਬੁਰਾ ਨਾ ਸੋਚਣਾ, ਜੀ ਇਹ ਜਿਹੜੇ ਸਾਡੇ ਚ ਗੁਣ ਪੈਦਾ ਹੋਣੇ ਬਹੁਤ ਜ਼ਰੂਰੀ ਨੇ। ਤਾਂ ਹੀ ਸਾਡਾ ਜਿਹੜਾ ਸਮਾਜ ਹੈ, ਸਾਡੀ ਦੁਨੀਆ ਹੈ, ਸਾਡਾ ਸੰਸਾਰ ਹੈ, ਤਾਂ ਹੀ ਵਧੀਆ ਬਣ ਸਕਦਾ ਜੇ ਅਸੀਂ ਆਪਣੇ ਵਿੱਚ ਨੇਕੀ ਦੇ ਗੁਣ ਪੈਦਾ ਕਰਾਂਗੇ। ਲੋਕੀ ਕੁੜੀ ਜੰਮਣ ਤੇ ਰੋਂਦੇ ਆ, ਜਿਵੇਂ ਜੀ ਮੈਂ ਡਾਕਟਰ ਹੋਣ ਦੇ ਨਾਤੇ ਮੈਂ ਪ੍ਰੈਕਟਿਸ ਕਰਦੀ ਰਹੀ ਹਾਂ। ਜੀ ਮੈਂ ਕਹਿੰਦੀ ਨੇਕੀ ਮੰਗੋ ਭਾਈ, ਕੁੜੀ ਮੁੰਡਾ ਨਾ ਕਹੋ। ਹੈਗਾ ਵੀ ਜਿਹੜਾ ਬੱਚਾ ਹੋਵੇ ਨੇਕ ਹੋਵੇ, ਚਾਹੇ ਮੁੰਡਾ ਹੋਵੇ ਚਾਹੇ ਕੁੜੀ ਹੋਵੇ। ਤੇ ਨੌਜਵਾਨਾਂ ਵਾਸਤੇ ਮੈਂ ਕਹਿੰਦੀ ਹਾਂ ਕਿ ਅਣਖ ਨਾਲ ਜੀਣਾ ਸਿੱਖੋ,
ਜੀ ਪੋਲੀਟੀਸ਼ੀਅਨਾਂ ਦੇ ਮਗਰ ਫਿਰਨ ਦੀ ਕੋਈ ਲੋੜ ਨਹੀਂ ਹੈਗੀ। ਆਪਣੇ ਚ ਇੰਨੇ ਗੁਣ ਪੈਦਾ ਕਰੋਗੇ, ਪੋਲੀਟੀਸ਼ੀਅਨ ਤੁਹਾਡੇ ਮਗਰ ਫਿਰ ਬਿਲਕੁਲ ਜੀ। ਗੁਣ ਪੈਦਾ ਕਰਨੇ ਬਹੁਤ ਜ਼ਰੂਰੀ ਹੈ। ਮਾਂ ਬਾਪ ਨੂੰ ਵੀ ਜਿਹੜਾ ਬੱਚਿਆਂ ਨੂੰ ਚੰਗੀ ਸਿੱਖਿਆ ਦੇਣੀ ਬਹੁਤ ਜ਼ਰੂਰੀ ਹੈ। ਸਾਰੇ ਇੱਕੋ ਪੈਸੇ ਲੱਗੇ ਰਹਿੰਦੇ ਵੀ ਤੁਸੀਂ ਪੜ੍ਹੋ ਲਿਖੋ, ਜੀ ਕਮਾਓ ਤੇ ਲਗਜ਼ਰੀ ਦਾ ਜੀਵਨ ਬਤੀਤ ਕਰੋ। ਬਿਲਕੁਲ ਇਹ ਜਿਹੜੀ ਸਿੱਖਿਆ ਇਹ ਗਲਤ ਹੈਗੀ ਹੈ। ਤੁਸੀਂ ਪੜ੍ਹੋ ਲਿਖੋ, ਗੁਣਵਾਨ ਬਣੋ ਤੇ ਗੁਣ ਇੰਨੇ ਹੋਣਗੇ ਤੁਹਾਡੇ ਮਗਰ ਮਗਰ ਦੁਨੀਆ ਫਿਰੇ। ਤਾਂ ਵਾਹ ਇਹ ਫਰਕ ਹੈ ਨਾ ਥੋੜਾ। ਜਿਵੇਂ ਅੱਜ ਕੱਲ ਇਲੈਕਸ਼ਨਾਂ ਸੀਗੀਆਂ ਤੇ ਜੀ ਟਿਕਟਾਂ ਪਿੱਛੇ ਕਿਵੇਂ ਲੋਕੀ ਮਰਦੇ ਫਿਰਦੇ ਸੀ, ਤੇ ਮੇਰਾ ਦਿਲ ਕਰੇ ਮੈਂ ਲਿਖਦਾ ਵੀ ਇਹਨਾਂ ਦੇ ਉੱਤੇ, ਇਹਨਾਂ ਦੀਆਂ ਫੋਟੋਆਂ ਦੇ ਉੱਤੇ ਜੀ ਵੀ ਕਿਵੇਂ ਮਾਇਆ ਪਿੱਛੇ ਰੋਂਦੇ ਫਿਰਦੇ ਹੈ ਨਾ। ਮਾਟੀ का पुतरा कैसे नचता है, बिल्कुल जी। अरे देखे देखे सुने दौड़ो फिरता है। माया लगी तो गर्व करता है, पाया गई तो रोवन लगता है। तो मैं क्या मेरा दिल करा मैं लिखदा भी माटी का पुतरा कैसे नचता है। जी तो जी ਅਸੀਂ ਮਾਟੀ ਦੇ ਪੁੱਤਰੇ ਨਹੀਂ ਬਣਨਾ। ਅਸੀਂ ਗੁਣਮਾਨ, ਸਾਨੂੰ ਵਾਹਿਗੁਰੂ ਨੇ ਦਿਮਾਗ ਦਿੱਤਾ, ਸਾਨੂੰ ਧਰਮ ਗ੍ਰੰਥ ਨੇ ਗੁਰੂ ਗ੍ਰੰਥ ਸਾਹਿਬ ਦਿੱਤਾ, ਜਿਹਦੇ ਤੋਂ ਅਸੀਂ ਆਪਣੀ ਜੀਵਨ ਜਾਚ ਸਿੱਖ ਕੇ ਦੁਨੀਆ 'ਚ ਤਬਦੀਲੀ ਲਿਆ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ वाहिगुरु फतेह। फतेह जी। बहुत बहुत शुक्रिया मैडम। ਡਾਕਟਰ ਰਿਆੜ, ਮੈਂ ਰੰਗ ਜੀ। FM ਵੱਲੋਂ ਮੈਂ ਦੀਪ ਸੰਧੂ, ਡਾਕਟਰ ਸਾਹਿਬਾ ਤੇ ਤੁਹਾਨੂੰ, ਤੁਹਾਡੇ ਕੋਲੋਂ ਮੈਂ ਇੱਕ ਦੋ ਇਜਾਜ਼ਤ ਚਾਹੁੰਦੀ ਹਾਂ, ਦੋ ਕੁ ਗੱਲਾਂ ਕਰਨ ਦੇ जरूर ਲਈ। जरूर मैडम करो जी गल। ਡਾਕਟਰ ਸਾਹਿਬਾ, ਡਾਕਟਰ ਮੇਰੇ ਕੋਲ ਤਾਂ ਹੁਣ ਅੱਜ ਸ਼ਬਦ ਹੀ ਜਿਵੇਂ ਖਤਮ ਹੋ ਗਏ ਨੇ ਆਪ ਜੀ ਨੂੰ ਸਤਿਕਾਰ ਭੇਜਣ ਲਈ, ਹੈ ਨਾ। ਜਿੰਨੇ ਵੀ ਦੁਨੀਆ ਭਰ ਦੇ ਸਤਿਕਾਰਯੋਗ ਤੇ ਬਹੁਤ ਅਡੋਰੇਬਲ ਸ਼ਬਦ ਨੇ, ਉਹ ਸਾਰੇ ਤੁਹਾਨੂੰ ਉਹ ਸਤਿਕਾਰ ਪੁੱਜਦਾ ਹੋਵੇ। ਪਰਮਾਤਮਾ ਕਰੇ ਤੁਹਾਡੇ ਵਰਗੇ ਇਨਸਾਨ ਜੋ ਰੱਬੀ ਰੂਪ ਹੈ ਨਾ, ਸਾਰਾ ਕੁਝ ਤਿਆਗ ਕੇ ਸਿਰਫ ਮਨੁੱਖਤਾ ਬਾਰੇ ਸੋਚਣ। ਹਰੇਕ ਦੇ ਮਨ ਦੇ ਵਿੱਚ ਉਹਨਾਂ ਦਾ ਇਹ ਦਿੱਤਾ ਆਪ ਜੀ ਦਾ ਸੁਨੇਹਾ ਜਾਵੇ, ਇੱਕ ਆਈਕਨ ਬਣਾ ਕੇ ਸਾਰੇ ਹਿੰਦੁਸਤਾਨ ਦੇ ਲੋਕਾਂ ਤੱਕ ਦੋਸਤੋ ਪੁੱਜਦਾ ਕਰੋ ਇਹ ਸੁਨੇਹਾ। ਕਿਉਂ ਆਪਾਂ ਭੁੱਲੀ ਬੈਠੇ ਹਾਂ? ਉਹਨਾਂ ਦੀ ਵੀ ਇੱਕ ਲਾਈਫ ਸੀ ਆਪਣੀ, ਪਰ ਉਹਨਾਂ ਨੇ ਕਿਸ ਗੱਲ ਨੂੰ ਅਪਣਾਇਆ? ਡਾਕਟਰ ਸੀਗੇ, ਉਹ MBBS ਸੀਗੇ, ਬਹੁਤ ਕੁਝ ਅਚੀਵ ਕਰ ਸਕਦੇ ਸੀ, ਪਰ ਉਹਨਾਂ ਨੇ ਇਸ ਰਾਹ ਨੂੰ ਚੁਣਿਆ। ਤੋ ਦੋਸਤੋ, ਮੈਂ ਡਾਕਟਰ ਸਾਹਿਬਾ ਦਾ ਧੰਨਵਾਦ ਤਾਂ ਮੈਂ ਕਰਨਾ ਤਹਿ ਦਿਲੋਂ, ਅਸੀਂ ਤਾਂ ਧੰਨਵਾਦੀ ਹਾਂ ਹੀ, ਸਾਰੀ ਰੰਗ FM ਦੀ ਟੀਮ ਤੇ ਮੈਂ ਤੇ ਡਾਕਟਰ ਬਲਜੀਤ ਹੋਰਾਂ ਦੇ ਵੀ ਮੈਂ ਬਹੁਤ ਜ਼ਿਆਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ। ਅਨਲਿਮਿਟਿਡ, ਜਿਨ੍ਹਾਂ ਨੇ ਇੱਕ ਇੱਕ ਸਵਾਲ ਉਸ ਹਿਸਾਬ ਨਾਲ ਉਹਨਾਂ ਨੂੰ ਪੁੱਛਿਆ ਕਿ ਉਹਨਾਂ ਕੋਲੋਂ ਬੜਾ ਕੁਝ ਕਹਾ ਲਿਆ। ਨਹੀਂ ਤਾਂ ਇਹੋ ਜਿਹੀਆਂ ਸ਼ਖਸੀਅਤਾਂ TV ਤਾਂ ਕੀ, ਰੇਡੀਓ ਤਾਂ ਕੀ, ਆਉਣਾ ਹੀ ਪਸੰਦ ਨਹੀਂ ਕਰਦੀਆਂ ਹੁੰਦੀਆਂ, ਜਿਨ੍ਹਾਂ ਨੂੰ ਸਿਰਫ ਸੇਵਾ ਕਰਨ ਦੀ ਹੀ ਹੁੰਦੀ ਹੈ। ਸੋ ਤਹਿ ਦਿਲੋਂ ਸ਼ੁਕਰੀਆ ਜੀ ਦੋਨਾਂ, ਤੁਹਾਡਾ ਦੋਨਾਂ ਹੀ ਸ਼ਖਸੀਅਤਾਂ ਦਾ। ਤੀਸਰਾ ਦੋਸਤੋ, ਮੈਂ ਇਹ ਖਾਸ ਗੱਲ ਕਹਿਣ ਦੇ ਲਈ ਆਪ ਜੀ ਦੇ ਰੂਬਰੂ ਤੇ ਨਹੀਂ ਹੋਈ, ਪਰ ਮੇਰੀ ਆਵਾਜ਼ ਜ਼ਰੂਰ ਸੁਣਿਓ ਕਿ ਇਸ ਪ੍ਰੋਗਰਾਮ ਨੂੰ ਆਪਾਂ ਉਹਨਾਂ ਕੰਨਾਂ ਤੱਕ ਵੀ ਪੁੱਜਦੇ ਕਰਨਾ ਹੈ, ਜੋ ਮਾਨਤਾ, ਜੋ ਇੱਕ ਸਤਿਕਾਰ, ਜੋ ਇੱਕ ਪਹਿਚਾਣ ਪਿੰਗਲਵਾੜਾ ਦੀ ਹੋਣੀ ਚਾਹੀਦੀ ਹੈ, ਉਹ ਸ਼ਾਇਦ ਅਜੇ ਤੱਕ ਵੀ ਨਹੀਂ ਮਿਲੀ। ਪਿੰਗਲਵਾੜੇ ਦੇ ਬਾਨੀਆਂ ਨੂੰ, ਪਿੰਗਲਵਾੜੇ ਦੇ ਸੰਚਾਲਕਾਂ ਨੂੰ ਤੁਹਾਡੀ ਮਦਦ ਦੀ ਲੋੜ ਨਹੀਂ। ਮਦਦ ਤਾਂ ਰੱਬ ਹੁੰਦਾ ਕਰਨ ਵਾਲਾ। ਬਸ ਚੰਗੇ ਬਣੋ, ਚੁੱਪ ਚੁਪੀਤੇ ਕਰੋ ਜੋ ਵੀ ਕਰਨਾ ਹੈ, ਤੇ ਬਰਾਬਰ ਖੜਨ ਦਾ ਇੱਕ ਤਹਈਆ ਕਰੋ ਤੇ ਲੋਕਾਂ ਤੇ ਪੁੱਜਦਾ ਕਰੋ ਇਹਨਾਂ ਸੁਨੇਹਿਆਂ ਨੂੰ, ਚਾਹੇ ਸ਼ੇਅਰ ਕਰਕੇ, ਚਾਹੇ ਜਿਵੇਂ ਵੀ ਹੈ, ਪਰ ਪੁੱਜਦਾ ਕਰੋ ਤਾਂ ਕਿ ਮਾੜਾ ਮੋਟਾ ਇਨਸਾਨੀਅਤ ਦੇ ਰਾਹ ਤੇ ਆਪਾਂ ਸਾਰੇ ਵੀ ਆਪਣੇ ਮੁਫਾਦਾਂ ਨੂੰ ਛੱਡ ਕੇ ਤੁਰੀਏ। ਸੋ ਇੰਨਾ ਕਹਿੰਦੇ ਹੋਏ ਮੈਂ ਬਲਜੀਤ ਜੀ ਨੂੰ ਮੁੜ ਬਹੁਤ ਸ਼ੁਕਰੀਆ ਮੈਡਮ, ਬਹੁਤ ਸ਼ੁਕਰੀਆ ਜੀ। ਹੋ ਇਸ ਦੀ ਸਮਾਪਤੀ। ਸ਼ੁਕਰੀਆ ਡਾਕਟਰ ਸਾਹਿਬਾ। ਮੈਂ ਕਹਿੰਦੀ ਹਾਂ ਕੁਛ ਜਿਹੜੇ ਨਾ ਸੰਗਤ ਵਿੱਚੋਂ ਬੱਚੇ ਜਿਹੜੇ ਹੈ ਕੁਛ ਦਿਨ ਆਪਣੇ ਪਿੰਗਲਵਾੜੇ ਜ਼ਰੂਰ ਬਤੀਤ ਕਰਨ ਜੀ, ਸੇਵਾ ਵਿੱਚ ਲਾਉਣ। ਜ਼ਰੂਰੀ ਨਹੀਂ ਕਿ ਪੈਸੇ ਨਾਲ ਹੀ ਸੇਵਾ ਹੋ ਸਕਦੀ ਹੈ। ਉਹੀ ਮੈਂ ਕਿਹਾ ਡਾਕਟਰ ਸਾਹਿਬਾ, ਮੈਂ ਵੀ ਉਹੀ ਕਿਹਾ ਜੀ, ਵੱਖਰੇ ਵੱਖਰੇ ਤਰੀਕੇ ਨਾਲ ਜਿਹੜੀਆਂ ਨੇ ਸੇਵਾਵਾਂ ਨਿਭਾਈਆਂ ਜਾ ਸਕਦੀਆਂ। ਔਰ ਉਹਨਾਂ ਦਾ ਜਿਹੜੇ ਬੱਚੇ ਇੱਥੇ ਆ ਕੇ ਕੁਝ ਕਰਨਗੇ, ਉਹ ਸਿੱਖ ਕੇ ਬਹੁਤ ਕੁਝ ਜਾਣਗੇ ਜੀ। ਬਿਲਕੁਲ ਬਿਲਕੁਲ। ਇਹ ਤਾਂ ਡਰਾਈਵ ਬੱਚੇ ਬਹੁਤ ਸਿਖਾ ਦਿੰਦੇ ਆ, ਸਾਈਨ ਲੈਂਗੁਏਜ ਸਿਖਾ ਦਿੰਦੇ ਆ, तो इस करके बड़ा प्रॉफिट होंदा सब नो। मैं कहांगी साडे कोल इत्थे रहण दा इंतजाम है,
ਜੇ ਕੋ ਆ ਕੇ ਕੁਝ ਦਿਨ ਸੇਵਾ ਜੀ ਕਰੇ ਤਾਂ ਸਭ ਬੜੇ ਜੀ ਤੋਂ ਆਏ। ਪਹਿਲੀ ਪਹਿਲ ਡਾਕਟਰ ਸਾਹਿਬਾ, ਮੈਂ ਚੌਥੀ ਵਾਰੀ ਮੈਂ ਫਿਰ ਆਪ ਜੀ ਦੇ ਪਿੰਗਲਵਾੜੇ 'ਚ ਇਹਨਾਂ ਬੱਚਿਆਂ ਦੇ ਨਾਲ ਮੈਂ ਬਤੀਤ ਕਰਕੇ ਜਾਵਾਂਗੀ ਜੀ। ਇਹ ਮੈਂ ਕੋਈ ਆਸਾਨ ਨਹੀਂ ਕਰ ਰਹੀ, ਪਰ ਮੇਰੀ ਆਤਮਾ ਨੂੰ ਝੰਜੋੜਤਾ ਤੁਸੀਂ, ਕਿਉਂਕਿ ਮੈਂ ਜਦੋਂ ਸਭ ਤੋਂ ਪਹਿਲਾਂ ਮੈਂ ਇੱਕ ਯਾਦ ਛੋਟੀ ਜੀ ਸਾਂਝੀ ਕਰਨਾ ਚਾਹੁੰਦੀ। ਜਦੋਂ ਮੈਂ ਸਭ ਤੋਂ ਪਹਿਲਾਂ ਪਿੰਗਲਵਾੜਾ ਮੈਂ ਗਈ ਸੀ, ਉਦੋਂ ਆਪ ਜੀ ਨਹੀਂ ਸਨ, ਉਦੋਂ ਭਗਤ ਜੀ ਸਨ, ਤੇ ਮੈਂ ਦੇਖ ਨਹੀਂ ਪਾਈ। ਔਰ ਮੈਂ ਸਿਜਦਾ ਕਰਨ ਲਈ ਵਿਹੜਾ ਹੈ ਜਿਹੜਾ ਆਪਣਾ ਪਿੰਗਲਵਾੜੇ ਦਾ, ਉੱਥੇ ਮੇਰਾ ਸਿਰ, ਮੈਂ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਆਪਾਂ ਮੱਥਾ ਟੇਕਦੇ ਹਾਂ, ਮੇਰਾ ਸਿਰ ਆਪਣੇ ਆਪ, ਔਰ ਮੈਂ ਇੰਨਾ ਰੋਈ, ਮੈਨੂੰ ਇੰਨਾ ਟੁੰਬਿਆ ਉਸ ਚੀਜ਼ ਨੇ। ਮੈਨੂੰ ਉਸ ਇੱਕ ਵਾਰੀ ਤਾਂ ਮੈਨੂੰ ਇਹ ਹੋ ਗਿਆ ਸੀ ਸਾਰਾ ਕੁਝ ਛੱਡ ਛਡਾ ਕੇ ਮੈਂ ਤਾਂ ਇੱਥੇ ਹੀ ਰਹਿਣਾ ਹੈ, ਇਹਨਾਂ ਦੀ ਸੇਵਾ ਕਰਨੀ। ਸੋ ਦੋਸਤੋ, ਡਾਕਟਰ ਸਾਹਿਬਾ ਦਾ ਇਹ ਜਿਹੜਾ ਸੁਨੇਹਾ, ਇਹ ਵੀ ਜ਼ਰੂਰ ਵਿਚਾਰ ਕਰਿਓ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬਾ। ਸਿਜਦਾ ਜੀ। ਬਹੁਤ ਸ਼ੁਕਰੀਆ ਮੈਡਮ। ਬਿਲਕੁਲ ਠੀਕ ਮੈਡਮ, ਕਿ ਜਿਵੇਂ ਮੈਡਮ ਹੋਣਾ ਨੇ ਦੱਸਿਆ ਕਿ ਭਗਤ ਜੀ ਨੇ ਗੁਰੂ ਨਾਨਕ ਬਾਣੀ ਦੇ ਮਾਡਲ ਨੂੰ, ਗੁਰਬਾਣੀ ਕਿਵੇਂ ਸਾਨੂੰ ਨੈਤਿਕ ਕਦਰਾਂ ਕੀਮਤਾਂ ਸਿਖਾਉਂਦੀ ਹੈ, ਅੱਜ ਦੇ ਮਨੁੱਖ ਨੂੰ ਔਰ ਅੱਜ ਦੇ ਸਮਾਜ ਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਲੋੜ ਹੈ। ਜਦੋਂ ਅਸੀਂ ਨਿੱਜੀ ਮਫਾਦਾਂ ਦੇ ਪਿੱਛੇ ਪਏ ਹੋਏ ਹਾਂ, ਨਿਜਵਾਦ ਸਾਡੇ ਤੇ ਭਾਰੂ ਹੈ, ਤਾਂ ਇਸ ਵਕਤ ਸਾਨੂੰ ਉਸ ਸੋਚ ਨੂੰ, ਉਸ ਸੰਸਥਾ ਨੂੰ ਸਿਜਦਾ ਹੈ ਜਿਹੜੀ ਸਮਾਜ ਭਲਾਈ ਦੇ ਕੰਮਾਂ ਵਿੱਚ ਤਤਪਰ ਹੈ। ਔਰ ਮੇਰੀ ਇੱਕ ਕਹਿ ਲਓ, ਆਪ ਸਭ ਨੂੰ ਜੋ ਸੁਣ ਰਹੇ ਨੇ, ਜੋ ਸਾਨੂੰ ਲਾਈਵ ਦੇਖ ਰਹੇ ਨੇ, ਸਾਡੇ ਦਰਸ਼ਕ ਤੇ ਸਰੋਤੇ, ਕਿ ਮੇਰੀ ਹੱਥ ਬਣ ਕੇ ਗੁਜ਼ਾਰਿਸ਼ ਹੈ ਕਿ ਸੱਚੀ ਮੁੱਚੀ ਆਪਣਾ ਕੁਝ ਸਮਾਂ, ਕੁਝ ਪਲ ਉਹ ਸੰਸਥਾ ਦੇ ਲਈ ਜ਼ਰੂਰ ਕੱਢੀਏ। ਆਪਾਂ ਆਪਣੀ ਛੁੱਟੀ ਵਾਲੇ ਦਿਨ ਜਾਂ ਕਦੇ ਰਾਹੇ ਬਗਾਏ, ਜਦੋਂ ਸਾਨੂੰ ਲੱਗਦਾ ਹੈ ਕਿ ਅਸੀਂ ਉਸ ਸੰਸਥਾ ਵਿੱਚ ਜਾ ਕੇ ਆਈਏ। ਬਲਜੀਤ ਜੀ, ਇੱਕ ਅਮਰੀਕਾ ਤੋਂ ਕਾਲ ਆਈ ਹੈ ਜੀ, ਡਾਕਟਰ ਸਾਹਿਬਾ ਦੇ ਨਾਲ ਗੱਲ ਕਰਨਾ ਚਾਹੁੰਦੇ ਸੀਗੇ। ਮੈਂ ਲੈ ਰਹੀ ਹਾਂ ਕਾਲ ਪ੍ਰੋਗਰਾਮ ਬੰਦ ਕਰਨ ਤੋਂ ਪਹਿਲਾਂ ਜੀ। ਪ੍ਰਗਟ ਸਿੰਘ ਬਲ ਜੀ, ਪਲੀਜ਼ ਕਰੋ ਗੱਲ। ਤੁਹਾਡਾ ਤੇ ਦੋਨੋਂ ਡਾਕਟਰ ਸਾਹਿਬ ਤੁਹਾਡੇ ਸਾਰੇ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਸ੍ਰੀ ਅੰਮ੍ਰਿਤਸਰ ਨੂੰ ਬਿਲੋਂਗ ਕਰਦਾ ਤੇ ਭਗਤ ਪੂਰਨ ਸਿੰਘ ਹੋਣਾ ਦਾ ਜਦੋਂ ਮੈਂ ਪੜ੍ਹਨ ਆਉਂਦਾ ਸੀ ਤੇ ਫਾਟਕ ਹੁੰਦਾ ਸੀ, ਹੁਣ ਤੇ ਪੁਲ ਬਣ ਗਿਆ ਵਾ ਮਜੀਠਾ ਰੋਡ ਤੇ ਮੈਂ ਸੰਗਲਾਂ ਨਾਲ ਵਧੀਆਂ ਹੋਈਆਂ ਲੜਕਿਆਂ ਨੂੰ, ਬਜ਼ੁਰਗਾਂ ਨੂੰ ਵੇਚਦਾ ਸੀ। ਜਦੋਂ ਉਦੋਂ ਪਤਾ ਨਹੀਂ ਹੁੰਦਾ ਵੀ ਕੀ ਗੱਲ ਹੈ, ਤੇ ਇਹ ਉਦੋਂ ਹਸਪਤਾਲ, ਮੈਂਟਲ ਹਸਪਤਾਲ ਲੈ ਕੇ ਆਉਂਦੇ ਹੁੰਦੇ ਬੱਚੇ। ਉਹਨਾਂ ਚੋਂ ਹੀ ਇੱਕ ਲੜਕੀ ਮੈਂ ਪਛਾਣ ਲਈ, ਸਾਡੇ ਪਿੰਡ ਦੀ ਬਲ ਕਲਾ ਦੀ, ਜਿਹੜੀ ਕਈਆਂ ਦਿਨਾਂ ਤੋਂ ਗੁੰਮ ਸੀ, ਤੇ ਮੈਂ ਫਿਰ ਉਹਨਾਂ ਦੇ ਪੇਰੈਂਟਸ ਨੂੰ ਜਾ ਕੇ ਦੱਸਿਆ ਤੇ ਉਹਨਾਂ ਫਿਰ ਇਲਾਜ ਕਰਾ ਕੇ ਮੁੜ ਕੇ ਵਿਆਹ ਯੋਗ ਵੀ ਹੋ ਗਈ। ਤੇ ਇਹਨਾਂ ਦੀ ਡਾਕਟਰ ਸਾਹਿਬ ਹੋਣਾ ਦੀ ਬਰਾਜ ਪੰਡੋਰੀ ਵੜੈਚ ਬਲ ਕਲਾ ਦੇ ਨਾਲ ਹੈ। ਮੈਂ ਕਾਫੀ ਵਾਰ ਉੱਥੇ ਜਾਂਦਾ ਆਉਂਦਾ ਰਿਹਾ ਤੇ ਬਹੁਤ ਵਧੀਆ ਕੰਮ ਕਰ ਰਿਹਾ। ਮੇਰਾ ਮੁਝ ਵਿੱਚ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ। ਇਸ ਲਈ ਤੁਸੀਂ ਡਾਕਟਰ ਸਾਹਿਬ ਦੋਨੋਂ, ਤੁਸੀਂ ਲੜਕੀਆਂ ਹੋ ਕੇ, ਇਸ ਲਈ ਤੁਸੀਂ ਆਪਣੇ ਮਾਪਿਆਂ ਤੋਂ ਲਈ ਸਿੱਖਿਆ ਨਾਲ ਲੋਕਾਂ ਦੀ ਸੇਵਾ ਕਰ ਰਹੇ ਹੋ। ਤੁਹਾਡੀ ਸੱਚਾਈ, ਸੀਰਤ, ਸੂਰਤ, ਸਲੀਕਾ ਤਰੀਕਾ ਕੰਮ ਕਰਨ ਦਾ ਤੁਹਾਡੇ ਕੰਮ ਤੋਂ ਵੇਖਿਆ ਜਾ ਸਕਦਾ। ਤੁਸੀਂ ਬਹੁਤ ਮਹਾਨ ਜੇ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਤੇ ਲੜਕੀਆਂ ਲਈ ਤੁਸੀਂ ਇਕੱਲੇ ਡਾਕਟਰ ਇੰਦਰਜੀਤ ਕੌਰ ਜੀ, ਤੁਸੀਂ ਡਾਕਟਰ ਬਲਜੀਤ ਕੌਰ ਰਿਆੜ ਤੇ ਤੁਸੀਂ ਸਭ ਰਲ ਕੇ ਬਹੁਤ ਚੰਗਾ ਯੋਗਦਾਨ ਪਾ ਰਹੇ। ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਬਲ ਸਾਹਿਬ, ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਰੱਖੇ ਤੇ ਡਾਕਟਰ ਸਾਹਿਬਾ ਤੱਕ ਪੁੱਜਦੇ ਕੀਤੇ। ਇਸ ਗੱਲ ਲਈ ਰੰਗ FM ਆਪ ਦਾ ਬਹੁਤ ਬਹੁਤ ਧੰਨਵਾਦੀ ਹੈ ਜੀ। ਥੈਂਕ ਯੂ ਜੀ। ਬਲਜੀਤ ਜੀ, ਦੇਖੋ ਹੈ ਨਾ, ਸਾਰਿਆਂ ਦੇ ਦਿਲਾਂ 'ਚ ਹੁੰਦਾ। ਆਪਣੇ ਜਿਹੜੇ ਪੰਜਾਬੀ ਉੱਧਰ ਬੈਠੇ ਨੇ, ਵਸਦੇ ਨੇ, ਪਹਿਲਾਂ ਵੀ 2 ਕਾਲਸ ਆ ਚੁੱਕੀਆਂ ਸੀ, ਪਰ ਤੁਸੀਂ ਗੱਲ ਕਰ ਰਹੇ ਸੀ, ਮੈਨੂੰ ਇਹ ਸੀ ਵੀ ਚਲੋ ਬਾਅਦ 'ਚ ਲਵਾਂਗੇ। ਡਾਕਟਰ ਸਾਹਿਬ ਕੋਲੋਂ ਇੱਕ ਵਾਅਦਾ ਲਓ ਕਿ ਅਸੀਂ 1-2 ਵਾਰੀ ਫਿਰ ਤੁਹਾਨੂੰ ਲੈ ਕੇ ਆਉਣਾ, ਤੇ ਇਸੇ ਤਰ੍ਹਾਂ ਇਹਨਾਂ ਕੋਲੋਂ ਸੁਣ ਕੇ, ਤਾਂ ਕਿ ਆਪਾਂ ਲੋਕ ਵੀ ਮਨੁੱਖਤਾ ਦੀ ਸੇਵਾ ਵਾਲੇ ਰਾਹ ਤੇ ਪਈਏ, ਇੱਕ ਆਈਕਨ ਬਣ ਕੇ ਇਹਨਾਂ ਨੂੰ ਮੁੜ ਕੇ ਬਸੱਦਾ ਦਿਓ ਜੀ। ਮੈਮ, ਅਸੀਂ ਤੁਹਾਨੂੰ ਫਿਰ ਇੱਕ ਦੋ ਵਾਰ ਗੁਜ਼ਾਰਿਸ਼ ਕਰਾਂਗੇ, ਤੁਸੀਂ ਸਾਨੂੰ ਜ਼ਰੂਰ ਨਿਵਾਜੋਗੇ। ਸਾਨੂੰ ਆਸ ਹੈ ਜੀ ਕਿ ਤੁਸੀਂ ਸਾਨੂੰ ਜ਼ਰੂਰ ਵਕਤ ਦਿਓਗੇ ਜੀ ਆਪਣੇ ਰੁਝੇਵਿਆਂ ਵਿੱਚੋਂ। ਜਦੋਂ ਤੁਹਾਡੇ ਕੋਲ ਫੁਰਸਤ ਦੇ ਪਲ ਹੋਣ, ਅਸੀਂ ਉਦੋਂ ਹੀ ਤੁਹਾਨੂੰ ਬੇਨਤੀ ਕਰਾਂਗੇ ਜੀ ਆਉਣ ਵਾਸਤੇ। ਤੇ ਤੁਸੀਂ ਜ਼ਰੂਰ ਜੀ ਸਾਡੇ ਨਾਲ ਫਿਰ ਕਿਸੇ ਬੈਠਕ ਵਿੱਚ ਜ਼ਰੂਰ ਸ਼ਮੂਲੀਅਤ ਕਰਨੀ। ਮੈਡਮ ਇੰਦਰਜੀਤ ਮੈਮ ਤੁਹਾਨੂੰ ਬੇਨਤੀ ਕਰ ਰਹੀ ਹਾਂ। ਨਾਲ ਦੀ ਨਾਲ ਮੈਸੇजेस ਜਿਹੜੇ ਆਏ ਨੇ ਜੀ, ਬਹੁਤ ਸਤਿਕਾਰ ਭੇਜਿਆ ਆਪਣੇ ਸਰੋਤਿਆਂ ਨੇ, ਕਿੰਨੇ ਸਰੋਤੇ ਸੈਂਕੜਿਆਂ ਨੇ।
ਜੀ। ਜ਼ਰੂਰ ਉਹਨਾਂ ਨੂੰ ਪੜ੍ਹਨਾ ਜੀ, ਤਾਂ ਕਿ ਆਪਣੇ ਪ੍ਰਤੀ ਜੋ ਤੁਹਾਡੇ ਲਈ ਇੱਕ ਸ਼ਰਧਾ ਹੈ ਸਾਰਿਆਂ ਦੇ ਮਨ ਦੇ ਵਿੱਚ, ਉਹ ਜ਼ਰੂਰ ਸਾਰੇ ਪੁੱਜਦਾ ਕਰਨਾ ਚਾਹੁੰਦੇ ਨੇ ਜੀ। ਬਹੁਤ ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਮੈਡਮ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਸਾਨੂੰ ਬਹੁਤ ਸਰਸ਼ਾਰ ਕੀਤਾ, ਸਾਡੇ ਸਰੋਤਿਆਂ ਨੂੰ, ਸਾਡੇ ਦਰਸ਼ਕਾਂ ਨੂੰ। ਬਹੁਤ ਸਾਰੇ ਲੋਕ ਸਾਡੇ ਨਾਲ ਲਾਈਵ ਜੁੜੇ ਹੋਏ ਨੇ, ਅਸੀਂ ਉਹਨਾਂ ਦਾ ਵੀ ਖਾਸ ਤੌਰ ਤੇ ਧੰਨਵਾਦ ਕਰਦੇ ਹਾਂ, ਜਿਹੜੇ ਹਮੇਸ਼ਾ ਹੀ ਸਾਨੂੰ ਨਿਵਾਜ਼ਦੇ ਰਹਿੰਦੇ ਨੇ। ਸੋ ਆਖਿਰ ਦੇ ਵਿੱਚ ਬਾਬਾ ਨਜ਼ਮੀਨ ਦਾ ਇੱਕ ਸ਼ੇਰ ਮੈਂ ਸੁਣਾ ਕੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਮਾਪਤ ਕਰਾਂਗੀ ਕਿ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉਗਣ ਵਾਲੇ ਉਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ। ਸੋ ਇਹੋ ਜਿਹੀਆਂ ਸ਼ਖਸੀਅਤਾਂ ਨੂੰ ਸਜਦਾ ਹੈ ਜੀ। ਬਹੁਤ ਬਹੁਤ ਨਮਨ, ਬਹੁਤ ਸਤਿਕਾਰ, ਬਹੁਤ ਸਜਦਾ ਮੈਡਮ ਇੰਦਰਜੀਤ ਕੌਰ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ। ਵਾਹਿਗੁਰੂ। रंग 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 FM, रंग 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 FM। चुप नू भी हुण बोल मिले ने, सत्ते बूहे खोल मिले ने। हर चानण दा जाया ओ जिंदगी संग बोलूगा, हुण रंग बोलूगा।